न राव है न रंक है, न सिंह है न सियार है, न राव है न रंक है। न सिंह है न सियार है, न राव है न रंक है। ਉਹ ਸਿੰਘ ਸ਼ਰਨ ਕਤ ਜਾਈਏ ਜੇ ਜੰਮੂ ਗ੍ਰਸ ਹੈ, ਜੰਮੂ ਕ ਸਿਆਰ ਨੂੰ ਕਹਿੰਦੇ ਨੇ, ਗਿੱਦੜ ਨੂੰ ਕਹਿੰਦੇ ਨੇ। ਕਹਿੰਦੇ ਕਿਹਾ ਹੋਇਆ ਹੈਗਾ ਨਰਸਿੰਘ ਅਵਤਾਰ ਵੀ ਕਿਹਾ ਹੋਇਆ ਹੈ। ਜਿਹੜਾ ਦੇਹ ਹੁੰਦੀ ਹੈ ਨਾ ਸ਼ੇਰ ਦੀ, ਉਹ ਨਹੀਂ ਸ਼ੇਰ ਦਾ ਗੁਣ ਉੱਥੇ ਹੈਗਾ। ਸ਼ੇਰ ਦੇ ਗੁਣ ਦੀ ਗੱਲ ਹੈ, ਸਿਆਰ ਗਿੱਦੜ ਦੇ ਅਵਗੁਣ ਦੀ ਗੱਲ ਹੈ, ਨਾ ਕਿ ਸ਼ੇਰ ਦੀ ਸ਼ਕਲ ਦੀ ਗੱਲ ਹੈ। ਹੁਣ ਜਿਆਦਾ ਅਸੀਂ ਕਹਿੰਦੇ ਸਿੰਘ ਹੈ, ਅਸੀਂ ਸ਼ਕਲ ਨੂੰ ਲਾ ਲੈਂਦੇ ਹਾਂ। ਸ਼ਕਲ ਤਾਂ ਮਿੱਟੀ ਦੀ ਹੈ। ਉਹ ਇਹ ਕਹਿ ਰਹੇ ਨੇ ਸਰੀਰ ਦੀ ਅੱਡ ਕਰ ਰਹੇ ਨੇ ਗੱਲ, ਆਤਮਾ ਦੀ ਗੱਲ। ਆਤਮਾ ਤੌਰ ਤੇ ਜੋ ਸ਼ੇਰ ਦਾ ਗੁਣ ਹੈ ਉਹ ਤਾਂ ਤੂੰ ਹੈ, ਸਰੀਰਕ ਤੌਰ ਤੇ ਸ਼ੇਰ ਨਹੀਂ ਹੈ। ਨਾ ਸਿੰਘ ਹੈ, ਨਾ ਸਿੰਘਾਂ ਦਾ ਮਤਲਬ ਹੈ ਸਰੀਰਕ ਤੌਰ ਤੇ ਸ਼ੇਰ ਨਹੀਂ ਹੈਗਾ ਤੂੰ। ਸ਼ੇਰ ਦੀ ਸਵਾਰੀ ਹੈ, ਠੀਕ ਹੈ। ਤਤ ਗਿਆਨ ਨੂੰ, ਬ੍ਰਹਮ ਗਿਆਨ ਨੂੰ ਜਾਂ ਬ੍ਰਹਮ ਨੂੰ ਸ਼ੇਰ ਦੀ ਉਪਮਾ ਦਿੱਤੀ ਗਈ ਹੈ। ਨਿਰਭੈਤਾ ਦਾ ਮਤਲਬ ਹੈ ਉੱਥੇ, ਨਾ ਕਿ ਸੱਚੀ ਮੁੱਚੀ ਦਾ ਸ਼ੇਰ। ਉਹ ਸੱਚੀ ਮੁੱਚੀ ਦਾ ਸ਼ੇਰ ਬਣਾ ਲਿਆ ਨਾ ਉਹਨਾਂ ਨੇ। ਕੁੱਤੇ ਬਿਠਾਲਤੀ ਜਨਾਨੀ ਦੇਵੀ, ਉਹ ਗੱਲ ਕੱਟੀ ਆ, ਨਹੀਂ ਹੈ ਸ਼ੇਰ। ਜਿਹੜੇ ਰੌਲਾ ਪਾਉਂਦੇ ਨੇ ਨਾ ਚੰਡੀ ਆ ਉਹਨਾਂ ਦੀ, ਉਹ ਤਾਂ ਸਗੋਂ ਕਹਿੰਦੇ ਨੇ ਵੀ ਤੂੰ ਸ਼ੇਰ ਹੈ ਨਹੀਂ। ਜਦ ਸ਼ੇਰ ਹੈ ਨਹੀਂ, ਗਿਆਨ ਦੀ ਸ਼ਕਤੀ ਤੇ ਕੰਮ ਕਰਦੀ ਹੈ ਬੁੱਧੀ। ਬੁੱਧੀ ਚੜ੍ਹਦੀ ਹੈ, ਦਿਮਾਗ ਦੇ ਵਿੱਚ ਕੰਮ ਕਰਦੀ ਹੈ, ਬੋਲਦੀ ਹੈ। ਜੇ ਚਰਚਾ ਕਰਦੇ ਆ ਉੱਤੇ ਚੜ੍ਹਦੀ ਹੈ ਨਾ। ਗਿਆਨ ਹੈ ਥੱਲੇ, ਗਿਆਨ ਦੇ ਦੀ ਸ਼ਕਤੀ ਨਾਲ ਬੁੱਧੀ ਕੰਮ ਕਰਦੀ ਹੈ, ਕਹਿ ਲਓ। ਅਸੀਂ ਬੋਲਦੇ ਹਾਂ ਗਿਆਨ ਗੁਪਤ ਹੈ, ਬੁੱਧ ਪ੍ਰਗਟ ਹੈ। ਗਿਆਨ ਬੁੱਧ ਦੇ ਰੂਪ ਚ ਪ੍ਰਗਟ ਹੁੰਦਾ ਹੈ, ਬੁੱਧ ਦੇ ਰੂਪ ਚ ਪ੍ਰਗਟ ਹੋਊ। ਆਪਾਂ ਕਹਿਣਾ ਤਾਂ ਬੇਅਕਲ ਹੈ, ਬੇਅਕਲ ਗਿਆਨਹੀਨ। ਅਕਲ ਵਾਲਾ ਗਿਆਨਵਾਨ, ਅਕਲ ਤੋਂ ਹੀ ਉਹਦੇ ਗਿਆਨ ਦਾ ਅੰਦਾਜ਼ਾ ਲੱਗਦਾ। ਅਕਲ ਔਰ ਗਿਆਨ ਦੋ ਨਹੀਂ ਹਨ। ਪ੍ਰਗਟ ਜਦ ਗਿਆਨ ਹੁੰਦਾ ਤਾਂ ਅਕਲ ਦੇ ਰੂਪ ਚ ਹੁੰਦਾ ਹੈ, ਕਹਿ ਲਓ। ਅਕਲ ਦੇ ਰੂਪ ਚ ਪ੍ਰਦਰਸ਼ਨ ਜੋ ਗਿਆਨ ਕਰਦਾ ਨਾ, ਪ੍ਰਦਰਸ਼ਨ ਅਕਲ ਦੇ ਰੂਪ ਚ ਕਰਦਾ। ਜਿਵੇਂ ਆਦਮੀ ਦੀ ਸਰੀਰਕ ਸ਼ਕਤੀ ਕਦ ਕੰਮ ਕਰਦੀ ਹੈ, ਜਦੋਂ ਕੋਈ ਕੰਮ ਕਰਕੇ ਦਿਖਾਉਂਦਾ, ਵਜ਼ਨ ਚੱਕ ਕੇ ਦਿਖਾਉਂਦਾ, ਸਮਝੇ ਜੀ। ਜਾਂ ਆਪਣੀ ਸ਼ਕਤੀ ਦਾ ਇਸਤੇਮਾਲ ਕਰਕੇ ਕੁਝ ਵੀ ਕਰਦਾ, ਚਾਹੇ ਉਹ, ਤਾਂ ਹੀ ਪ੍ਰਗਟ ਹੋਊਗੀ ਨਾ। ਪ੍ਰਗਟ ਬੁੱਧ ਕਦ ਹੁੰਦੀ? ਬੁੱਧ ਦੇ ਰੂਪ ਚ ਗਿਆਨ ਪ੍ਰਗਟ ਹੁੰਦਾ। ਸ਼ੇਰ ਕਿਹਾ ਹੋਇਆ ਗਿਆਨ ਨੂੰ, ਵਿਵੇਕ ਨੂੰ। ਵਿਵੇਕ ਬੁੱਧੀ ਨੂੰ ਕਿਹਾ ਹੈ ਚੱਡੀ। ਗੱਲ ਕੋਈ ਹੈ, ਉਹਦਾ ਪ੍ਰਗਟ ਰੂਪ ਹੈ। ਜਿਵੇਂ ਤੇਲ ਹੈ, ਤੇਲ ਦੇ ਚ ਜੋਤ ਪ੍ਰਗਟ ਹੁੰਦੀ ਹੈ, ਜੋਤ ਪ੍ਰਗਟ ਹੁੰਦੀ ਹੈ ਨਾ। ਤੇਲ ਦਾ ਹੀ ਰੂਪ ਹੈ ਨਾ ਉਹ ਜੋਤ। ਲਾਈਟ ਵੀ ਹੈ, ਉਹ ਚ ਹੀਟ ਵੀ ਹੈ। ਦੋ ਚੀਜ਼ਾਂ ਨੇ, ਜਦ ਜਲਦੀ ਹੈ, ਜੋ ਜਲਦੀ ਹੈ, ਤਾਂ ਦੋ ਚੀਜ਼ਾਂ ਨੇ, ਹੀਟ ਵੀ ਹੈ, ਲਾਈਟ ਵੀ ਹੈ। ਇਸੇ ਤਰੀਕੇ ਨਾਲ ਹੋਇਆ। ਉੱਥੇ ਤਾਂ ਬੱਤੀ ਹੈ, ਤੇਲ ਦੀ ਬੱਤੀ ਕਹਿੰਦੇ ਨਾ ਆਪਾਂ। ਵੱਟੀ ਵੀ ਕਹਿੰਦੇ ਨੇ, ਕਈ ਜਗ੍ਹਾ ਅੰਮ੍ਰਿਤਸਰ ਵਾਲੇ ਵੱਟੀ ਕਹਿੰਦੇ ਨੇ, ਵੱਟ ਕੇ ਪਾਈ ਹੁੰਦੀ ਹੈ ਨਾ, ਅਸੀਂ ਬੱਤੀ ਕਹਿੰਦੇ ਨੇ। ਤਾਂ ਭਗਤਾਂ ਨੇ ਬਾਤੀ ਲਿਖਿਆ। ਬਾਤੀ, ਬਾਤੀ ਦਾ ਮਤਲਬ ਬਾਤ, ਬੋਲ, ਆਵਾਜ਼। ਆਵਾਜ਼ ਦੇ ਥਰੂ ਹੀ ਬੁੱਧੀ ਦਾ ਪ੍ਰਗਟ ਹੁੰਦੀ ਹੈ, ਗੱਲਬਾਤ ਰਾਹੀਂ। ਤਾਂ ਹੀ ਕਬੀਰ ਕਹਿ ਰਿਹਾ ਕਹਿਵੇ ਮਾਹੇ ਵਿਵੇਕ। ਜਦ ਬੋਲੂਗਾ ਵਿਵੇਕ ਦਾ ਜਦੇ ਪਤਾ ਲੱਗੂਗਾ। ਸਿਆਣੇ ਦਾ, ਗਿਆਨਵਾਨ ਦਾ, ਅਗਿਆਨੀ ਦਾ ਪਤਾ ਲੱਗੂ ਉਹਦੀ ਆਵਾਜ਼ ਤੋਂ, ਬੋਲੇ ਤੋਂ। ਬੋਲੇ ਤੋਂ ਬਿਨਾਂ ਕੀ ਪਤਾ ਲੱਗੂ? ਬੋਲੇ ਤੋਂ ਬਿਨਾਂ ਨਹੀਂ ਪਤਾ ਲੱਗਦਾ। ਲਿਖੇ ਹੋਇਆ ਬੋਲੂ। ਹੁਣ ਜਿਹੜੇ ਗ੍ਰੰਥ ਲਿਖੇ ਪਏ ਨੇ ਜਾਂ ਬੋਲੀਆਂ ਹੋਈਆਂ ਗੱਲਾਂ ਨੇ, ਉਹ ਤੋਂ ਅੰਦਾਜ਼ੇ ਲਾਏ ਨੇ। ਉਹਨਾਂ ਦਾ ਗਿਆਨ ਕਿੰਨਾ ਸੀ, ਰਿਸ਼ੀਆਂ ਮੁਨੀਆਂ ਦਾ ਗਿਆਨ ਕਿੰਨਾ ਸੀ, ਉਹਨਾਂ ਦੇ ਗ੍ਰੰਥਾਂ ਤੋਂ ਪਤਾ ਲੱਗੂਗਾ। ਗੁਰਬਾਣੀ ਦਾ ਕਿੰਨਾ ਗਿਆਨ ਸੀ, ਸਾਡੇ ਕੋਲ ਲਿਖਿਆ ਪਿਆ ਉਹ ਤੋਂ ਪਤਾ ਲੱਗੂਗਾ।
ਕੱਚੀ ਪੱਕੀ ਬਾਣੀ ਦਾ ਐਵੇਂ ਪਤਾ ਲੱਗਦਾ, ਭਗਤਾਂ ਦਾ ਕਿਵੇਂ ਪਤਾ ਲੱਗਿਆ? ਗੁਰਬਾਣੀ ਜੋ ਲਿਖੀ ਪਈ ਹੈ। ਅਸਲ 'ਚ ਨਾਨਕ ਦੀ ਬਾਣੀ ਹੀ ਨਾਨਕ ਹੈ ਸਾਡੇ ਵਾਸਤੇ, ਗੁਰਮੁਖਾਂ ਵਾਸਤੇ ਕਹੀ ਹੋਈ ਗੱਲ ਹੀ ਉਹਦੀ ਬੁੱਧੀ ਹੁੰਦੀ ਹੈ, ਉਹਦਾ ਗਿਆਨ ਹੁੰਦਾ, ਉਹ ਗਿਆਨ ਹੀ ਉਹ ਆਪ ਹੈ। ਤਾਂ ਹੀ ਕਹਿੰਦੇ ਦਸਾਂ ਪਾਤਸ਼ਾਹੀਆਂ ਦਾ ਜੋਤ ਸਰੂਪ। ਜੋਤ ਕੀ ਹੁੰਦੀ? ਗਿਆਨ। ਉਹ ਗਿਆਨ ਹੈ ਨਾ ਅੱਖਰਾਂ ਦੇ ਵਿੱਚ, ਗਿਆਨ ਨਾਲੇ ਸਾਡਾ ਸੰਬੰਧ ਹੈ। ਗੁਰ ਕੀ ਹੁੰਦਾ? ਗੁਰ ਗਿਆਨ ਹੁੰਦਾ, ਗੁਰ ਗਿਆਨ ਹੀ ਹੁੰਦਾ। ਅਸੀਂ ਸਾਡੀ ਨਿਗਾਹ ਸਰੀਰ ਤੇ ਚਲੀ ਜਾਂਦੀ ਹੈ, ਇੱਥੇ ਗਲਤੀ ਹੁੰਦੀ ਹੈ। ਸਰੀਰ ਦੇ ਥਰੂ ਤਾਂ ਗਿਆਨ ਪ੍ਰਗਟ ਹੁੰਦਾ। ਜੋ ਕੋਈ ਕਲਾਕਾਰ ਹੈ, ਕਲਾਕਾਰ ਨਹੀਂ, ਚਲੋ ਰਾਗੀ ਹੈ, ਰਾਗੀ ਆਪਣਾ ਬਾਜਾ ਤਾਂ ਲਿਆਇਆ ਨਹੀਂ, ਆਪਣਾ ਤਬਲਾ ਤਾਂ ਲਿਆਇਆ ਨਹੀਂ, ਕੋਈ ਮੰਗ ਕੇ ਤਬਲਾ ਉਹ ਵਜਾ ਕੇ ਆਪਣਾ ਵੀ ਉਹ ਕੰਪੀਟੀਸ਼ਨ 'ਚ ਫਸਟ ਪ੍ਰਾਈਜ਼ ਲੈ ਲੈਂਦਾ, ਜਾਂ ਉੱਥੇ ਬਾਵਾ ਖੱਟ ਲੈਂਦਾ ਵੀ ਹਾਂ ਵੀ ਸਾਰਿਆਂ ਨੂੰ ਵਧੀਆ ਰਾਗੀ। ਤੋ ਬਾਜੇ ਦੀ ਕਰਾਮਾਤ ਨਹੀਂ ਹੈ, ਤਬਲੇ ਦੀ ਕਰਾਮਾਤ ਨਹੀਂ, ਕਰਾਮਾਤ ਉਹਦੇ ਵਿੱਚ ਹੀ ਹੈ। ਤਬਲਾ ਉਹ ਕੋਈ ਹੋਵੇ, ਸਰੀਰ ਕੋਈ ਹੋਵੇ, ਸਰੀਰ ਦਾ ਕੀ ਫਰਕ ਹੈ? ਸਰੀਰ ਰਵਿਦਾਸ ਦਾ ਸੀ ਜਾਂ ਗੁਰੂ ਨਾਨਕ ਦਾ ਸੀ ਜਾਂ ਕਬੀਰ ਦਾ ਸੀ, ਉਹਦੇ ਨਾਲ ਕੀ ਫਰਕ? ਗੱਲ ਦਾ ਇੱਕੋ ਹੀ ਹੈ ਨਾ, ਗੱਲ ਦਾ ਸਟੈਂਡਰਡ ਇੱਕ ਹੈ। ਚਾਹੇ ਭੱਟ ਵੀ ਸੀ, ਸੱਤਾ ਬਲਵੰਡ ਵੀ ਸੀ, ਨਾਨਕ ਲੇਖੇ ਇੱਕ ਗੱਲ, ਜਦ ਗੱਲ ਇੱਕ ਰਹਿ ਜਾਂਦੀ ਹੈ ਨਾ, ਦੋ ਗੱਲਾਂ ਨਹੀਂ ਰਹਿੰਦੀਆਂ ਅੰਦਰ। ਅੰਦਰ ਸਾਡੇ ਦੋ ਚਿੱਤੀ ਹੈ ਨਾ, ਦੋ ਗੱਲਾਂ ਨੇ। ਜਦ ਇੱਕ ਗੱਲ ਰਹਿ ਜਾਂਦੀ ਹੈ ਚੇਤਰ ਮਨ ਦੀ, ਇੱਕੋ ਸੋਚ ਰਹਿ ਜਾਂਦੀ ਹੈ, ਉਹ ਲੇਖੇ 'ਚ ਹੈ, ਉਹ ਦਰਗਾਹ ਦੇ ਵਿੱਚ ਪ੍ਰਵਾਨ ਹੈ। ਨਾਨਕ ਲੇਖੇ ਇੱਕ ਗੱਲ। ਹੁਣ ਚੇਤਰ ਮਨ ਦੀਆਂ ਦੋ ਰਾਹਾਂ ਨੇ, ਦੋ ਗੱਲਾਂ ਨੇ। ਕਈ ਵਾਰ ਇਕੱਠੇ ਵੀ ਹੋ ਜਾਂਦੇ ਨੇ, ਕਈ ਵਾਰ ਨਹੀਂ ਵੀ ਹੁੰਦੇ। ਕਈ ਵਾਰ ਚਿੱਤ ਮਨ ਕਿਸੇ ਗੱਲ ਤੇ ਇਕਮਤ ਵੀ ਹੋ ਜਾਂਦੇ ਨੇ, ਕਈ ਵਾਰ ਨਹੀਂ ਵੀ ਹੁੰਦੇ। ਜਦ ਇਕਮਤ ਹੀ ਰਹਿਣ ਫਿਰ ਇੱਕ ਗੱਲ ਹੁੰਦੀ ਹੈ ਨਾਨਕ। ਫਿਰ ਜਦ ਇਕਮਤ ਹੁੰਦੇ ਨੇ ਫਿਰ ਕੀ ਹੁੰਦਾ? ਫਿਰ ਹਰ ਨਾਲ ਜੁੜੇ ਹੋਏ ਹੁੰਦੇ ਨੇ। ਨਾਨਕ ਇਹ ਵਿਧੀ ਹਰ ਭਜੋ, ਇਹ ਵਿਧੀ ਹੈ ਹਰ ਨਾਲ ਜੁੜਨ ਦੀ। ਇੱਕ ਮਨ ਹੋਏ ਇੱਕ ਚਿੱਤ, ਇੱਕ ਮਨ ਇੱਕ ਚਿੱਤ ਹੋਣਾ ਹੀ ਵਿਧੀ ਹੈ ਹਰ ਦੇ ਨਾਲ ਜੁੜਨ ਦੀ। ਭਜਨ ਦਾ ਮਤਲਬ ਜੁੜਨਾ ਹੁੰਦਾ। ਹਾਂਜੀ। ਨਾ ਸਿੰਘ ਹੈ ਨਾ ਸਿਆਰ ਹੈ, ਨਾ ਰੌ ਹੈ ਨਾ ਰੰਕ ਹੈ। ਨਾ ਤੂੰ ਰਾਜਾ ਹੈ ਨਾ ਰੰਕ ਕੰਗਾਲ ਹੈ, ਨਾ ਸ਼ੇਰ ਹੈ। ਰਾਜੇ ਦਾ ਮਤਲਬ ਕੀ? ਗਿਆਨਵਾਨ। ਕੋਈ ਸੰਸਾਰੀ ਰਾਜਾ ਤਾਂ ਰਾਜਾ ਸੀ ਬੰਦੇ ਨਹੀਂ ਨਾ ਤਾਂ ਤੂੰ ਭਗਤ ਹੈ, ਭਗਤੇ ਰਾਜਾ ਹੁੰਦਾ ਨਾ ਤੂੰ ਅਗਿਆਨੀ ਹੋਈ ਹੈ। ਅਜੋ ਜਿਹਨੂੰ ਗਿਆਨ ਹੈ ਨਹੀਂ, ਰੰਕ ਨਾ ਹਸੀਏ ਕੋਏ, ਅਗਿਆਨੀ ਤੇ ਹੱਸਣਾ ਨਹੀਂ ਚਾਹੀਦਾ। ਗਿਆਨਵਾਨ ਹੈ ਤਾਂ ਰਾਜਾ ਹੈ, ਗਿਆਨਹੀਨ ਹੈ ਤਾਂ ਰੰਕ ਹੈ। ਗਿਆਨਹੀਨ ਅਸਲ 'ਚ ਕੋਈ ਵੀ ਨਹੀਂ। ਕਿਸੇ ਦਾ ਖਜ਼ਾਨਾ ਤਾਂ ਉਹਨੂੰ ਮਿਲਿਆ ਨਹੀਂ, ਘਰ 'ਚ ਦੱਬਿਆ ਹੋਇਆ ਜਿਹੜਾ ਕਿਸੇ ਨੂੰ ਮਿਲ ਗਿਆ। ਖਜ਼ਾਨਾ ਸਾਰਿਆਂ ਕੋਲੇ ਹੈ, ਖਜ਼ਾਨਾ ਸਾਰਿਆਂ ਦੇ ਕੋਲੇ ਹੈ। ਕਿਸੇ ਦਾ ਖਜ਼ਾਨਾ ਤੈਨੂੰ ਲੱਭ ਗਿਆ ਘਰ 'ਚ ਦੱਬਿਆ ਹੋਇਆ ਸੀ ਜਿਹੜਾ। ਨਾਨਕ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਇਸਕਾ ਵਿਸਰਾਮ। ਦੇਹੀ ਦੇ ਵਿੱਚ ਉਹਦਾ ਖਜ਼ਾਨਾ ਨਹੀਂ ਲੱਭਿਆ। ਉਹ ਤੁਰਿਆ ਫਿਰਦਾ ਸੰਤਾਂ ਕੋਲ, ਇੱਕ ਨੂੰ ਲੱਭ ਗਿਆ, ਆਪਣਾ ਟੋੜ ਲਿਆ। ਕਿਸੇ ਨੇ ਕਹਿਤਾ ਸਭ ਕੁਝ ਘਰ ਮੈਂ ਬਾਹਰ ਨਹੀਂ। ਉਹ ਬਾਹਰ ਕੀ ਟੋੜਦਾ? ਤੇਰੇ ਅੰਦਰ ਇਹ ਸਭ ਕੁਝ ਹੈ। ਬਾਹਰ ਟੋਲਣੇ ਸੇ ਭਰਮ ਭਲਾਈ। ਉਹਨੇ ਆਪਣੇ ਅੰਦਰੋਂ ਲੱਭ ਲਿਆ ਖਜ਼ਾਨਾ। ਇੱਕ ਤਾਂ ਸ਼ਬਦ ਗੁਰੂ ਨਾਲ ਅੰਦਰ ਜੁੜ ਗਿਆ, ਇੱਕ ਜੁੜਿਆ ਨਹੀਂ। ਜਿਹੜਾ ਜੁੜ ਗਿਆ ਉਹ ਖਜ਼ਾਨੇ ਤੱਕ ਪਹੁੰਚ ਗਿਆ, ਲੱਭ ਗਿਆ। ਜਿਹੜਾ ਨਹੀਂ ਜੁੜਿਆ ਉਹ ਬਾਹਰ ਟੋੜਦਾ ਫਿਰਦਾ, ਉਹ ਰੰਕ ਹੈ। ਕਹਿੰਦੇ ਤੂੰ ਰੌਬ ਨਹੀਂ ਰੰਕ ਬਣੀ, ਰਾਜਾ ਵੀ ਨਹੀਂ ਹੈ ਰੰਕ ਬਣੀ। ਸਾਰੇ ਹੀ ਰਾਜੇ ਨੇ। ਬਸ ਇਹ ਹੈ ਕਿਸੇ ਨੇ ਤਾਂ ਗਿਆਨ ਗਵਾਇਆ ਹੋਇਆ, ਕਿਸੇ ਦੇ ਗਿਆਨ ਆਪਣੇ ਕਬਜ਼ੇ 'ਚ। ਗਿਆਨ ਗਵਾਇਆ ਕਿਉਂ ਗਵਾਇਆ? ਦੂਜੇ ਪਾਇਆ, ਉਹ ਮਾਇਆ ਟੋਲਦਾ ਫਿਰਦਾ ਤਾਂ ਗਵਾਇਆ ਹੋਇਆ। ਉਧਰਲੇ ਪਾਸੇ ਗਿਆ ਨਹੀਂ, ਆਪਣਾ ਖਜ਼ਾਨਾ ਨਹੀਂ ਪੁੱਟਿਆ ਉਹਨੇ। ਉਹ ਕੰਮ ਨਹੀਂ ਲੱਗਿਆ ਜਿਹੜਾ ਖਜ਼ਾਨਾ ਅੰਦਰ ਦੱਬਿਆ ਹੋਇਆ। ਬਾਹਰ ਮਾਇਆ ਪਿੱਛੇ ਦੌੜਿਆ ਫਿਰਦਾ। ਗਿਆਨ ਗਵਾਇਆ ਦੂਜੇ ਪਾਇਆ, ਗਰਭ ਗਲੇ ਵਿਖ ਖਾਇਆ। ਵਿਖ ਮਾਇਆ ਦੀ, ਵਿਖ ਮਾਇਆ ਦੇ ਤੁਹਾਨੂੰ ਧਨ ਮੰਨਦਾ।
ਨਾਮ ਧਾਰਨ ਵਾਲੀਆਂ ਪੜਤਾਂ ਨਹੀਂ ਪੱਟੀਆਂ ਅੰਦਰ, ਉਹ ਭਰਮ ਦੇ ਪਰਦਿਆਂ ਦੇ ਥੱਲੇ ਟਕਿਆ ਹੋਇਆ। ਨਾਮ ਥੱਲੇ ਭਰਮ ਦੇ ਪਰਦੇ ਨੇ, ਉੱਤੇ ਉਹ ਟਕਿਆ ਹੋਇਆ। ਭਰਮ ਦੇ ਪਰਦੇ ਖੋਲਣੇ ਸੀ, ਭਰਮ ਦੇ ਗੁਰਬਾਣੀ ਨੇ ਖੋਲਣੇ ਸੀ, ਕਿੱਥੋਂ ਖੋਲਣੇ ਸੀ? ਸਤਿਗੁਰ ਕੀ ਬਾਣੀ ਨਾਲ ਖੋਲਣਾ ਸੀ। ਭਰਮ ਕੇ ਪੜਦੇ ਸਤਿਗੁਰ ਖੋਲੇ। ਇਹ ਜੇ ਪੜਦੇ ਚੱਕਲੇ ਤੇ ਥੱਲੇ ਹੈਗਾ ਨਾਮ ਪਿਆ। ਇਸ ਕਰਕੇ ਕੋਈ ਰੌ ਰੰਗ ਨਹੀਂ ਹੈ, ਰੌ ਰੰਗ ਨਹੀਂ ਹੈ। ਇਹ ਸਮਝਣਾ ਥੋੜਾ ਜਿਹਾ ਔਖਾ ਸੀ। ਪਰ ਕੱਚੀ ਬਾਣੀ ਵਾਲੇ ਕਹਿੰਦੇ ਨੇ ਤੈਨੇ ਰਾਜਾ ਰੰਕ ਬਣਾਏ, ਤੈਨੇ ਭਿਕਸ਼ਕ ਰਾਜ ਬਿਠਾਏ, ਭਿਖਾਰੀਆਂ ਨੂੰ ਰਾਜ ਤੇ ਬਿਠਾਇਆ। ਤੇਰੀ ਲੀਲਾ ਈਸ਼ ਮਹਾਨ, ਬਨਾ ਮਨ ਮੰਦਰ ਆਲੀਸ਼ਾਨ, ਤੇਰੇ ਪੂਜਣ ਕੋ ਭਗਵਾਨ। ਕੱਚੀ ਬਾਣੀ। ਹਾਲਾਂਕਿ ਬੜੇ ਬੜੇ ਸੰਤੇ ਗਾਉਂਦੇ ਨੇ, ਚੰਗਾ ਵੀ ਸਮਝਦੇ ਨੇ, ਧਾਰਮਿਕ ਲੋਕ ਆਉਂਦੇ ਨੇ, ਪਰ ਗੁਰਮਤਿ ਦੀ ਕਸੌਟੀ ਤੇ ਇਹ ਬਾਣੀ ਕੱਚੀ ਹੈ। ਭਜਨ ਸੰਤਾਂ ਦਾ ਬਣਾਇਆ ਹੈ। ਤੇਰੀ ਲੀਲਾ ਈਸ਼ ਮਹਾਨ, ਇਹ ਮਹਾਨ ਈਸ਼ਵਰ ਤੇਰੀ ਲੀਲਾ ਅਪਰੰਪਾਰ ਹੈ। ਬਣਾ ਮਨ ਮੰਦਰ ਆਲੀਸ਼ਾਨ, ਮੰਦਰ ਆਲੀਸ਼ਾਨ ਹੈਗਾ, ਮਨ ਮੰਦਰ ਆਲੀਸ਼ਾਨ ਹੈ। ਬਾਹਰਲੇ ਮੰਦਰਾਂ ਦੀ ਕੀ ਲੋੜ ਹੈ? ਦੇਖੋ ਗੱਲ ਉਹ ਵੀ ਬਾਹਰਲੇ ਮੰਦਰਾਂ ਨੂੰ ਕੱਢਦਾ ਹੈ। ਤੇਰੇ ਪੂਜਣ ਕੋ ਭਗਵਾਨ, ਬਣਾ ਮਨ ਮੰਦਰ ਆਲੀਸ਼ਾਨ, ਆਲੀਸ਼ਾਨ ਮੰਦਰ ਬਣੇ, ਬਾਹਰ ਲੋੜ ਨਹੀਂ ਮੰਦਰਾਂ ਦੀ। ਫੇਰ ਵੀ ਬਾਣੀ ਕੱਚੀ ਹੈ। ਰਾਜਾ ਰੰਕ ਜੋ ਮੰਨਦਾ, ਇਹ ਗੱਲ ਇਦੋਂ ਔਖੀ ਹੈ, ਗਾਹਾਂ ਦੀ ਹੈ। ਗੁਰਬਾਣੀ ਗਾਹਾਂ ਖੜੀ ਹੈ, ਕੋਈ ਰਾਜਾ ਨਹੀਂ ਹੈ, ਕੋਈ ਰੰਕ ਨਹੀਂ ਹੈ। ਇੱਥੋਂ ਆ ਕੇ ਕੱਚੀ ਹੈ। ਹਾਲਾਂਕਿ ਬਾਹਰਲੇ ਪਖੰਡਵਾਦ ਨੂੰ ਕੱਢਦੇ, ਉਹ ਵੀ ਬਾਹਰਲੇ ਪਖੰਡਵਾਦ ਮੰਦਰਾਂ ਨੂੰ ਨਹੀਂ ਮੰਨਦਾ। ਮੰਦਰ ਢਾਦੇ, ਮਸਜਿਦ ਢਾਦੇ, ਉਸੇ ਲੈਵਲ ਦਾ ਹੈ। ਗਿਰਦਰ ਕਬੀਰ ਆਏ ਹੋਏ, ਹੋਰ ਹੋਏ, ਇਸ ਲੈਵਲ ਦੀ ਗੱਲ ਹੈ। ਗੁਰਬਾਣੀ ਉਹ ਤੋਂ ਉੱਚੀ ਲੈਵਲ ਦੀ ਗੱਲ ਹੈ। ਇੱਕ ਲੈਵਲ ਵਿਚਾਲੇ ਹੋਰ ਵੀ ਹੈ, ਜੋ ਇਹਨਾਂ ਤੋਂ ਵੀ ਉੱਚਾ। ਗੁਰਬਾਣੀ ਉਹ ਤੋਂ ਵੀ ਉੱਚੀ ਖੜੀ ਹੈ। ਹਾਂਜੀ। ਰੌ ਹੈ ਨਾ ਰੰਕ ਹੈ, ਨਾ ਮਾਨ ਹੈ ਨਾ ਮੌਤ ਹੈ, ਨਾ ਸਾਖ ਹੈ ਨਾ ਸ਼ੰਕ ਹੈ। ਨਾ ਮਾਣ ਹੈ ਨਾ ਮੌਤ ਹੈ, ਤਾਂ ਸਨਮਾਨ ਵੀ ਨਹੀਂ ਹੈ। ਜਿਹੜਾ ਸਨਮਾਨ ਮਿਲਦਾ ਸੰਸਾਰ ਦੇ ਵਿੱਚ, ਮਾਨ ਸਨਮਾਨ ਨਹੀਂ ਮਿਲਦਾ, ਸਨਮਾਨ ਨਹੀਂ ਹੈ। ਸਨਮਾਨ ਦੇ ਨਾਲ ਤਾਂ ਮਹਾਨ ਹੋ ਜਾਂਦਾ। ਤੈਸਾ ਮਾਨ ਤੈਸਾ ਵਿਮਾਨ, ਉਹ ਤਾਂ ਮਹਾਨ ਦਾ ਰੂਪ ਧਾਰਨ ਕਰ ਲੈਂਦਾ। ਦੁੱਧ ਜੇ ਪਹਿਲਾਂ ਮਿੱਠਾ ਨਾ ਜਾਂ ਵਿਗੜਦਾ, ਫਿਰ ਦੇਖੇ ਹਲਕ ਤੇ ਥੱਲੇ ਜਾਂਦੀ ਸਾਰੀ ਖਰਾਬ ਹੋ ਜਾਂਦਾ। ਘੁੱਟ ਭਰੀ ਹਲਕ ਤਾਂ ਥੱਲੇ ਚਲਿਆ ਗਿਆ, ਜਾਂ ਉਲਟੀ ਆਉਂਦੀ ਹੈ ਜਦੋਂ ਖੱਟਾ ਹੁੰਦਾ। 1 ਮਿੰਟ ਵੀ ਨਹੀਂ ਲੱਗਦਾ ਖੱਟਾ ਹੋਣ ਨੂੰ, ਇਹਨੂੰ ਟੇਸਟ ਬਦਲ ਨੂੰ। ਮਾਨ ਮਿਲਿਆ, ਮਾਨ ਚ ਬਦਲਿਆ। ਮਾਨ ਜਿਹਨੂੰ ਮਿਲ ਜਾਂਦਾ ਨਾ ਸਨਮਾਨ, ਹੰਕਾਰ ਜਦੇ ਬਦਲ ਲੈਂਦਾ। ਜਿਵੇਂ ਦੁੱਧ ਦੀ ਘੁੱਟ ਹਲਕ ਤੋਂ ਥੱਲੇ ਗਈ, ਜਦੋਂ ਹੀ ਖਰਾਬ ਹੋ ਗਈ। ਕਿਆ ਬਾਹਰ ਨਿਕਲੂਗਾ? ਬਸ ਫਟਿਆ ਹੋਇਆ ਨਿਕਲੂਗਾ। ਇੱਕ ਤਾਂ ਇੱਕ ਜ਼ਹਿਰ ਬਣੀ ਹੋਈ ਹੋਊ ਖਟਿਆਸ। ਜਦੇ ਜ਼ਹਿਰ ਬਣ ਗਈ, ਵਿਖਿਆ ਬਣ ਗਈ। ਮਾਨ ਇਸ ਕਰਕੇ ਨਹੀਂ ਹੈ। ਮਾਨ ਤਾਂ ਵਿਗੜਨ ਵਾਲੀ ਚੀਜ਼ ਹੈ, ਵਿਗਾੜਨ ਵਾਲੀ ਚੀਜ਼ ਹੈ। ਮਾਨ ਤਾਂ ਆਤਮਾ ਨੂੰ ਵਿਗਾੜਨ ਵਾਲੀ ਚੀਜ਼ ਹੈ, ਤੂੰ ਸੰਭਾਲਣ ਵਾਲੀ ਚੀਜ਼ ਹੈ। ਮਾਨ ਤਾਂ ਮੌਤ ਹੈ ਅਸਲ 'ਚ। ਗਰਭ ਪ੍ਰਹਾਰੀ ਮਾਨ ਮੌਤ ਹੈ। ਹੰਕਾਰਿਆ ਸੋ ਮਾਰਿਆ ਕੇ ਕਾਬ ਚਲਦੀ ਹੈ। ਹੰਕਾਰਿਆ ਸੋ ਮਾਰਿਆ, ਸੋ ਮਾਰਿਆ। ਮਨ ਦੀ ਮੌਤ ਕਿਉਂ ਹੈ? ਹੰਕਾਰ ਹੈ। ਹੰਕਾਰ ਦਾ ਪ੍ਰਤੀਕ ਹੈ ਮਨ। ਹੰਕਾਰ ਦਾ ਮੁਜੱਸਮ ਹੈ ਇੱਕ। ਹੰਕਾਰ ਦੀ ਮੂਰਤ ਹੈ ਮਨ। ਹਾਂ ਵਾਰ ਮੈਂ ਹੋਵੇ, ਹੋਰ ਕੀ ਹੈ? ਇਹੀ ਮਰਨੀ ਹੈ। ਨਾ ਤੂੰ ਮਾਣ ਹੈ, ਨਾ ਮੌਤ ਹੈ। ਮੌਤ ਵੀ ਨਹੀਂ ਹੈ ਤੂੰ। ਮੌਤ ਨਾਮ ਦੀ ਕੋਈ ਚੀਜ਼ ਨਹੀਂ ਹੈ ਸੰਸਾਰ 'ਚ। ਇਹ ਤਾਂ ਆਵਣ ਜਾਣ, ਆਵਣ ਜਾਣ, ਆਵਣ ਜਾਣ, ਦ੍ਰਿਸ਼ਟ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਤਮਾ ਮਰਦੀ ਨਹੀਂ,
ਮਾਇਆ ਦਾ ਵੀ ਕੁਝ ਨਹੀਂ ਮਰਦਾ ਹੈ, ਮਾਇਆ ਦਾ ਕੁਛ ਨਹੀਂ ਮਰਦਾ, ਨਾ ਕਿਛ ਆਇਬੋ ਨਾ ਕਿਛ ਜਾਇਬੋ, ਰਾਮ ਕੀ ਦੁਹਾਈ। ਉਹ ਤੱਤ ਵੀ ਇੱਥੇ ਹੀ ਰਹਿੰਦੇ ਨੇ, ਤੱਤ ਵੀ ਨਹੀਂ ਮਰਦੇ, ਤੱਤ ਮਰਨ ਵਾਲੀ ਚੀਜ਼ ਨਹੀਂ ਹੁੰਦੀ। ਹਾਂ ਮਰਦਾ ਕੀ ਹੈ? ਮਰਦਾ ਰੂਪ, ਰੂਪ ਮਰਦਾ ਬਸ, ਰੂਪ ਕੋਈ ਚੀਜ਼ ਹੁੰਦੀ ਹੋ ਨਹੀਂ, ਰੂਪ ਦਾ ਘੜਦਾ ਨਾ, ਮਰਦਾ ਰੂਪ ਹੈ। ਕਿਹਦਾ ਮਰਦਾ ਰੂਪ? ਰੂਪ ਵੀ ਝੂਠਾ ਮਰਦਾ, ਸੱਚਾ ਨਹੀਂ ਮਰਦਾ। ਜਿਹੜਾ ਰੂਪ ਕਰੂਪ ਹੋ ਗਿਆ ਉਹੀ ਮਰਦਾ ਹੈ। ਬੁੱਧੀ ਦੇ ਹੁਣ ਜਿਹੜੇ ਰੂਪ ਬਦਲਦੇ ਨੇ ਕਰੂਪ ਰੂਪ ਨੇ ਤਾਂ ਬਦਲਦੇ ਨੇ, ਜਾਂ ਸਰੂਪ ਹੋ ਜਾਣੇ ਫਿਰ ਨਹੀਂ ਬਦਲ, ਬੇਹੂਦੀ ਬਣ ਜਾਣੀ, ਫਿਰ ਮਰਨਾ ਨਹੀਂ ਇਹਨੇ। ਉਹ ਮਰਨਾ ਜੰਮਣਾ ਕੁਝ ਵੀ ਨਹੀਂ ਹੈਗਾ, ਰੂਪ ਦਾ ਬਦਲਣਾ ਮਰਨਾ ਹੈ। ਪਲ ਪਲ ਮਰਦਾ ਆਦਮੀ, ਸ਼ਕਲ ਬਦਲਦੀ ਹੈ ਮਰਦਾ। ਆਖਰੀ ਸ਼ਕਲ ਦੀ ਫੋਟੋ ਰੱਖ ਲੈਂਦੇ ਅਸੀਂ, ਸਾਹਿਬਜ਼ਾਦਿਆਂ ਦੀ ਫੋਟੋ ਰੱਖਾਂਗੇ, ਕਦੇ ਦਾੜੀ ਵਾਲਿਆਂ ਦੀ ਨਹੀਂ ਰੱਖ ਸਕਦੇ। ਛੋਟੇ ਸਾਹਿਬਜ਼ਾਦਿਆਂ ਦੀ ਫੋਟੋ ਕਦੇ ਦਾੜੀ ਵਾਲਿਆਂ ਦੀ ਬਣਨੀ ਹੋਣੀ ਹੈ, ਸਰੀਰ ਚੋਂ ਛੱਡ ਗਏ ਬਿਨਾਂ ਦਾੜੀ ਤੇ ਬਚਪਨ ਚ, ਇਹੀ ਰਹੂ ਇਹਨਾਂ ਦੀ ਫੋਟੋ, ਆਖਰੀ ਫੋਟੋ ਸੀ। ਸਮਝਿਆ ਨਹੀਂ? ਆਖਰੀ ਰੂਪ ਹੀ ਫਾਈਨਲ ਰੂਪ ਰਹਿ ਜਾਂਦਾ ਹੁੰਦਾ। ਇਹਨਾਂ ਦੀ ਕਿਵੇਂ ਬਣ ਜੂਗੀ ਦਾੜੀ ਵਾਲੀ ਫੋਟੋ? ਇਹ ਹੋਈ ਹੋਈ ਨਹੀਂ, ਇਸ ਕਰਕੇ ਰੂਪ ਬਦਲਦਾ ਰਹਿੰਦਾ, ਉਹ ਮਰਦਾ ਰਹਿੰਦਾ ਨਾ ਹੁੰਦਾ ਰਾ। ਪਹਿਲਾ ਰੂਪ ਨਹੀਂ, ਪਹਿਲਾਂ ਭੁੱਲ ਜਾਂਦੇ ਆ ਲੋਕ। ਆਖਰੀ ਰੂਪ ਜਿਹੜਾ ਹੁੰਦਾ ਉਹੀ ਉਸੇ ਦੀ ਇੰਪੋਰਟੈਂਸ ਰਹਿ ਜਾਂਦੀ ਹੈ। ਦਸਮ ਪਾਤਸ਼ਾਹ ਦੀਆਂ ਬਚਪਨ ਦੀਆਂ ਫੋਟੋਆਂ ਹੋਣਗੀਆਂ, ਬਣਾ ਸਕਦੇ ਨੇ, ਪਰ ਉਹ ਤੇ ਸ਼ਰਧਾ ਨਹੀਂ ਲੋਕਾਂ ਦੀ ਆਖਰੀ ਤੇ, ਉਹ ਤੇ ਨਹੀਂ ਸ਼ਰਧਾ ਹੈ ਬਿਲਕੁਲ ਵੀ ਕਿਸੇ ਦੀ। ਸ਼ਰਧਾ ਅਖੀਰੀ ਫੋਟੋ ਤੇ ਹੋਊਗੀ। ਐਵੇਂ ਕੋ ਨਾਨਕ ਦੀਆਂ ਹੋਣਗੀਆਂ, ਉਹ ਫੋਟੋ ਨੂੰ ਨਹੀਂ ਕੋਈ ਪੁੱਛਦਾ, ਆਖਰੀ ਫੋਟੋ ਨੂੰ ਪੁੱਛਦੇ। ਇੰਪੋਰਟੈਂਟ ਆਖਰੀ ਫੋਟੋ ਦੀ। ਰੂਪ ਤਾਂ ਅਨੇਕਾਂ ਬਦਲੇ ਹੋਣੇ ਨੇ, ਬੱਚੇ ਤੇ ਬਦਲਦੇ ਹੀ ਰਹਿੰਦੇ ਨੇ ਰੂਪ, ਇੰਪੋਰਟੈਂਸ ਆਖਰੀ ਦੀ ਰਹਿੰਦੀ ਹੈ। ਝੂਠ ਦੇ ਰੂਪ ਬਦਲਦੇ ਨੇ, ਸੱਚਾ ਨਹੀਂ ਬਦਲਦਾ ਹੁੰਦਾ। ਮਾਇਆ ਸਰੀਰ ਝੂਠ ਹੈ, ਮਾਇਆ ਹੈ, ਮਾਇਆ ਉਹ ਸਭ ਕੂੜ, ਮਾਇਆ ਕੂੜ ਹੈ, ਝੂਠੀ ਮਾਇਆ। ਇਹਦੇ ਰੂਪ ਬਦਲਦੇ ਨੇ, ਰੋਜ਼ੇ ਬਦਲਦੇ ਨੇ। ਬਦਲਣਾ ਹੀ ਮਰਨਾ ਹੈ, ਬਦਲਣਾ ਮਰਨਾ ਹੀ ਹੈ, ਉਹ ਰੂਪ ਦੁਬਾਰਾ ਆਉਣਾ ਨਹੀਂ। ਹੁਣ ਬੁਢਾਪਾ ਆ ਗਿਆ, ਜਵਾਨੀ ਮੁੜ ਕੇ ਨਹੀਂ ਆਉਣੀ, ਨਹੀਂ ਨਾ ਆਉਣੀ, ਮਰ ਗਈ ਫਿਰ ਉਹ। ਜਵਾਨੀ ਵਾਲੇ ਰੂਪ ਵੀ ਮਰ ਗਏ, ਜਵਾਨੀ ਮਰ ਗਈ ਤੇ ਰੂਪ ਵੀ ਮਰ ਗਏ। ਉਹ ਇਹ ਤਾਂ ਰੋਜ਼ ਮਰਦਾ ਸਰੀਰ, ਤਾਂ ਸਰੀਰ ਦਾ ਰੂਪ ਮਰਦਾ, ਰੂਪ ਤਾਂ ਰੋਜ਼ੇ ਮਰਦਾ ਹੈ। ਇਹ ਚੀਜ਼ ਹੈ ਮਰਨ ਵਾਲੀ ਹੈ, ਰੂਪ। ਹੋਰ ਕੁਛ ਨਹੀਂ ਮਰਦਾ, ਮਰਦਾ ਸਿਰਫ ਰੂਪ। ਬਿਨਸੇਗਾ ਰੂਪ ਵੇਖੇ ਦੁਨੀਆ, ਇਹ ਦੁਨੀਆ ਦੇਖਦੀ ਰਹੂ, ਰੂਪ ਬਿਨਸਦਾ ਰਹੂਗਾ ਔਰ ਬਿਨਸਦਾ ਰਹਿੰਦਾ। ਮੌਤ ਨਹੀਂ ਹੈ ਤੂੰ ਤਾਂ ਜੀਵਨ ਹੈ, ਮੌਤ ਕਾਹਨੂੰ ਹੈ? ਉਹ ਜੀਵਨ ਮੌਤ ਨਹੀਂ ਹੁੰਦੀ, ਜਗ ਜੀਵਨ ਹੈ। ਤੂੰ ਮੌਤ ਕਿੱਥੇ ਹੈ? ਮੌਤ ਨਹੀਂ ਹੈ ਕੋਈ ਵੀ ਚੀਜ਼। ਮੌਤ ਤਾਂ ਸੌਣ ਦਾ ਨਾਮ ਹੈ, ਬੇਹੋਸ਼ੀ ਦਾ ਨਾਮ ਮੌਤ ਹੈ। ਮੌਤ ਨਹੀਂ ਕੁਛ ਵੀ ਹੁੰਦੀ। ਸੌ ਗਿਆ ਉਹ ਨਜ਼ਰ, ਮਰ ਗਿਆ। ਇੱਕ ਦਿਨ ਸੋਵਣ ਹੋਏਗਾ ਲਾਂਬੇ ਕੋੜ ਸੌਂਦਾ ਕਿਉਂ? ਸੌਂਦਾ ਕਿਉਂ? ਸੌਂਦਾ ਕਿਉਂ? ਜਿੰਨਾ ਚਿਰ ਦੇ ਸਿਰ ਤੇ ਭਾਰ ਹੈ ਤਾਂ ਸੌਂਦਾ, ਥੱਕ ਕੇ ਸੌਂਦਾ। ਜਿੰਨਾ ਚਿਰ ਹੋਵੇ ਮੋਹ ਭਰਮ ਔਰ ਭੈ ਦਾ ਭਾਰ ਹੈ, ਉਹਨਾਂ ਚਿਰ ਸੌਂਦਾ। ਜਾਂਦੇ ਲੈ ਜੂ ਇਹਨੇ ਸੌਣਾ ਹੀ ਨਹੀਂ, ਨੀਂਦ ਆਉਣੀ ਉਹਦੀ। ਭਾਰ ਢੋਂਦਾ ਸੌਂਦਾ, ਥੱਕਦਾ। ਉਹਨਾਂ ਚਿਰ ਸੌਂਦਾ ਜਦ ਭਾਰ ਰਹਿਣਾ ਨਹੀਂ, ਇਹਨੇ ਥੱਕਣਾ ਨਹੀਂ, ਨੀਂਦ ਆਉਣੀ ਨਹੀਂ। ਨੀਂਦ ਤਾਂ ਇਹ ਜਿਹੜਾ ਭਾਰ ਢੋਂਦਾ ਨਾ, ਬੋਝਾ ਹੋਵੇ ਮੋਹ ਭਰਮ ਪੈਦਾ, ਉਹ ਤਾਂ ਆਉਂਦੀ ਹੈ ਨੀਂਦ ਨੂੰ। ਨੀਂਦ ਕਿੱਥੋਂ ਆਉਣੀ ਹੈ? ਸਿਆਣੇ ਬੰਦੇ ਨੇ, ਬਜ਼ੁਰਗ ਜਦ ਹੋ ਜਾਂਦੇ ਨੇ, ਕੰਮ ਨਹੀਂ ਕਹਿੰਦੇ ਨੀਂਦ ਕਿੱਥੋਂ ਆਉਣੀ ਹੈ? ਕੰਮ ਤਾਂ ਕੋਈ ਕਰਦੇ ਨਹੀਂ, ਸਾਰਾ ਦਿਨ ਬੈਠੇ ਰਹਿੰਦੇ। ਕੰਮ ਨਾ ਹੋਵੇ, ਚਿੰਤਾ ਨਾ ਹੋਵੇ, ਫਿਕਰ ਨਾ ਹੋਵੇ, ਨੀਂਦ ਕਾਹਦੇ ਨਾਲ ਆਉਣੀ ਹੈ?
ਚਿੰਤਾ ਵਾਲੇ ਨੂੰ ਨਹੀਂ ਆਉਂਦੀ, ਘੱਟ ਆਉਂਦੀ ਹੈ। ਇਸ ਕਰਕੇ ਆਤਮਾ ਨੂੰ ਨੀਂਦ ਕਾਹਦੀ ਆਉਂਦੀ ਹੈ? ਹਉਮੈ ਮੋਹ ਭਰਮ ਪੈ ਭਾਰ, ਤਾਂ ਆਉਂਦੀ। ਨਾ ਸਾਖ ਹੈ ਨਾ ਸੰਕ ਹੈ, ਹਾਂ, ਨਾ ਸਾਖ ਹੈ ਨਾ ਸੰਕ ਹੈ। ਨਾ ਤਾਂ ਤੂੰ ਕਿਸੇ ਦਾ ਸਾਕ ਹੈ, ਕਿਸੇ ਨੂੰ ਜ਼ਿਆਦਾ ਨੇੜੇ ਹੈ, ਸਾਖੂ ਤਾਂ ਜ਼ਿਆਦਾ ਨੇੜੇ, ਨਾ ਕੋਈ ਤੇਰਾ ਸਾਕ ਹੈ। ਦੋ ਹੀ ਪਾਸੇ ਹੋਊ ਗੱਲ ਤਾਂ, ਦੋ ਹੀ ਪਾਸੇ ਗੱਲ ਹੈ। ਜੇ ਉਹ ਸਾਕ ਆ, ਉਹ ਉਹਦਾ ਸਾਕ ਹੈ। ਨਾ ਸ਼ੰਕਾ ਤੈਨੂੰ, ਨਾ ਸੰਕ ਹੈ। ਸ਼ੰਕਾ, ਕੋਈ ਸ਼ੰਕਾ ਨਹੀਂ ਤੇਰੇ ਮਨ 'ਚ, ਕੋਈ ਸ਼ੰਕਾ ਨਹੀਂ। ਜਦੋਂ ਸ਼ੰਕਾ ਨਹੀਂ ਤਾਂ ਨੀਂਦ ਨਹੀਂ ਆਉਂਦੀ। ਨਾ ਸ਼ੰਕਾ ਹੈ, ਨਾ ਜਛ ਹੈ ਨਾ ਗੰਧਰਮ ਹੈ, ਨਾ ਨਰ ਹੈ ਨਾ ਨਾਰ ਹੈ। ਨਾ ਜੱਛ ਹੈ ਨਾ ਗੰਧਰਵ ਹੈ, ਨਾ ਨਰ ਹੈ ਨਾ ਨਾਰ ਹੈ। ਨਾ ਨਾਰ ਹੈ ਨਾ ਨਾਰ ਹੈ। ਸ਼ੰਕਾ ਹੈ, ਸ਼ੰਕਾ ਵੀ ਤੂੰ ਨਹੀਂ ਹੈ। ਸ਼ੰਕਾ ਤੇ ਤੋਂ ਨਹੀਂ ਪੈਦਾ ਹੁੰਦੀ, ਤੂੰ ਸ਼ੰਕਾ ਦਾ ਨਾਸ਼ ਕਰਦਾ। ਮੌਤ ਨਹੀਂ ਹੈ ਤੂੰ, ਤੂੰ ਮੌਤ ਦਾ ਨਾਸ਼ ਕਰਨ ਵਾਲਾ ਹੈ। ਤੇ ਮੌਤ ਆਈ ਹੈ, ਮੌਤ ਦਾ ਤਾਂ ਤੂੰ ਇਲਾਜ ਹੈ, ਮੌਤ ਦੀ ਤਾਂ ਦਵਾਈ ਹੈ ਤੂੰ। ਨਾਮ ਤਾਂ ਮੌਤ ਦੀ ਦਵਾਈ ਹੈ। ਮੌਤ ਕਿੱਥੇ ਹੈ ਫਿਰ? ਮੌਤ ਦੀ ਦਵਾਈ 'ਚ ਮੌਤ ਨਹੀਂ ਹੁੰਦੀ। ਮੌਤ ਦਾ ਤਾਂ ਇਲਾਜ ਹੈ ਨਾ। ਤੇਰੇ ਨਾਲ ਜੁੜ ਕੇ ਤਾਂ ਮੌਤ ਆਉਂਦੀ ਉਹ ਨਹੀਂ ਨੇੜੇ। ਸ਼ੰਕਾ ਵੀ ਨਹੀਂ ਤੇਰੇ ਨਾਲ ਨੇੜੇ। ਸ਼ੰਕਾ ਹੀ ਮੌਤ ਦਾ ਕਾਰਨ ਹੈ, ਪਰ ਮੌਤ ਦਾ ਕਾਰਨ ਹੈ ਜੋਤ ਦਾ ਭਰਮ ਦਾ। ਜੋਤ ਔਰ ਭਰਮ ਦਾ ਆਪਸ ਵਿੱਚ ਵਿਰੋਧ ਹੈ। ਭਰਮ ਕੀ? ਅੰਧਕਾਰ ਹਨੇਰਾ। ਜੋਤ ਕੀ ਲਾਈਟ। ਲਾਈਟ ਔਰ ਹਨੇਰਾ ਇਕੱਠੇ ਕਿਵੇਂ ਰਹਿ ਸਕਦੇ ਨੇ? तो शंका भी नहीं है, मौत भी नहीं है, कहदा साक रिश्तेदार भी नहीं है। हुण रिश्तेदार ने ब्रह्मा विष्णु शिव जी सारिਆਂ ਦੇ देवतियां ਦੇ। असल च सारी फिलॉसफी कट्टी जा रही है मनमत्तां दी। पिछे मनमत्तां दी फिलॉसफी ते कोहड़ा चल रहा है। शिव जी के भी रिश्तेदार ने, विष्णु के भी रिश्तेदार ने, ब्रह्मा के भी रिश्तेदार ने, सारे देवी देवताओं के रिश्तेदार ने। तेरा कोई है नहीं, तू अलग है ना। ते कुछ होर चीज ये नहीं आने तो यह तो है जे आदमी ने जे असी सी। वो सारी गल कट्टी जा रही है पिछे। उत्थे नहीं ध्यान गया इन्हों विद्वानों का भी गल की है, इसकी बैकग्राउंड की है। जो कह रहे ने साख नहीं है, जिन्हों के साख ने वो कौन ने? फिर जिन्हों के पुत्र ने पोते ने या जो भी स्त्री घर वाली है, साख तो है ना। दक्ष प्रजापति है, सारे अपन कुड़ियां दित्तियां, सारियां का रिश्तेदार है ना। वो तो सारा ताना बाना ही साख के विच उलझिया होया। ये तो ये नहीं है, ये सारा ड्रामा उल्टा है। उधर रामचंद्र ले लो, वो भी सारे साख ने। कृष्ण दे भी साख ने। कोई 24 अवतारां दे सारियां दे साख ने, कोई बचिया ही नहीं बिना साख ते। ना जच है ना गंधर्व है। जच गंधर्व ने भगती करने वाले अपने आप को बोलते हैं, ये भी नहीं है। इन्हां दी कुल च भी नहीं है। ना नर है ना नार है, ना आदमी है। आदमी नहीं याद हैगा। आदमी हो तो साख होणगे, आदमी हो तो माँ बाप होणगे, औरत हो तो माँ बाप होणगे, रिश्तेदार होणगे। दो ही चीजा नहीं है, नर और नार बनी है। ना नर है ना नार है। ना जूनी च है नहीं या जूनी च है नहीं। बावजूद है ना कुछ कहने दे, नानक नूं फिर बनाता निरंकार। नानक नूं फिर निरंकार कोशिश करता। बुद्धिहीना की गल है। फिर एड़ा सारी गुरबाणी कही कहाई हुई छिके ढंग दी चक के सारी गल।
ਉਹਨਾਂ ਵਾਲੀ ਗੱਲ ਮੰਨ ਲਈ, ਫਿਰ ਤਾਂ ਉਹਨਾਂ ਦੇ ਲੈਵਲ 'ਚ ਆ ਗਏ ਅਸੀਂ। ਉਹਨਾਂ ਨੂੰ ਉਂਗਲੀ ਉਹਨਾਂ ਵੱਲ ਕਿਵੇਂ ਕਰਾਂਗੇ? ਜਿਹੜੀ ਉਂਗਲੀ ਉਹਨਾਂ ਵੱਲ ਉੱਠਦੀ ਤੀ ਉਹ ਸਾਡੇ ਵੱਲ ਉੱਠਣ ਲੱਗ ਗਈ, ਸਿਰਫ ਇੰਨੀ ਗੱਲ ਤੇ। ਅਸਲ 'ਚ ਘੁਸਪੈਠ ਕਰਕੇ ਉਹਨਾਂ ਉਠਾਈ ਸੀ, ਉਹਨਾਂ ਨੂੰ ਪਤਾ ਸੀ ਵੀ ਉਂਗਲੀ ਫਿਰ ਸਾਡੇ ਵੱਲ ਉੱਠਣ ਤੇ ਆਪੇ ਹਟ ਜੂ, ਨਾਨਕ ਨੂੰ ਨਿਰੰਕਾਰ ਬਣਾ ਦਿਓ। ਇਹ ਸਾਲਾਂ ਦੀ ਚਲਾਕੀ ਸੀ, ਪੰਡਤ ਦੀ ਸਾਜ਼ਿਸ਼ ਸੀ। ਸਾਨੂੰ ਚੰਗੀ ਲੱਗੀ ਉਹ ਵੀ ਚੱਲ ਉਹਨਾਂ ਦੇ ਤਾਂ ਖੰਡਨ ਕੀਤੇ ਹੋਏ ਨੇ, ਸਾਡਿਆਂ ਨੂੰ ਇਹ ਮੰਨਦੇ ਨੇ ਵੀ ਜਦ ਸਾਡਿਆਂ ਨੂੰ ਮੰਨੋਗੇ ਉਹਨਾਂ ਦੇ ਆਪੇ ਜਿਉਂਦੇ ਹੋ ਜਾਣੇ ਨੇ, ਮਰੇ ਹੋਏ ਵੀ। ਉਹ ਮਰੇ ਹੋਏ ਜਿਉਂਦੇ ਹੋ ਗਏ ਸਾਰੇ ਹੀ। ਇਹ ਨਹੀਂ ਇਹਨਾਂ ਨੂੰ ਪਤਾ ਸੀ ਵੀ ਇਹ ਮੰਨਾਂਗੇ ਜਿਉਂਦੇ ਹੋ ਜਾਣਗੇ ਸਾਰੇ। ਉਹ ਸਾਰੇ ਜਿਉਂਦੇ ਕਰ ਲਏ। ਹੁਣ ਘਰ ਘਰ ਗੁਰੂ ਬਣਿਆ ਬੈਠਾ। ਨਾਨਕ ਨੂੰ ਗੁਰੂ ਬਣਾਓਗੇ, ਘਰ ਘਰ ਗੁਰੂ ਬਣੋ, ਤੁਸੀਂ ਬੰਦ ਨਹੀਂ ਕਰ ਸਕਦੇ। ਫਿਰ ਆਦਮੀ ਗੁਰੂ ਹੋ ਗਿਆ, ਡਿਕਲੇਅਰ ਹੋ ਗਿਆ। ਤੁਸੀਂ ਸਾਬਤ ਕਰੋ ਵੀ ਦੂਆ ਗੁਰੂ ਨਹੀਂ। ਹੁਣ ਸਾਬਤ ਕਰੋ ਨਾਨਕ ਗੁਰੂ ਸੀ, ਉਹ ਗੁਰੂ ਹੈ ਨਹੀਂ। ਸਾਬਤ ਕਰੋ। ਸਾਬਤ ਜਦ ਕਰੋਗੇ ਜਾਂ ਕੱਚੀ ਪੱਕੀ ਬਾਣੀ ਦਾ ਪਤਾ ਹੋਊ। ਪੱਕੀ ਬਾਣੀ ਦਾ ਪਤਾ ਲੱਗੂ, ਨਾਨਕ ਗੁਰੂ ਸਾਬਤ ਨਹੀਂ ਹੁੰਦਾ। ਤੇ ਸਿਆਪਾ ਹੈ। ਜਦੋਂ ਗੁਰਬਾਣੀ ਦੀ ਸਮਝ ਆ ਗਈ ਉਦੋਂ ਸਾਬਤ ਹੋ ਜਾਊਗਾ ਵੀ ਨਾਨਕ ਗੁਰੂ ਹੈ ਨਹੀਂ। ਝੂਠੇ ਤੁਸੀਂ ਉਹ ਸਾਬਤ ਹੋਵੋਗੇ, ਫਿਰ ਵੀ ਝੂਠੇ ਸਾਬਤ ਹੋ ਜਾਓਗੇ। ਆਪਣੇ ਜਾਲ ਚਾਪੇ ਫਸ ਗਏ ਸਿੱਖ। ਆਪਣੇ ਜਾਲ ਆਪਣੀ ਅਕਲ ਨਾਲ ਆਪੇ ਫਸ ਗਏ। ਨਾ ਚੋਰ ਹੈ ਨਾ ਸ਼ਾਹ ਹੈ, ਨਾ ਸ਼ਾਹ ਕੋ ਕੁਮਾਰ ਹੈ। ਨਾ ਚੋਰ ਹੈ ਨਾ ਸ਼ਾਹ। ਹੁਣ ਚੋਰ ਦੇ ਨਾਲ ਆਪਾਂ ਸਾਧ ਇਸਤੇਮਾਲ ਕਰਦੇ ਹਾਂ, ਪਰ ਸਾਧ ਹੁੰਦਾ ਨਹੀਂ। ਸਾਧ ਦੇ ਨਹੀਂ ਚੋਰੀ ਚੋਰ ਕਰਦਾ ਹੁੰਦਾ, ਸ਼ਾਹ ਦੇ ਕਰਦਾ ਹੁੰਦਾ। ਸਾਧ ਕੋ ਕੀ ਉਹ ਤਾਂ ਆਪੇ ਵਿਚਾਰਾ ਚੋਰ ਬਣ ਗਿਆ ਪਹਿਲਾਂ ਹੀ। ਨਾ ਚੋਰ ਹੈ ਨਾ ਸ਼ਾਹ ਹੈ। ਦੇਖੋ ਚੋਰ ਦਾ ਉਲਟ ਸ਼ਾਹ ਹੈ। ਨਵੀਂ ਗੱਲ ਹੈ ਇਹ ਸੰਸਾਰ ਤੋਂ। ਆਪਾਂ ਚੋਰ ਔਰ ਸਾਧ ਕਹਿੰਦੇ ਹਾਂ। ਉਹ ਸਾਧ ਕੋ ਕੀ ਹੈ? ਸਾਧ ਦੇ ਚੋਰੀ ਕਰਨ ਉਹਦੇ ਕੋ ਕੀ ਹੈ? ਸਾਧ ਕੋ ਚੋਰ ਕੋ ਤਾਂ ਜੋ ਕੁਛ ਹੋਊ, ਸਾਧ ਕੋ ਤਾਂ ਕੱਪੜੇ ਵੀ ਨਹੀਂ ਹੁੰਦੇ। ਸਮਝਿਆ? ਇਸ ਕਰਕੇ ਨਾ ਚੋਰ ਹੈ ਨਾ ਸ਼ਾਹ ਹੈ। ਸ਼ਾਹ ਦੇ ਜਿਹੜਾ ਕੋਈ 10-4 ਪੈਸੇ ਵਾਲਾ ਉਸ ਦੇ ਜਾਊ ਚੋਰ। ਨਾ ਸ਼ਾਹ ਹੈ ਨਾ ਸ਼ਾਹ ਕੋ ਕੁਮਾਰ ਹੈ। ਨਾ ਸ਼ਾਹ ਦਾ ਕੋਈ ਲੜਕਾ ਕੁਮਾਰ ਹੈ। ਸ਼ਾਹ ਦੇ ਕੁਮਾਰਾਂ ਦੀਆਂ ਕਹਾਣੀਆਂ ਹੋਈਆਂ ਨੇ ਨਾ। ਸ਼ਾਹ ਦਾ ਕੁਮਾਰ ਭਲਾ ਕੌਣ ਸੀ? ਸ਼ਾਹ ਦੇ ਕੁਮਾਰ ਬਹੁਤ ਸਾਰੇ ਆਏ ਹੋਏ ਨੇ। ਸ਼ਾਹ ਕੌਣ ਸੀ? ਪਹਿਲਾਂ ਸ਼ਾਹ ਮੁਹੰਮਦ ਸ਼ਾਹ ਜਿਹੜਾ ਹੈ ਨਾ, ਇਹ ਸ਼ਾਹ ਨੇ ਸਾਰੇ ਇਹਨਾਂ ਨਾਲ ਲੱਗਿਆ ਹੋਇਆ। ਨਾ ਸ਼ਾਹ ਕੋ ਕੁਮਾਰ ਹੈ। ਮੁਸਲਮਾਨਾਂ ਦੇ ਸ਼ਾਹ ਲੱਗਿਆ ਹੋਇਆ ਸਾਰਿਆਂ ਦੇ ਨਾਲ। ਬਹੁਤ ਬਰੀਕੀ ਨਾਲ ਕੱਟੀ ਹੋਈ ਹੈ ਗੱਲ ਸ਼ਾਹ ਕੋ ਕੁਮਾਰ ਕਹਿ ਕੇ। ਨਾ ਕੋ ਮੁਹੰਮਦ ਸ਼ਾਹ ਦਾ ਲੜਕਾ, ਉਹਦਾ ਉੱਤਰਾਧਿਕਾਰੀ ਚੇਲਾ। ਸਾਰੇ ਮੁਸਲਮਾਨਾਂ ਦੇ ਸ਼ਾਹ ਲੱਗੇ ਹੋਏ ਨੇ। ਨਾ ਨੇ ਹੈ ਨਾ ਗੇ ਹੈ। ਨਾ ਨੇ ਹੈ ਨਾ ਗੇ ਹੈ। ਨਾ ਗੇ ਹੈ। ਨਾ ਦੇ ਕੋ ਬਣਾਓ ਹੈ। ਨਾ ਦੇ ਕੋ ਬਣਾਓ ਹੈ। ਨਾ ਤਾਂ ਤੇਰਾ ਕੋਈ ਘਰ ਹੈ, ਨਾ ਤੇਰਾ ਘਰ ਨਾ ਕੋਈ ਪ੍ਰੇਮ ਲਗਾਓ ਹੈ। ਦੇ ਲਗਾਓ ਹੁੰਦਾ। ਨਾ ਕੋਈ ਤੇਰਾ ਖਾਸ ਘਰ ਹੈ, ਨਾ ਉਹਦੇ ਨਾਲ ਲਗਾਓ ਹੈ। ਨਾ ਤੇਰਾ ਕੋਈ ਸਰੀਰ ਹੈ। ਦੇ ਨਾ ਦੇ ਕੋ ਬਣਾਓ ਹੈ। ਨਾ ਦੇ ਕੋ ਬਣਾਓ ਹੈ। ਨਾ ਕੋਈ ਦੇ ਦੀ ਬਣਾਵਟ ਹੈ। ਦੇ ਦੀ ਬਣਾਵਟ ਵੀ ਕੋਈ ਨਹੀਂ। ਨਾ ਛਲ ਹੈ ਨਾ ਛਿਦਰ ਹੈ, ਨਾ ਛਲ ਕੋ ਮਿਲਾਓ ਹੈ। ਨਾ ਛਲ ਹੈ ਨਾ ਛਿਦਰ ਹੈ, ਨਾ ਛਾਲ ਕੋ ਮਿਲਾਓ ਹੈ। ਦੇਖੋ ਹੁਣ ਕ੍ਰਿਸ਼ਨ ਦੇ ਵਾਰੀ ਹੈ। ਛੜੀਆ ਨਾ ਕ੍ਰਿਸ਼ਨ, ਛੜੀਆ ਕਹਿੰਦਾ ਨਾ ਕ੍ਰਿਸ਼ਨ ਨੂੰ। ਨਾ ਛਲ ਹੈ ਨਾ ਛਿਦਰ ਹੈ, ਨਾ ਛਲ ਰੂਪ ਨਹੀਂ ਹੈ ਤੂੰ ਬਿਲਕੁਲ ਵੀ। ਔਰ ਤੇਰੇ 'ਚ ਕੋਈ ਕਮੀ ਵੀ ਨਹੀਂ ਹੈ ਜੀ ਛਲ ਕਰਨ ਵਾਲੀ। ਨਾ ਛਲ ਕੋ ਮਿਲਾਓ ਹੈ। ਤੇਰੇ ਵਿੱਚ ਛਲ ਦੀ ਤਾਂ ਮਿਲਾਵਟ ਵੀ ਨਹੀਂ ਹੈ। ਛਲ ਤਾਂ ਛਲ, ਮਿਲਾਵਟ ਵੀ ਨਹੀਂ ਉਹਦਾ। ਛਲ ਦੀ ਮਿਲਾਵਟ ਵੀ ਨਹੀਂ। ਨਾ ਤੰਤਰ ਹੈ ਨਾ ਮੰਤਰ ਹੈ, ਨਾ ਜੰਤਰ ਕੋ ਸਰੂਪ ਹੈ। ਉਹ ਜਿਹੜੇ ਤੰਤਰ ਮੰਤਰ ਵਾਲੇ ਜਿੰਨੇ ਵੀ ਨੇ, ਨਾ ਤੰਤਰ ਹੈ ਨਾ ਮੰਤਰ ਹੈ, ਨਾ ਜੰਤਰ ਕੋ ਸਰੂਪ ਹੈ। ਨਾ ਜੰਤਰ ਕੋ ਸਰੂਪ ਹੈ। ਜੰਤਰ ਦੇ ਸਰੂਪ ਹੁੰਦੇ ਨੇ। ਜਿਹੜਾ ਜੰਤਰ ਦਿੰਦੇ ਨੇ ਕੋਈ ਚੀਜ਼, ਜਿਵੇਂ ਉਹ ਦਿੰਦੇ ਨੇ ਰੁਦਰਾਕਸ਼, ਉਹ ਇਹ ਜੰਤਰ ਨੇ ਸਭ। ਕੋਈ ਅੰਗੂਠੀ ਦਾ ਨਾਗ ਦਿੰਦਾ, ਕੋਈ ਕੁਛ, ਇਹ ਜੰਤਰ ਨੇ ਸਭ। ਨਾ ਕੋਈ ਜੰਤਰ ਕੋ ਸਰੂਪ ਹੈ। ਨਾ ਰਾਗ ਹੈ ਨਾ ਰੰਗ ਹੈ। ਨਾ ਰਾਗ ਹੈ
ਨਾ ਰੰਗ ਹੈ ਨਾ ਰਾਗ ਦੇ ਵਿੱਚ ਕੋਈ ਰੰਗਤ ਹੈ। ਰਾਗ ਨਹੀਂ ਹੈ, ਰਾਗ ਰੂਪ ਨਹੀਂ ਹੈ। ਨਾ ਰਾਗ ਦਾ ਰੰਗ ਹੈ। ਰਾਗ ਦਾ ਰੰਗ ਆਵਾਜ਼ ਦਾ ਰੰਗ ਹੁੰਦਾ, ਸ਼ਬਦ ਦਾ ਰੰਗ ਰਾਗ ਦਾ ਰੰਗ ਹੁੰਦਾ। ਸਰੀਰ ਦਾ ਰੰਗ ਅੱਖਾਂ ਨਾਲ ਦਿਖਦਾ, ਸ਼ਬਦ ਦਾ ਰੰਗ ਕੰਨਾਂ ਨਾਲ ਸੁਣਿਆ ਜਾਂਦਾ। ਸ਼ਬਦ ਵਿੱਚ ਉਹਦਾ ਰੰਗ ਹੁੰਦਾ ਨਾ। ਸ਼ਬਦ ਬਾਣੀ ਆਪਣਾ ਰੰਗ ਚਾੜਦੀ ਹੈ ਨਾ। ਸ਼ਬਦ ਦਾ ਰੰਗ ਸ਼ਬਦ ਦਾ ਗਿਆਨ ਹੁੰਦਾ। ਸ਼ਬਦ ਵਿੱਚ ਜੋ ਗਿਆਨ, ਚਾਹੇ ਉਹ ਰਾਗ ਦਾ ਗਿਆਨ ਹੋਵੇ, ਚਾਹੇ ਉਹ ਕਾਸੇ ਦਾ ਗਿਆਨ ਹੋਵੇ, ਸ਼ਬਦ ਦੇ ਵਿੱਚ ਜੋ ਗਿਆਨ, ਚਾਹੇ ਸੁਰ ਦਾ ਗਿਆਨ ਹੋਵੇ, ਸੁਰ ਦੀ ਵੀ ਸਮਝ ਹੁੰਦੀ ਹੈ। ਕੋਈ ਵੀ ਗਿਆਨ ਹੋਵੇ ਸ਼ਬਦ ਦੇ ਵਿੱਚ, ਉਹਦਾ ਰੰਗ ਹੁੰਦਾ। ਨਾ ਰੂਪ ਹੈ ਨਾ ਰੇਖ ਹੈ। ਨਾ ਰੂਪ ਹੈ ਨਾ ਰੇਖ ਹੈ। ਤੇਰਾ ਕੋਈ ਰੂਪ ਨਹੀਂ, ਕੋਈ ਰੇਖਾ ਨਹੀਂ ਤੇਰੀ। ਨਾ ਕਰਮ ਹੈ ਨਾ ਧਰਮ ਹੈ। ਨਾ ਕਰਮ ਹੈ ਕੋਈ, ਤੂੰ ਕਰਮ ਨਹੀਂ ਹੈ ਕੋਈ। ਨਾ ਕੋਈ ਕਰਮ ਕਰਦਾ, ਨਾ ਤੂੰ ਕਰਮ ਰੂਪ ਹੈ। ਨਾ ਧਰਮ ਹੈ। ਧਰਮ ਵੀ ਕੋਈ ਨਹੀਂ ਤੇਰਾ। ਧਰਮ ਤਾਂ ਸਾਡਾ ਹੁੰਦਾ ਹੈ। ਧਰਮ ਤਾਂ ਉਹਦਾ ਹੁੰਦਾ ਹੈ ਜਿਹੜਾ ਪੌੜੀਆਂ ਚੜ੍ਹ ਰਿਹਾ। ਤੂੰ ਤਾਂ ਸਿਰੇ ਤੇ ਖੜਾ। ਧਰਮ ਹੁੰਦਾ ਪੌੜੀਆਂ ਚੜ੍ਹਨੀਆਂ। ਜਿਹੜਾ ਥੱਲੇ ਡਿੱਗਿਆ ਪੌੜੀਆਂ ਉਹਨੇ ਚੜ੍ਹਨੀਆਂ ਨੇ, ਜਿਹੜਾ ਖੜੇ ਉੱਤੇ ਉਹਨੇ ਪੌੜੀਆਂ ਕੀ ਚੜ੍ਹਨੀਆਂ ਨੇ। ਧਰਮ ਤਾਂ ਧਾਰਨ ਕਰਕੇ ਤੇਰੇ ਵੱਲ ਨੂੰ ਜਾ ਰਹੇ ਨੇ ਲੋਕ। ਜਿਹੜੇ ਤੇ ਤੋਂ ਵਿਛੜੇ ਹੋਏ ਨੇ ਉਹ ਜਾ ਰਹੇ ਨੇ। ਥੱਲੇ ਡਿੱਗ ਪਏ, ਉੱਤੇ ਨੂੰ ਚੜ੍ਹ ਰਹੇ ਨੇ। ਉੱਤੇ ਨੂੰ ਚੜ੍ਹਨਾ ਧਰਮ ਹੁੰਦਾ। ਜਿਹੜੀ ਉਚਾਈ ਤੋਂ ਥੱਲੇ ਡਿੱਗੇ ਨਾ, ਉਹ ਉਚਾਈ ਤੇ ਨੂੰ ਜਾ ਰਹੇ ਨੇ। ਧਰਮ ਇਹ ਹੈ। ਤੈਨੂੰ ਧਰਮ ਦੀ ਕੀ ਲੋੜ ਹੈ? ਤੇਰਾ ਕੋਈ ਧਰਮ ਨਹੀਂ ਹੈ, ਸਾਰੇ ਧਰਮ ਤੇਰੇ ਹੀ ਨੇ। ਤੇਰੇ ਵੱਲੋਂ ਜਾ ਰਹੇ ਨੇ, ਤੈਨੂੰ ਲੋਚਦੇ ਨੇ ਸਾਰੇ ਧਰਮ। ਸਮਝ ਜਿਹੀ ਜੀ ਆਪਣੀ ਆਪਣੀ ਸਮਝ, ਆਪਣੀਆਂ ਆਪਣੀਆਂ ਜਾਂਦੇ ਤੇਰੇ ਵੱਲੋਂ ਨੇ ਸਾਰੇ। ਚਾਹੁੰਦੇ ਸਾਰੇ ਤੈਨੂੰ ਨੇ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਪਿੰਨ ਪਿੰਨ ਤੋਂ ਤੇਤੀ। ਪਿੰਨ ਪਿੰਨ ਧਰਮਾਂ ਨੇ ਤੇਰਾ ਉਹ ਜਿਹਾ ਵਰਣਨ ਕਰਤਾ, ਉਹ ਜਿਹੀ ਸੋਝੀ ਦੇਤੀ ਜਿੰਨੀ ਕੋ ਨਾ ਕੋ ਬੁੱਧੀ ਸੀ। ਅਜਨਮ ਹੈ ਅਭੇਗ ਹੈ। ਅਜਨਮ ਹੈ, ਜਨਮ ਤੇਰਾ ਹੁੰਦਾ ਹੀ ਨਹੀਂ। ਇਸ ਕਰਕੇ ਤੇਰਾ ਕੋਈ ਸਰੀਰ ਵੀ ਹੈ ਨਹੀਂ, ਅਭੇਗ ਹੈ। ਭੇਖ ਵੀ ਕੋਈ ਨਹੀਂ। ਸਰੀਰ ਤੇ ਭੇਖ ਧਾਰਨ ਹੋਊ। ਜਿੰਨੇ ਸੰਸਾਰ ਦੇ ਧਰਮਾਂ ਦੇ ਭੇਖ ਨੇ, ਕੋਈ ਵੀ ਭੇਖ ਤੇਰਾ ਨਹੀਂ ਹੈ। ਇਹ ਭਲੇਖਾ ਕਰਦਾ ਵੀ ਖਾਲਸਾ ਕਹੇ ਸਾਡਾ ਭੇਖ ਹੈ, ਇਹ ਵੀ ਉਹਦਾ ਭੇਖ ਨਹੀਂ ਹੈ। ਇਹ ਤਾਂ ਵਰਦੀ ਹੈ। ਇਹਦਾ ਸਿਰਫ ਇੰਨਾ ਹੀ ਹੈ ਵੀ ਅਸੀਂ ਸੱਚ ਦੇ ਝੰਡਾ ਬਰਦਾਰ ਹਾਂ, ਬਸ। ਸੱਚ ਨੂੰ ਹਾਈਲਾਈਟ ਕਰਨਾ, ਅਸੀਂ ਸੱਚੇ ਧਰਮ ਨੂੰ ਹਾਈਲਾਈਟ ਕਰਨਾ। ਸੱਚੀ ਮਾਤਾ ਨਾ ਨਾਨਕ ਦੀ, ਇਹ ਜਿਹੜੀ ਵੀ ਮਾਤਾ ਗੁਰਮਾਤਾ, ਨਾਨਕ ਦੀ ਮਾਤਾ ਖਰ ਨਹੀਂ ਹੈ। ਨਾਨਕ ਨੇ ਮੱਤ ਲਈ ਹੈ, ਮੱਤ ਪਰਮੇਸ਼ਰ ਦੀ ਹੈ। ਨਾਨਕ ਨੇ ਮੱਤ ਧਾਰਨ ਕੀਤੀ ਹੈ। ਕਬੀਰ ਨੇ ਵੀ ਧਾਰਨ ਕੀਤੀ ਹੈ। ਸਾਰਿਆਂ ਨੇ ਮੱਤ ਲਈ ਹੈ। ਜੇ ਮੱਤ ਲਈ ਜੈਦੇਵ ਮੱਤਾ ਲਈਆਂ ਨੇ ਉਹਨਾਂ ਨੇ। ਨਾ ਤਾਤ ਹੈ ਨਾ ਮਾਤ ਹੈ। ਨਾ ਤਾਤ ਹੈ ਨਾ ਮਾਤ ਹੈ। ਨਾ ਕਿਸੇ ਦਾ ਪਿਓ ਹੈ, ਨਾ ਕਿਸੇ ਦੀ ਮਾਂ ਹੈ, ਨਾ ਤੇਰਾ ਮਾਂ ਪਿਓ ਹੈ ਕੋਈ। ਤੇਰਾ ਵੀ ਮਾਂ ਪਿਓ ਨਹੀਂ, ਤੂੰ ਵੀ ਕਿਸੇ ਦਾ ਮਾਂ ਪਿਓ ਨਹੀਂ। ਇਹੋ ਜਿਹਾ ਮਾਂ ਪਿਓ ਜਿਹਾ ਸੰਸਾਰ ਹੁੰਦਾ। ਅਸਲ ਦੇ ਵਿੱਚ ਜੇ ਕਿਸੇ ਨੂੰ ਕਹੀਏ ਨਾ, ਆਤਮਾ ਦੂਏ ਦਾ ਮਾਂ ਪਿਓ ਨਹੀਂ ਹੁੰਦੀ ਕੋਈ ਵੀ। ਪਰਮੇਸ਼ਰ ਵੀ ਕਿਸੇ ਆਤਮਾ ਦਾ ਮਾਂ ਪਿਓ ਨਹੀਂ। ਇਹ ਵੀ ਗੱਲ ਗਲਤ ਹੈ। ਜੋ ਸਭ ਦੀ ਬਰਾਬਰ ਹੈ। ਜੇ ਅਸੀਂ ਉਹਨੂੰ ਕਹਿੰਦੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਆਪਣੇ ਅੰਦਰਲੇ ਨੂੰ ਕਹਿੰਦੇ ਆ ਗੱਲ, ਕਿਸੇ ਬਾਹਰ ਨਹੀਂ ਕਹਿੰਦੇ। ਦਾਲ ਕਿੱਥੋਂ ਹੋਈ ਹੈ? ਜੇ ਤਾਂ ਦਾਲ ਹੋਈ ਹੈ ਉਹੀ ਪਿਤਾ ਮਾਤਾ। ਇਹਦਾ ਮੂਲ ਇਹਦਾ ਪਿਤਾ ਮਾਤਾ ਹੈ। ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਪਰਮੇਸ਼ਰ ਪਿਤਾ ਮਾਤਾ ਹੈ। ਇਹ ਗੱਲ ਗਲਤ ਹੈ। ਉਹਨੇ ਤਾਂ ਸੋਝੀ ਦਿੱਤੀ ਹੈ ਪਰਮੇਸ਼ਰ ਨੇ ਤਾਂ ਵੀ ਤੇਰਾ ਮਾਤਾ ਪਿਤਾ ਕੌਣ ਹੈ। ਸੰਸਾਰੀ ਮਾਤਾ ਪਿਤਾ ਹੈ ਨਹੀਂ। ਆਪਣਾ ਮੂਲ ਪਛਾਣ ਦੇਖੋ। ਕਿਸੇ ਵੀ ਟਾਹਣੀ ਦਾ, ਸ਼ਾਖਾ ਦਾ ਮਾਤਾ ਪਿਤਾ ਕੌਣ? ਉਹਦਾ ਮੂਲ ਹੁੰਦਾ ਨਾ। ਉਹਦਾ ਮੂਲ ਮਾਤਾ ਪਿਤਾ ਹੁੰਦਾ। ਜਿਹੜੀ ਉਹਦੀ ਜੜ ਹੈ ਉਹੀ ਮਾਤਾ ਪਿਤਾ। ਜੜ ਤੋਂ ਪੁੱਟਿਆ ਹੋਇਆ ਸਭ ਕੁਛ, ਬਸ ਮੂਲ ਮਾਤਾ ਪਿਤਾ। ਪਰਮੇਸ਼ਰ ਨਹੀਂ ਮਾਤਾ ਪਿਤਾ ਹੋ ਸਕਦਾ ਕਿਸੇ ਦਾ। ਉਹ ਹੋਰ ਫੰਕਸ਼ਨ ਹੈ ਅੱਲਾ।
ਇੱਥੇ ਆ ਕੇ ਵੀ ਫਰਕ ਪੈ ਜਾਊਗਾ। ਮਾਤਾ ਪਿਤਾ ਕਹੀਏ ਕਿਵੇਂ ਮਾਤਾ ਪਿਤਾ ਕਿਵੇਂ ਜੋਤ ਪੈਦਾ ਕੀਤੀ, ਇਹ ਤਾਂ ਕੋਈ ਬਸ ਜਿਹੜੇ ਜਾਗੇ ਨਹੀਂ ਉਹਨਾਂ ਨੂੰ ਜਗਾ ਰਹੇ ਨੇ। ਬਾਕੀ ਉਹਨਾਂ ਦੀ ਜਿਹੜੀ ਇਕੱਠੀ ਇੱਕ ਆਵਾਜ਼ ਹੈ ਸਮੁੱਚੀ ਹੁਕਮ, ਉਹਦਾ ਨਾਮ ਪਰਮੇਸ਼ਰ ਹੈ। ਉਹਨੂੰ ਕਹਿੰਦੇ ਆ ਪਰਮ ਈਸ਼ਵਰ। ਈਸ਼ਰ ਕੱਲੇ ਕੱਲੇ ਨੇ ਸਾਰੇ ਭਗਤ। ਜਿਹੜਾ ਈਸ਼ਰ ਲਫ਼ਜ਼ ਹੈ ਨਾ, ਗਾਵਣ ਤੂਤ ਨੂੰ ਈਸ਼ਰ ਬ੍ਰਹਮਾ ਦੇਵੀ ਸੁਣ ਤੇਰੇ ਸਦਾ ਸਵਾਰੇ। ਜਿਹੜੇ ਸਵਾਰੇ ਹੋਏ ਨੇ ਉਹੀ ਤੈਨੂੰ ਗਾਉਂਦੇ ਨੇ, ਬਾਕੀ ਨਹੀਂ ਗਾਉਂਦੇ। ਭਗਤ ਸਾਰੇ ਈਸ਼ਰ ਨੇ, ਭਗਤ ਸਾਰੇ ਬ੍ਰਹਮਾ ਨੇ, ਭਗਤੇ ਸਾਰੇ ਦੇਵੀ ਨੇ। ਦੇਵੀ ਆ ਭਗਵਤੀ ਦੇਵੀ, ਹੋਰ ਕੀ ਹੈ। ਗਾਵਣ ਤੂਤ ਨੂੰ ਈਸ਼ਰ ਬ੍ਰਹਮਾ ਦੇਵੀ। ਈਸ਼ਰ ਕਹਿ ਲਓ, ਬ੍ਰਹਮਾ ਕਹਿ ਲਓ, ਚਾਹੇ ਦੇਵੀ ਕਹਿ ਲਓ, ਇੱਕੋ ਹੀ ਗੱਲ ਹੈ। ਸੋਹਣ ਤੇਰੇ ਸਦਾ ਸਮਾਰੇ। ਜਿਹੜੇ ਸੋ ਰਹੇ ਨੇ ਸੱਚਖੰਡ ਦੇ ਵਿੱਚ ਤੇ ਸਦਾ ਹੀ ਸਮਾਰੇ ਹੋਏ ਨੇ, ਜਿਹੜੇ ਤੇਰੇ ਸਦਾ ਵਾਸਤੇ ਸਮਾਰਤੇ। ਆਹ ਅਰਥ ਇਹਦਾ। ਉਹ ਤੇ ਦੇਵੀ ਨਾਲ ਆਇਆ ਹੋਇਆ ਜਪਜੀ ਸਾਹਿਬ ਦੇ। ਇਹਨਾਂ ਨੂੰ ਨਹੀਂ ਪਤਾ ਵੀ ਦੇਵੀ ਕਦ ਆ ਗਿਆ, ਕੀ ਹੋ ਗਿਆ, ਕੀ ਨਹੀਂ ਹੋ ਗਿਆ। ਦੇਵੀ ਤਾਂ ਪਹਿਲਾਂ ਆ ਗਿਆ। ਉਹ ਦੇਵੀ ਨੂੰ ਕਿੱਥੇ ਲੈ ਕੇ ਜਾਓਗੇ? ਉਹੀ ਦੇਵੀ ਆ। ਕਾਵਣ ਤੂੰ ਈਸ਼ਰ ਬ੍ਰਹਮਾ ਨਾ ਨਾਰ ਹੈ। ਉਹ ਇਹਦਾ ਨਾਂ ਨੇ, ਦੋਏ ਨਾਂ ਨੇ। ਦੇਵੀ ਵੀ ਨਾਂ ਹੈ, ਈਸ਼ਰ ਬ੍ਰਹਮਾ ਵੀ ਉਹਦਾ ਹੀ ਨਾਂ। ਦੇਵੀ ਕਾਹਦਾ ਸਿਰਫ, ਈਸ਼ਰ ਬ੍ਰਹਮਾ ਕਾਹਦਾ। ਈਸ਼ਰ ਬ੍ਰਹਮਾ ਤਾਂ ਹੈ ਜਾਂ ਕਿਸੇ ਨੂੰ ਕੋਈ ਦੇ ਨਹੀਂ ਰਿਹਾ, ਜਾਂ ਕਿਸੇ ਨੂੰ ਗਿਆਨ ਦੇ ਰਿਹਾ, ਦੇਵੀ ਹੈ। ਦੇਵੀ ਦੇਣ ਵੇਲੇ ਹੈ ਨਾ, ਦੇਣ ਵੇਲੇ ਦੇਵੀ ਹੈ ਨਾ। ਦੇਵਾ ਦੇਵੀ, ਦੇਵਾ ਮਤਲਬ ਦੇਣ ਵਾਲਾ, ਦੇਵੀ ਦੇਣ ਵਾਲੀ। ਪਰ ਉਹਨਾਂ ਦਾ ਮਿੱਟੀ ਕੇ ਕਰ ਲੈ, ਮਿੱਟੀ ਕੇ ਮਾਟੀ ਕੇ ਕਰ ਦੇਵਾ ਦੇਵੀ। ਤੁਸੀਂ ਤਾਂ ਮਿੱਟੀ ਦੇ ਬਣਾ ਲੈ, ਮਿੱਟੀ ਦਾ ਤੁਹਾਨੂੰ ਕਿਹਦੇ ਦੇਵਾ ਦੇਵੀ। ਉਹਨਾਂ ਨੂੰ ਤਾਂ ਭਾਊ ਵੀ ਤੁਹਾਨੂੰ ਆਪੇ ਲਾਉਣਾ ਪੂਰਾ, ਉਹਨਾਂ ਨੇ ਕੋਖਣ। ਅਖਿਆਲ ਅਖੰਡ ਰੂਪ ਹੈ। ਅਖਿਆਲ ਅਖੰਡ ਰੂਪ ਹੈ। ਅਖਿਆਲ ਹੈ, ਅਫੁਰ ਰੂਪ ਹੈ। ਅਫੁਰ ਅਖਿਆਲ ਦੇਖੋ, ਖਿਆਲ ਲਫ਼ਜ਼ ਲਿਖੇ, ਉਰਦੂ ਦਾ ਲਫ਼ਜ਼ ਹੈ ਖਿਆਲ। ਉਹ ਖਿਆਲ, ਖਿਆਲ ਜਦੋਂ ਰਹਿਤ ਹੁੰਦਾ ਨਾ, ਜਦ ਤੇਰੇ 'ਚ ਕੋਈ ਕਲਪਨਾ ਹੁੰਦੀ ਹੋਈ ਨਹੀਂ, ਸੁਰਨ ਸਮਾਧ ਹੁੰਦਾ, ਅਖੰਡ ਰੂਪ ਹੈ। ਅਖੰਡ ਰੂਪ ਹੈ। ਉਹ ਵੀ ਤੂੰ ਦੇ ਦੋ ਰੂਪ ਨੇ ਤੇਰੇ। ਅਖਿਆਲ ਅਖੰਡ ਰੂਪ ਵੀ ਹੈ। ਗਾਂ ਖਿਆਲ ਵੀ ਆ ਜਾਣਾ। ਸਹਿਜ ਸਮਾਧ ਦੇ ਵਿੱਚ ਖਿਆਲ ਰੂਪ ਹੈ, ਅਖੰਡ ਰੂਪ ਹੈ। ਸੁਰਨ ਸਮਾਧ ਦੇ ਵਿੱਚ ਅਖਿਆਲ ਅਖੰਡ ਰੂਪ। ਸਹਿਜ ਸਮਾਧ ਦੇ ਵਿੱਚ ਖਿਆਲ ਹੈ, ਪਰ ਉਹ ਖਿਆਲ ਪਰਉਪਕਾਰ ਦਾ ਹੈ, ਕਿਸੇ ਵਾਸਤੇ ਹੈ, ਪਰਉਪਕਾਰ ਵਾਸਤੇ, ਆਪਣੇ ਵਾਸਤੇ ਨਹੀਂ। ਸਾਡੇ ਜਿਹੜੇ ਖਿਆਲ ਨੇ ਖੁਦਗਰਜ਼ੀ ਦੇ ਨੇ ਆਦਮੀ ਦੇ, ਉਹਦਾ ਖੁਦਗਰਜ਼ੀ ਦਾ ਖਿਆਲ ਨਹੀਂ ਹੈ। ਖੁਦਗਰਜ਼ੀ ਦੇ ਖਿਆਲ ਖੰਡਿਤ ਹੁੰਦੇ ਨੇ, ਪਰਉਪਕਾਰ ਦਾ ਖਿਆਲ ਖੰਡਿਤ ਨਹੀਂ ਹੁੰਦਾ। ਅੱਗੇ ਆਊਗਾ। ਹਾਂ, ਅਛੇਦ ਹੈ ਅਭੇਦ ਹੈ। ਅਛੇਦ ਹੈ ਅਭੇਦ ਹੈ। ਬਰੀਕੀਆਂ ਬਹੁਤੀਆਂ ਜ਼ਿਆਦਾ ਨੇ ਇਹਦੇ ਵਿੱਚ। ਉੱਥੇ ਨਾ ਅਖਿਆਲ ਲਫ਼ਜ਼ ਨਮਾ ਆ ਗਿਆ। ਅਖਿਆਲ ਅਖੰਡ ਰੂਪ ਹੈ। ਜਦ ਖਿਆਲ ਹੈ ਉਹ ਵੀ ਅਖੰਡ ਰੂਪ ਹੈ। ਦੋ ਆ ਗਏ, ਖਿਆਲ ਵੀ ਹੈ, ਅਖਿਆਲ ਵੀ ਹੈ। ਸੁਰਨ ਸਮਾਧ ਵੀ ਹੈ, ਸਹਿਜ ਸਮਾਧ ਵੀ ਹੈ। ਸੁਰਨ ਸਮਾਧ ਹੈ, ਅਖਿਆਲ ਹੈ, ਜਾਂ ਸਹਿਜ ਸਮਾਧ ਹੈ। ਸੱਸਾ ਸਭ ਜਗ ਸਹਿਜ ਉਪਾਇਆ। ਜਾਂ ਸਹਿਜ ਰੂਪ ਦੇ ਵਿੱਚ ਸੰਸਾਰ ਉਪਾਇਆ, ਫਿਰ ਤਾਂ ਖਿਆਲ ਹੈ। ਸਾਰਿਆਂ ਦਾ ਖਿਆਲ ਨਹੀਂ ਰੱਖਦਾ, ਸਾਰਿਆਂ ਦਾ ਖਿਆਲ ਨਹੀਂ ਰੱਖਦਾ। ਫਿਰ ਹੁਣ ਖਿਆਲ ਰੂਪ 'ਚ ਹੈ, ਹੁਣ ਵੀ ਅਖੰਡ ਹੈ। ਜਿਹੜਾ ਉਹਦੀ ਸੋਚ ਆ ਉਹਨੂੰ ਕੋਈ ਖੰਡਿਤ ਨਹੀਂ ਕਰ ਸਕਦਾ। ਜੋ ਚਾਹੁੰਦਾ ਹੋ ਜਾਂਦਾ ਹੈ। ਜਦ ਖਿਆਲ ਨਹੀਂ ਹੁੰਦਾ, ਜਦ ਉਹਦੀ ਜੋਤ, ਜਦ ਉਹਦਾ ਧਿਆਨ ਕੋਈ ਤੋੜ ਨਹੀਂ ਸਕਦਾ। ਹੁਣ ਜੋ ਕਰਨਾ ਚਾਹੁੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ। ਹੁਣ ਜੋ ਕਰਨਾ ਚਾਹੁੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ। ਜਦੋਂ ਸੁਰਨ ਸਮਾਧ ਹੋ ਜਾਂਦਾ ਉਹਨੂੰ ਫਿਰ ਕੋਈ ਜਗਾ ਨਹੀਂ ਸਕਦਾ। ਅਛੇਦ ਹੈ ਅਭੇਦ ਹੈ। ਆ ਜਿਹੜੇ ਹੁਣ ਸੁਰਨ ਸਮਾਧ ਨੂੰ ਜਗਾਵੇ ਕੌਣ? ਤਾਂ ਇਹਦਾ ਜਗਦੇ ਨਹੀਂ। ਦੋ ਰੂਪ ਹੁਣ ਵੀ ਹੈਗੇ ਨੇ ਨਾ।
ਹੁਣ ਸੁਣ ਵੀ ਨੇ ਸਹਿਜ ਵੀ ਨੇ। ਅਛੇਦ ਹੈ ਅਭੇਦ ਹੈ। ਅਛੇਦ ਹੈ ਅਭੇਦ ਹੈ। ਅਛੇਦ ਹੈ, ਨਹੀਂ ਛੇਦਿਆ ਜਾ ਸਕਦਾ ਤੈਨੂੰ, ਤੇਰੇ 'ਚ ਸੁਰਾਖ ਨਹੀਂ ਕੀਤਾ ਜਾ ਸਕਦਾ, ਤੇਰੇ ਤੇ ਕੋਈ ਅਸਰ ਨਹੀਂ ਪਾਇਆ ਜਾ ਸਕਦਾ। ਜਿਵੇਂ ਬਾਣ ਤੈਨੂੰ ਵਾਹ ਕੇ ਕੋਈ ਬੰਨ ਲਵੇ ਨਹੀਂ ਹੋ ਸਕਦਾ। ਸੱਚ ਤੇ ਕੋਈ ਤਰਕ ਨਹੀਂ ਕੰਮ ਕਰਦਾ, ਕੋਈ ਤੀਰ ਨਹੀਂ ਕੰਮ ਕਰਦਾ, ਕੋਈ ਹਥਿਆਰ ਨਹੀਂ ਕੰਮ ਕਰਦਾ। ਨਾ ਰੰਕ ਹੈ ਨਾ ਭੂਪ ਹੈ। ਨਾ ਰੰਕ ਹੈ ਨਾ ਭੂਪ ਹੈ, ਨਾ ਤੂੰ ਰਾਜਾ ਹੈ ਨਾ ਰੰਕ ਹੈ, ਕੰਗਾਲ ਹੈ। ਪਰੇ ਹੈ ਪਵਿੱਤਰ ਹੈ। ਪਰੇ ਹੈ ਪਵਿੱਤਰ ਹੈ। ਮਨੁੱਖੀ ਬੁੱਧੀ ਤੋਂ ਪਰੇ ਹੈ ਤੂੰ। ਮਨੁੱਖੀ ਬੁੱਧੀ ਨਹੀਂ ਸਮਝ ਸਕਦੀ ਤੈਨੂੰ। ਔਰ ਪਵਿੱਤਰ ਹੈ, ਇੰਨਾ ਪਵਿੱਤਰ ਹੈ, ਮਨੁੱਖੀ ਬੁੱਧੀ ਉਹਨੇ ਪਵਿੱਤਰ ਹੋ ਹੀ ਨਹੀਂ ਸਕਦੀ, ਹੈ ਹੀ ਨਹੀਂ। ਹੋ ਸਕਦੀ ਹੈ ਨਹੀਂ। ਜਿਹੜੀ ਪਵਿੱਤਰ ਹੋ ਜਾਂਦੀ ਹੈ ਉਹ ਵੀ ਨਹੀਂ ਸਮਝ ਸਕਦੀ, ਉਹ ਵੀ ਪੁਨੀਤ ਹੋ ਕੇ ਸਮਝਦੀ ਹੈ। ਪੁਨੀਤ ਹੈ ਪੁਰਾਣ ਹੈ। ਹਾਂ, ਪਵਿੱਤਰ ਹੈ, ਪਵਿੱਤਰ ਦੇ ਬਾਅਦ ਪੁਨੀਤ ਹੈ, ਫਿਰ ਪੁਰਾਣ। ਪੁਰਾਣ ਦਾ ਮਤਲਬ ਪੁਰਾਣਾ ਨਹੀਂ ਹੁੰਦਾ। ਪੁਰਾਣ ਦਾ ਮਤਲਬ ਚਿਰੰਕਾਲ ਤੋਂ। ਪੁਰਾਣ ਹੁੰਦਾ ਜੋ ਆਦ ਤੋਂ ਲੈ ਕੇ ਕਹਾਣੀਆਂ ਚਲੀਆਂ ਆਉਂਦੀਆਂ ਨੇ। ਪੁਰਾਣਾ ਕਹਾਣੀਆਂ ਕਹਿੰਦੇ ਨੇ ਵੇਦਾਂ ਵਿੱਚ ਨੇ ਜਿਹੜੀਆਂ, ਉਹਨਾਂ ਨੇ ਪੁਰਾਣ ਲਿਖ ਲਏ, 9 ਕਿਤਾਬਾਂ ਦਾ ਪੁਰਾਣ ਲਿਖ ਲਿਆ। ਐਂ ਲਿਖ ਲਿਆ ਵੀ ਜਿਹੜਾ ਪੁਰਾਣੇ ਟਾਈਮ ਦੀਆਂ ਸਾਖੀਆਂ ਸੁਣਦੇ ਆਏ, ਸਾਡੇ ਪੁਰਾਣਾ ਲਫ਼ਜ਼ ਨਹੀਂ ਲਿਖਿਆ ਹੋਇਆ। ਪੁਰਾਣਾ ਹੋ ਜਾਂਦਾ ਜਿਹੜਾ ਉਹ ਹੋਰ ਹੁੰਦਾ। ਚਿਰੰਕਾਲ ਲਿਖਿਆ, ਚਿਰੰਕਾਲ ਤੋਂ ਨੇ ਜਿਹੜੇ ਆਦ ਤੋਂ ਲੈ ਕੇ ਚਲੀ ਹੁੰਦੀ। ਅਗੰਜ ਹੈ ਅਪੰਜ ਹੈ। ਅਗੰਜ ਹੈ ਅਪੰਜ ਹੈ, ਨਹੀਂ ਤੋੜਿਆ ਜਾ ਸਕਦਾ ਤੈਨੂੰ। ਅਪੰਜ ਹੈ, ਨਹੀਂ ਭੰਨਿਆ ਜਾ ਸਕਦਾ ਤੈਨੂੰ। ਕਰੀਮ ਹੈ ਕੁਰਾਨ ਹੈ। ਕਰੀਮ ਹੈ ਕੁਰਾਨ। ਤੂੰ ਕਰੀਮ ਹੈ, ਸਾਰਿਆਂ ਤੇ ਕਿਰਪਾ ਕਰਨ ਵਾਲਾ। ਕੁਰਾਨ ਕਹਿੰਦੇ ਨੇ ਅਸਲ ਦੇ ਵਿੱਚ ਬਜ਼ੁਰਗ ਨੂੰ, ਜਿਹੜਾ ਸਿਆਣੇ ਨੂੰ ਕਹਿੰਦੇ ਨੇ। ਅਸਲ ਚ ਸਿਆਣੇ ਨੂੰ ਉਮਰ ਦੀ ਗੱਲ ਨਹੀਂ ਹੈ, ਅਕਲ ਦੀ ਗੱਲ ਹੈ। ਕੁਰਾਨ ਦੇ ਜਿਹੜੇ ਨੇ ਨਾ, ਐਸੀ ਸਿੱਖਿਆ ਜਿਹਦੇ ਮੁਕਾਬਲੇ ਦੀ ਸਿੱਖਿਆ ਕੋਈ ਹੋਵੇ ਨਹੀਂ, ਉਹਨੂੰ ਕੁਰਾਨ ਕਹਿੰਦੇ ਨੇ। ਐਸਾ ਗਿਆਨ ਕੁਰਾਨ ਅਸਲ ਦੇ ਵਿੱਚ ਬੋਲਣ ਤੋਂ ਬਣਿਆ ਹੈ। ਕੂ ਬਣਿਆ ਹੁੰਦਾ ਬੋਲਣਾ, ਕੂੜਾ ਕੂੜਾ ਕਹਿੰਦੇ ਬੋਲੋ। ਤੂੰ ਬੋਲ ਕੇ ਦੱਸਦਾ ਤੇਰੀ ਆਵਾਜ਼ ਹੈ। ਕੁਰਾਨ ਹੈ। ਸੰਸਾਰ 'ਚ ਤੇਰੀ ਆਵਾਜ਼ ਆਉਂਦੀ ਹੈ। ਤੇਰੇ ਕੋਲ ਦੀ ਬੋਲਣ ਦੀ ਆਵਾਜ਼ ਸੰਸਾਰ 'ਚ ਫੈਲੀ ਹੋਈ ਹੈ। ਕੁਰਾਨ ਹੈ ਦਾ ਮਤਲਬ ਇਹ, ਜਿਹੜੀ ਆਵਾਜ਼ ਸੰਸਾਰ ਦੇ ਵਿੱਚ ਫੈਲ ਕੇ ਸੰਸਾਰ ਨੂੰ ਗਿਆਨ ਦੇ ਰਹੀ ਹੈ ਨਾ, ਉਹ ਕੁਰਾਨ ਹੈ। ਕੁਰਾਨ ਦੀ ਆਵਾਜ਼ ਵੀ ਇਹੀ ਹੈ। ਉਹ ਵੀ ਕਹਿੰਦੇ ਨੇ ਵੀ ਉਤਰੀ ਹੋਈ ਹੈ। ਅਕਾਲ ਹੈ ਅਪਾਲ ਹੈ। ਅਕਾਲ ਹੈ, ਕਾਲ ਤੋਂ ਪਰੇ ਹੈ। ਅਪਾਲ ਹੈ, ਅਪਾਲ ਹੈ, ਤੇਰੀ ਕੋਈ ਪਾਲਣਾ ਨਹੀਂ ਕਰ ਰਿਹਾ। ਖਿਆਲ ਹੈ ਅਖੰਡ ਹੈ। ਆ ਦੇਖੋ ਖਿਆਲ, ਹੁਣ ਖਿਆਲ ਆ ਗਿਆ। ਖਿਆਲ ਹੈ, ਖਿਆਲ ਕੀ ਹੈ? ਕੁਰਾਨ ਹੈ। ਖਿਆਲ ਹੈ ਅਖੰਡ ਹੈ। ਅਖੰਡ ਹੈ। ਜੇ ਖਿਆਲ ਵੀ ਹੈ ਨਾ ਤੂੰ, ਫਿਰ ਵੀ ਤੈਨੂੰ ਕੋਈ ਖੰਡਨ ਨਹੀਂ ਕਰ ਸਕਦਾ। ਖਿਆਲ ਵੀ ਅਖੰਡ ਹੈ, ਖਿਆਲ ਵੀ ਅਖੰਡ ਹੈ। ਜੇ ਤੂੰ ਕੁਝ ਸੋਚਦਾ ਚਾਹੁੰਦਾ, ਉਹਨੂੰ ਵੀ ਕੋਈ ਰੋਕ ਨਹੀਂ ਸਕਦਾ, ਉਹਦਾ ਵੀ ਕੋਈ ਜਵਾਬ ਨਹੀਂ। ਜੇ ਤੇਰੀ ਬਿਰਤੀ ਟਿਕੀ ਹੋਈ ਆ, ਉਹਨੂੰ ਵੀ ਕੋਈ ਤੋੜ ਨਹੀਂ ਸਕਦਾ। ਟਿਕੀ ਬਿਰਤੀ ਨੂੰ ਤੋੜ ਨਹੀਂ ਸਕਦਾ। ਜੋ ਕੁਝ ਕਰਨਾ ਚਾਹੁੰਦਾ, ਸੋਚਣਾ ਚਾਹੁੰਦਾ, ਉਹਨੂੰ ਕੋਈ ਭੰਗ ਨਹੀਂ ਕਰਦਾ। ਉਹਦੇ ਮੂਹਰੇ ਕੋਈ ਰੁਕਾਵਟ ਨਹੀਂ ਆ ਸਕਦੀ। ਉਹਦੇ ਮੂਹਰੇ ਕੋਈ ਰੁਕਾਵਟ ਨਹੀਂ। ਨਾ ਰੋਗ ਹੈ ਨਾ ਸੋਗ ਹੈ। ਨਾ ਰੋਗ ਹੈ ਨਾ ਸੋਗ ਹੈ। ਰੋਗ ਸੋਗ ਤੋਂ ਪਰੇ ਹੈ। ਨਾ ਭੇਦ ਹੈ ਨਾ ਭੰਡ ਹੈ। ਨਾ ਭੇਦ ਹੈ ਨਾ ਭੰਡ ਹੈ। ਨਾ ਤੇਰੀ ਭੰਡੀ ਕੀਤੀ ਜਾ ਸਕਦੀ ਹੈ। ਭੰਡ ਅਸਲ ਦੇ ਵਿੱਚ ਇਹਨੇ ਭੰਡੀ ਕੀਤੀ ਜਾ ਸਕਦੀ ਲਿਖਿਆ। ਭਾਂਡਾ ਭੰਡੀ ਕਰਨ ਵਾਲਾ ਹੁੰਦਾ। ਕਿਸੇ ਦੀ ਭੰਡੀ ਨਹੀਂ ਕਰਦਾ ਤੂੰ। ਬੁਰਾ ਨਹੀਂ ਕਹਿੰਦਾ ਕਿਸੇ ਨੂੰ। ਗੁਰਬਾਣੀ ਜਿਹੜਾ ਕੁਝ ਕਹਿੰਦੀ ਹੈ ਨਾ,
ਇਹਨੂੰ ਬੁਰਾ ਨਾ ਮੰਨਿਓ, ਇਹ ਬੁਰਾ ਨਹੀਂ ਕਹਿੰਦੀ ਕਿਸੇ ਨੂੰ, ਭੰਡੀ ਨਹੀਂ ਕੀਤੀ ਕਿਸੇ ਦੀ, ਭੰਡੀ ਪ੍ਰਚਾਰ ਨਹੀਂ ਕਰਦਾ ਤੂੰ, ਤੇਰਾ ਜਿਹੜਾ ਉਪਦੇਸ਼ ਹੈ ਭੰਡੀ ਪ੍ਰਚਾਰ ਨਹੀਂ ਕਰਦਾ ਕਿਸੇ ਦੀ, ਭੰਡੀ ਪ੍ਰਚਾਰ ਨਹੀਂ ਹੈ ਇਹ ਗੁਰਬਾਣੀ। ਗੁਰਬਾਣੀ ਦਾ ਸੇਧ ਦੇ ਰਹੀ ਹੈ ਉਹਨਾਂ ਨੂੰ, ਭੁੱਲਿਆ ਹੋਇਆ ਨੂੰ, ਭੁੱਲਿਆ ਨੂੰ ਸਹੀ ਰਸਤਾ ਦੱਸ ਰਹੀ ਹੈ। ਭੰਡੀ ਪ੍ਰਚਾਰ ਨਹੀਂ ਹੁੰਦਾ, ਰਾਹ ਭੁੱਲੇ ਨੂੰ ਰਾਹ ਦੱਸਣਾ। ਇਮਾਨਦਾਰੀ ਨਾਲ ਜਿਹੜਾ ਚਾਹੁੰਦਾ ਹੈ ਪਰਮੇਸ਼ਰ ਨੂੰ ਮਿਲਣਾ, ਪਰ ਜਾ ਰਿਹਾ ਥੋੜਾ ਜਿਹਾ ਰਸਤਾ ਠੀਕ ਨਹੀਂ ਉਹਨੂੰ ਪਤਾ, ਜੇ ਉਹਨੂੰ ਠੀਕ ਰਸਤਾ ਦੱਸ ਦਿੱਤਾ ਜਾਵੇ ਭੰਡੀ ਪ੍ਰਚਾਰ ਨਹੀਂ ਹੁੰਦਾ। ਜੋ ਭੰਡੀ ਪ੍ਰਚਾਰ ਮੰਨਦਾ ਹੈ ਤਾਂ ਫਿਰ ਮੂਰਖ, ਫਿਰ ਉਹ ਮਿਲਣਾ ਵੀ ਨਹੀਂ ਚਾਹੁੰਦਾ, ਫਿਰ ਉਹ ਕੁਝ ਹੋਰ ਹੀ ਚਾਹੁੰਦਾ, ਫਿਰ ਉਹਦੀ ਇੱਛਾ ਵੀ ਕੁਝ ਹੋਰ ਹੈ। ਜੇ ਭੁੱਲੇ ਨੂੰ ਰਾਹ ਦੱਸੀਏ ਉਹ ਰਾਹ ਕਹਿੰਦਾ ਮੈਂ ਤਾਂ ਐਸੇ ਜਾਣਾ, ਜਿੱਧਰ ਜਾਂਦਾ ਹੈ ਤੈਨੂੰ ਕੀ ਲੱਗੇ, ਗਲਤ ਵੀ ਹੈ ਮੈਂ ਤਾਂ ਜਾਊਂਗਾ, ਫਿਰ ਉਹ ਮਿਲਣਾ ਨਹੀਂ ਚਾਹੁੰਦਾ। ਜਿਹੜੇ ਮਿਲਣਾ ਨਹੀਂ ਚਾਹੁੰਦੇ ਅਸਲੀ ਇਮਾਨਦਾਰ ਨਹੀਂ ਆਪਣੇ ਧਰਮ ਦੇ ਪ੍ਰਤੀ, ਉਹ ਇਹਨੂੰ ਭੰਡੀ ਪ੍ਰਚਾਰ ਸਮਝਣਗੇ। ਭੰਡੀ ਪ੍ਰਚਾਰ ਨਹੀਂ ਹੈ। ਜਿਹੜੇ ਧਰਮ ਪ੍ਰਤੀ ਇਮਾਨਦਾਰ ਨਹੀਂ ਹੈਗੇ ਨਾ, ਉਹ ਭੰਡੀ ਪ੍ਰਚਾਰ ਭਾਵੇਂ ਸਮਝਣ, ਭੰਡੀ ਪ੍ਰਚਾਰ ਨਹੀਂ ਹੈ। ਪੜ੍ਹਨ ਦਾ ਮਤਲਬ ਇਹ ਲਵਾਂਗੇ ਅਸੀਂ, ਇਹਨੇ ਗਲਤ ਲਿਖਿਆ ਅਰਥ। ਨਾ ਅੰਗ ਹੈ ਨਾ ਰੰਗ ਹੈ, ਨਾ ਅੰਗ ਹੈ ਨਾ ਰੰਗ ਹੈ, ਤੇਰਾ ਕੋਈ ਅੰਗ ਸਰੀਰ ਹੈ ਨਹੀਂ, ਇਸ ਕਰਕੇ ਰੰਗ ਵੀ ਹੈ ਨਹੀਂ ਤੇਰਾ ਕੋਈ। ਨਾ ਸੰਗ ਹੈ ਨਾ ਸਾਥ ਹੈ, ਤੇਰਾ ਕੋਈ ਸੰਗ ਸਾਥ ਵੀ ਨਹੀਂ ਹੈ। ਸੰਗ ਸਾਥ ਕੀ ਹੁੰਦਾ? ਸਰੀਰ ਹੁੰਦਾ ਸੰਗ ਸਾਥ। ਸੰਗ ਸਾਥ ਨਹੀਂ ਹੈ। ਜੇ ਸੰਗ ਨਾ ਲੀਜੇ ਕੋਏ, ਕਬੀਰ ਕਹਿ ਰਿਹਾ ਹੈ, ਸਾਧੂ ਕੋ ਮਿਲਣੇ ਜਾਈਏ ਸੰਗ ਨਾ ਲੀਜੇ ਕੋਏ। ਪਾਛੇ ਪੌਲਨ ਦੀ ਜੀ ਆਗੇ ਹੋਏ, ਸੰਗ ਸਾਥਾ ਛੱਡਣੇ ਨੇ। ਸੰਗੀ ਸਾਥੀ ਸਗਲ ਤਜਾਈ, ਹਰ ਕਾ ਨਾਮ ਹਿਰਦੇ ਨਿਤ ਧਿਆਈ। ਸੰਗੀ ਸਾਥੀ ਸਗਲ ਤਰਾਈ, ਜਿਹੜੇ ਤਰ ਜਾਣਗੇ, ਤਰਨਾ ਚਾਹੁੰਦੇ ਨੇ, ਉਹ ਤਾਂ ਠੀਕ ਹੈ ਸੰਗੀ ਸਾਥੀ ਨੇ, ਨਹੀਂ ਉਹਨਾਂ ਨੂੰ ਛੱਡਦੀ। ਫਿਰ ਐ ਨਾ ਕਹੀਂ ਸਾਰਿਆਂ ਨੂੰ ਲੈ ਕੇ ਜਾਣ, ਉੱਥੇ ਖੜੀ ਮੈਂ ਤੂੰ ਵੀ ਬਾਂਹ ਫੜ ਕੇ ਕਿਸੇ ਦੀ। ਸੰਗੀ ਸਾਥੀ ਸਗਲ ਤਰਾਈ, ਜਿਹੜੇ ਤਰਨ ਵਾਲੇ ਨੇ ਉਹ ਸੰਗੀ ਸਾਥੀ ਨੇ, ਪਰ ਉਹਦਾ ਸੰਗੀ ਸਾਥੀ ਕੋਈ ਨਹੀਂ। ਉਹ ਤਾਂ ਤਰਿਆ ਹੋਇਆ, ਇੱਕ ਤਰ ਰਿਹਾ, ਇੱਕ ਤਰਿਆ ਹੋਇਆ। ਤਰਨ ਵਾਲੇ ਦੇ ਸੰਗੀ ਸਾਥੀ ਹੈ, ਤਰੇ ਹੋਏ ਦੇ ਨਹੀਂ ਹੁੰਦੇ। ਉਹ ਤਾਂ ਸਾਰੇ ਇੱਕੋ ਨੇ ਸੰਗੀ ਸਾਥੀ। ਉੱਤੇ ਕੌਣ? ਸੰਗੀ ਸਾਥੀ ਦਾ ਦੂਆ ਹੁੰਦਾ। ਸੰਗੀ ਸਾਥੀ ਦੂਆ ਹੁੰਦਾ ਤਾਂ ਦੂਆ ਨਹੀਂ ਹੈ ਕੋਈ। ਪ੍ਰਿਆ ਹੈ ਪਵਿੱਤਰ ਹੈ, ਪ੍ਰਿਆ ਹੈ ਪਵਿੱਤਰ ਹੈ, ਸਭ ਦਾ ਪਿਆਰ ਹੈ ਤੂੰ, ਸਾਰੇ ਤੈਨੂੰ ਪਿਆਰ ਕਰਦੇ ਨੇ। ਪਵਿੱਤਰ ਹੈ ਕਿਉਂਕਿ ਤੂੰ ਪਵਿੱਤਰ ਹੈ। ਪਵਿੱਤਰ ਚੀਜ਼ ਨੂੰ ਸਾਰੇ ਪਿਆਰ ਕਰਦੇ ਹੀ ਹੁੰਦੇ ਨੇ। ਤੇਰਾ ਹਿਰਦਾ ਪਵਿੱਤਰ ਹੈ, ਇਸ ਕਰਕੇ ਤੈਨੂੰ ਸਾਰੇ ਲੋਕ ਪਿਆਰ ਕਰਦੇ ਨੇ। ਪੁਨੀਤ ਹੈ ਪਰਮਾਤ ਹੈ, ਪੁਨੀਤ ਹੈ। ਪੁਨੀਤ ਹੁੰਦਾ ਚੌਥੀ ਡਿਗਰੀ, ਪਵਿੱਤਰ 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 ਪੁਨੀਤ। ਪੁਨੀਤ ਕਦੋਂ ਹੁੰਦਾ? ਪਵਿੱਤਰ ਹੁੰਦਾ ਜਾਂ ਪੂਰਾ ਹੋ ਜਾਵੇ। ਪੁਨੀਤ ਹੁੰਦਾ ਜਾਂ ਸ਼ਬਦ ਪ੍ਰਗਟ ਹੋ ਜਾਵੇ। ਪੁਨੀਤ ਦੇ ਵਿੱਚ ਬਿਰਛ ਰੂਪ ਹੈ, ਉਹ ਕਿਆ ਹੋਇਆ? ਪਵਿੱਤਰ ਦੇ ਵਿੱਚ ਜੋ ਪੂਰਾ ਹੈ, ਕਿ ਤੀਜੀ ਡਿਗਰੀ ਦਾ ਪਵਿੱਤਰ ਹੈ। ਕਿ ਪਵਿੱਤਰ 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 ਹੋ ਗਿਆ ਨਾ, ਫਿਰ ਪੂਰਨ ਬ੍ਰਹਮ ਹੈ, ਪਾਰ ਬ੍ਰਹਮ ਨਹੀਂ ਹੈ। ਪੁਨੀਤ ਪਾਰ ਬ੍ਰਹਮ ਹੁੰਦਾ, ਪਾਰ ਬ੍ਰਹਮ ਦੇ ਵਿੱਚ ਲੀਨ ਹੋਇਆ ਹੋਇਆ। पार ब्रह्म का रूप, प्रात्मा पार ब्रह्म का रूप। जब प्रात्मा पार ब्रह्म का रूप हो जाए फिर पुनीत है। प्रात्मा जड़ी है ना पार ब्रह्म का या रूप हो जाए फिर पुनीत हो जाती है। पवित्र तक एदा खतरा है दूआ जन्म लैन का। पुनीत का खतरा नहीं, पुनीत खत्म। पुनीत जिਉਂਦਾ ही सचखंड है। सचखंड वसे निरंकार। पुनीत निरंकार है, पवित्र निराकार है। जो निराकार है निरंकार नहीं है। निराकार तो हो गया, शरीर तो वखरा हो गया। शरीर तो मन नूं कढ़ के अपना एक हो गया। निराकार है, निरंकार नहीं है। निराकार वाला गुण तो है, निरंकार नहीं होया। वो क्या नहीं है।
ਗੁਣ ਹੈ ਨਿਰਾਕਾਰ ਵਾਲਾ, ਨਿਰੰਕਾਰ ਨਹੀਂ ਬਣਿਆ। ਨਿਰੰਕਾਰ ਸ਼ਬਦ ਰੂਪ ਚ, ਗੁਣ ਸ਼ਬਦ ਸਮਾਵਾ ਹੈ ਪਰ ਨਾ ਜਾਣੇ ਕੋਈ। ਜਿਹੜਾ ਸ਼ਬਦ ਦੇ ਵਿੱਚ ਲੀਨ ਹੋ ਗਿਆ ਨਿਰੰਕਾਰ। ਪਰਮਾਤਮ ਹੈ, ਪਰਮਾਤਮ ਤੋਂ ਅਸਲ ਦੇ ਵਿੱਚ ਪਰਮਾਰਥ ਰੂਪ ਹੈ। ਪਰ ਪਰਮਾਰਥ ਹੁੰਦਾ ਦੂਜੇ ਦਾ ਭਲਾ ਕਰਨਾ। ਆਪਣਾ ਤਾਂ ਭਲੇ ਦੀ ਤੈਨੂੰ ਲੋੜ ਨਹੀਂ, ਤੇਰਾ ਭਲਾ ਕੀ ਹੋਣਾ। ਪਰਉਪਕਾਰੀ ਹੈ, ਐਖੋ ਪਰਉਪਕਾਰੀ ਹੈ। ਜੋ ਕੁछ कर रहे हैं तू, सर्व की चिंता जिस मन माहे। दूजिया की चिंता है, तेनू परमार्थ है तेरे च। अपनी कोई अपना तो कोई चिंता वाली गल है नहीं, तेनू काहदी चिंता होनी। न सीत है न सोच है, न सीत है न सोच है, न सोच है। सोच भी कोई नहीं है और सीत भी नहीं कोई, मतलब है। फिक्र भी सीत, वैसे शीतलता हूँ फिक्र नूं कहते हैं। सीत चिंता फिक्र होवे ना अंदर अंदर किसी नूं, ना सोच है ना कोई तेनू सोच है। न घराम है ना काम है, ना गर्मी है ना घबराहट है तेनू कोई। घबराहट भी होती है ना, घबराहट भी नहीं कोई, गर्मी भी नहीं तेनू, परेशानी भी कोई नहीं। ना लोभ है ना मोह है, लोभ मोह ते परे है। ना क्रोध है ना काम है, ना क्रोध है ना काम है। काम क्रोध ते परे है, कामना कोई नहीं, इच्छा कोई नहीं। ना देव है ना दैत है, ना देव है ना दैत, देव नहीं तू दैत नहीं। ना नरको स्वरूप है, ना नरको स्वरूप। नरके स्वरूप दे विच देव दैत हुंदे ने। जद दो हुंदे ने दाल, फिर देव दैत हुंदे ने। दाल तां है ही नहीं तू, जद दाल नहीं हुंदी फिर देव दैत नहीं हुंदे। जिन्ना चਿਰ ਇੱਕ ਹੈ ਨਾ, ਇੱਕ ਦੇव दैत दोनों चਿਰ ਹੁੰਦੇ ਨੇ। ਜਾਂ ਬਿਰਛ ਬਣ ਗਿਆ ਫਿਰ ਦੇव दैत नहीं ਹੁੰਦੇ। जब पुनीत हो गया फिर देव दैत नहीं ਹੁੰਦੇ। पुनीत ਤੇ ਪਹਿਲਾਂ देव दैत ਹੋਏ ਹੁੰਦੇ ਨੇ। संतोखी ਵਿੱਚ ਦੋਏ ਜੋ ਹੈਗੇ ਨੇ, ਚੁੱਪ ਕਰੇ ਹੋਏ ਨੇ, ਸ਼ਾਂਤ ਹੋਏ ਹੋਏ ਨੇ, ਸੁਲ੍ਹਾ ਹੋਈ ਹੈ। ਜੇ ਦਾਣਾ ਜੰਮਿਆ ਨਹੀਂ ਨਾ ਹੋਇਆ, ਦੋਏ ਪੱਖ ਹੈਗੇ ਨੇ, ਸੱਜਾ ਖੱਬਾ। ਜਦ ਦਾਣਾ ਬੂਟਾ ਬਣ ਗਿਆ, ਦੋਏ ਖਤਮ ਹੋ ਗਏ। ਨਾ ਦੇਵ ਰਿਹਾ ਨਾ दैत ਰਿਹਾ, ਫਿਰ ਬਿਰਛ ਹੋ ਗਿਆ। ना छल है ना छिद्र है, ਨਾ ਛਲ ਹੈ ਨਾ ਛਿੱਦਰ ਹੈ। ਛਲ ਛਿੱਦਰ ਤੇਰੇ ਚ ਕੋਈ ਹੈ ਹੀ ਨਹੀਂ। ना छिद्र की विभूत है, ਨਾ ਛਿੱਦਰ ਦੀ ਕੋਈ ਅਣਸ ਹੈ ਤੇਰੇ ਚ। ਛਿੱਦਰ ਹੋਣ ਵਾਲੀ ਕੋਈ ਵਸਤੂ ਹੈ ਨਹੀਂ ਤੂੰ ਹੈ। ऐसी वस्तु है नहीं जी छिद्र हो सके, जी कटी जा सके। ना काम है ना क्रोध है, काम लोभ है ना मोह है, काम नहीं, क्रोध नहीं, लोभ, ये तो उगड़ ने। तू तो गुणों का समुद्र है। उगड़, ये उगड़ नहीं है तू। काम क्रोध लोभ मोह हंकार ये नहीं है तू। ये कहते गए भला वो ਜਿਹੜੇ ਤਿੰਨੇ ਉਗੜ ਨੇ ਨਾ, ब्रह्मा विष्णु शिव जी जड़ते हो चक के गुण, उन्होंने गुण कहता। रजगुण तमगुण सतगुण कहिए, तमोगुण शिव जी जबाड़ता लिया के, वो तो फिर आदमी है। इस करके क्रोध जिहड़ा शिव जी च हैगा, क्रोध रूप तेरे च नहीं है, तू नहीं हैगा। जे शिव जी च क्रोध है उत्थे तू नहीं हैगा। जे लोभ उत्थे तू नहीं हैगा। जे तमोह उत्थे तू नहीं हैगा। गल आ है। ना द्वैक है ना भेख है, तेरे अंदर भेख भी नहीं। जे भेख हो तो द्वैक भी होगी। जिहदा अपना भेख नहीं उन्हें होर समझदा हो। अपने भेख वाले ना फिरे में दूए ना है नहीं। जिथे भेख है तो द्वेष है। सिखां द्वेष क्यों है? भेख मन लिया इन्होंने, वर्दी नहीं मनी। जे बनते वर्दी, देखो साडे फौज है, फौज है ना, फौजी किसी भी सूबे का होवे, कोई भी ਉਹਦਾ धर्म होवे, ਉਹ देश वास्ते लड़ूगा, सारे वास्ते लड़दा। सारे देश के धर्म जातियां ਉਹਦੇ वास्ते एक ने।
और सारिया जातियों वास्ते फौजी एक है। ये थोड़ी देखना भी मद्रासी है पंजाबी है कौन है, फौजी फौजी है, साढ़े देश का फौजी है। समुचा देश ਉਹਦੇ ਨਾਲ है, समुचे देश ਨਾਲ ਉਹ है। पर ਭੇਖ ਜੇ ਹੁੰਦਾ ਨਾ फौजी ਦਾ फिर नहीं सी गल होनी। इस करके खालसा फौज बनाई है, भेख नहीं है। ये सारे संसार का सारा संसार है। भेख द्वेख होता, भेख नहीं है, इनू भेख नहीं कह सकते, वर्दी है। द्वैख है ना भेख है। जिथे भेख हो तो द्वैख होता है। वो मुसलमान और हिंदू आपस में द्वेष रखते ने, पर जो फौजी है वो नहीं रखता, फौजी नहीं रखता। वो भेख नहीं है, वो फौज की वर्दी है। पर जेड़ा मुसलमानी भेख है या हिंदू किसी साध का भेख है, वो मुसलमान नहीं भेख रहा द्वेष रखूगा, फौजी ना हो नहीं रखता, वर्दी है वो भेख नहीं है। जे असी इहनूं वर्दी डिकलेयर करांगे तां इह भेख तो असी बच सकते हैं द्वेष तो, वरना द्वेष तो नहीं बच सकते असी कदे भी। इन्हां ने सिख धर्म दे नाल धर्म नाल रिलेटेड कर ली गल, भेख रिलेटेड कर लिया। भेख नहीं है, वर्दी है। वर्दी सब दी सांझी हुंदी, भेख नहीं साझा हुंदा। साडी मत भी सांझी है सारियां दी, सारियां मत्तां इहदे विच ने, सारियां मत्तां नूं दे रही है, सारियां मत्तां ने नूं गुंजाइश है। कोई अपनी मत छड्ड के आ जे, जित द्वारे उभरे तेते लई, कि अगे तो रस्ता ही एक है, अगे तो रस्ता ही एक है। समुद्र तक जिन्हें मर्जी चले जाओ, कोई रेल चलिया जाए, कोई साइकिल ते चले जाए, कोई पैदल चले जाए, कोई किमें चले जाए, उतो जाके तो फिर समुद्री जहाज ही चलू ना। फिर हवाई जहाज चलूगा या समुद्री चलूगा, रेल तो उतो जानी नहीं है। पर यह तो राह एक ही है, फिर वहां जाके और राह मुक जाते हैं, थले संतोख तक मुक जाते हैं सारे, सारिया बत्ता संतोख तो वहां कोई भी नहीं जाती, अगे तो एक ही राह है। फिर इस करके कोई भी आ सकता है, सारे वास्ते को ना दुई है ना द्रोह। भेख भावें धारण करे भावें ना करे, भेख की रौला नहीं है। साडे वाली वर्दी चाहे पावे, वर्दी वाला होर गल है। भाई हिंदुस्तानी का कोई भी बन सकता है, हिंदुस्तान की फौज भर्ती हो चाहे ना हो, हिंदुस्तानी कोई भी बन सकता। कोई आता इत्थे नैशनैलिटी बदल नहीं लेंदे लोग, साडे जाके अमरीका च अमरीकन बन जाते हैं, नैशनैलिटी बदली जाती है। उत्थे दी फौज भर्ती हो चाहे ना हो, वो गल अलग है। नैशनैलिटी तो बदली गई ना। सिख बन सकता है वो सारे, खालसा नहीं बन सकता। खालसा गल होर है, खालसा वर्दी का नाम है, फौजी का नाम। जे कोई आपत्ति आती है फिर फौजी ने जाना पूरे, आपत्ति ते आके नहीं जाना पूरे। आपत्ति और विपत्ति जिहड़ी है ना, वो इन्हें चलनी है, और कोई नहीं। बाकिया ने तो सारे संसार वास्ते धर्म है। वर्दी कोई कहे जी रखे, खाण पीण की गल थोड़ा जिहा है, खाण पीण का जिहड़ा इन्हें छड़ाया हुण तो सरकार भी छड़ाउंदी है। जिहड़ा पाबंदी लाई है साडे कुरैतां च, वो तो सिर्फ तंबाकू का ही है। हुण तो सरकार भी कहती है भी सारे धर्म कहते हैं, पहलां तो कहते हैं सारे धर्म। हुण उहदा उही पता लग गया भी गल की है, कैंसर पैदा होता। सियाणा बंदा तो कोई वरतदा ही नहीं, हुण जिहड़े वरतदे वो भी छड्डी जांदे ने। वड्डी पाबंदी चारे कुरैतां ने साडियां, ਉਹਦੇ तंबाकू है। शराब की पाबंदी साढ़े कोई नहीं लाई हुई। शराब ਇਹੋ ਜਿਹੇ देश ने जिते तुम बच नहीं सकते पीते बिना, ਇਹੋ ਜਿਹੇ भी देश ने उत्ते पहाड़ चले जाओ मर जूगा आदमी रात को, वो नहीं ला सकते असी पाबंदी।
ਉਹ ਤਾਂ ਬੰਦਾ ਮਰ ਜੂਗਾ ਰਾਤ ਨੂੰ। ਉਹ ਜਿੱਥੇ 14-15 ਡਿਗਰੀ ਥੱਲੇ ਚਲੇਗਾ ਟੈਂਪਰੇਚਰ 0 ਤੋਂ, ਰਾਤ ਨੂੰ ਬੰਦਾ ਮਰ ਜੂਗਾ ਉੱਥੇ। ਸਾਡੇ ਫੌਜੀ ਨੇ, ਚਾਹੇ ਕਿਸੇ ਵੀ ਧਰਮ ਦਾ ਹੋਵੇ, ਕਿੰਨਾ ਹੀ ਖਿਲਾਫ ਹੋਵੇ ਉਹਦਾ ਧਰਮ ਸ਼ਰਾਬ ਤੇ, ਜੇ ਨਾ ਪੀਊਗਾ ਮਰ ਜੂਗਾ ਉਹ ਤਾਂ। ਉੱਥੇ ਉਹਦੇ ਵਾਸਤੇ ਸ਼ਰਾਬ ਨਹੀਂ, ਦਵਾਈ ਹੈ ਉਹ ਜੀਵਨਦਾਨ ਹੈ। ਦ੍ਰਿਸ਼ਟੀਕੋਣ ਬਦਲਿਆ, ਦ੍ਰਿਸ਼ਟੀਕੋਣ ਦੀ ਗੱਲ ਹੈ ਸਿਰਫ। ਅਸੀਂ ਜਿਹੜੀ ਚੀਜ਼ ਨੂੰ ਦੇਖਦੇ ਹਾਂ ਦ੍ਰਿਸ਼ਟੀਕੋਣ ਦੇਖਣਾ ਚਾਹੀਦਾ। ਪਾਣੀ ਨਾ ਪੀਓਗੇ ਮਰ ਜੂਗਾ ਆਦਮੀ। ਇਹ ਅਗਿਆਨਤਾ ਵਾਲਾ ਧਰਮ ਨਹੀਂ। ਧਰਮ ਦੇ ਵਿੱਚ ਗਿਆਨ ਦੀ ਲੋੜ ਹੈ ਹਰੇਕ ਧਰਮ 'ਚ। ਉੱਥੇ ਜੀਵਨ ਹੈ ਉਹਦਾ, ਸ਼ਰਾਬ ਦੇ ਵਿੱਚ ਬਹੁਤ ਥੋੜੀ ਹੈ। ਉੱਥੇ ਅਭੀ ਮਰ ਜੂਗਾ ਉਹ ਰਾਤ ਨੂੰ, ਕਿਉਂਕਿ ਤਰ੍ਹਾਂ ਜਗ੍ਹਾ ਆਦਮੀ ਰਹਿੰਦੇ ਨੇ। ਹਰ ਜਗ੍ਹਾ ਦੇ ਜਿਹੜਾ ਧਰਮ ਇੰਟਰਨੈਸ਼ਨਲ ਹੈ ਉਹ ਹਰ ਜਗ੍ਹਾ ਰਹਿਣ ਵਾਲੇ ਆਦਮੀ ਵਾਸਤੇ। ਤੁਸੀਂ ਨਹੀਂ ਪਾਬੰਦੀ ਲਾ ਸਕਦੇ ਕਿਸੇ ਚੀਜ਼ ਤੇ। ਖਾਣ ਪੀਣ ਤੇ ਬਾਣੀ ਗੁਰਬਾਣੀ ਨੇ ਪਾਬੰਦੀ ਲਾਈ ਵੀ ਹੈ ਨਹੀਂ। ਉਹਨਾਂ ਕਿਹਾ ਜਿੱਤ ਖਾਧਾ ਤਨ ਪੀੜੀ ਹੈ, ਮਨ ਵਿੱਚ ਚੱਲੇ ਬਕਾਰ। ਬਸ ਇਹ ਪਾਬੰਦੀ ਹੈ। ਬਕਾਰ ਤਾਂ ਝੂਠ ਤੋਂ ਚੱਲਦੇ ਨੇ ਬਥੇਰੇ, ਉਹ ਛੱਡ ਦਿਓ। ਅਸਲ ਦੇ ਵਿੱਚ ਜਿਹੜੇ ਕਰਨ ਵਾਲੇ ਨੇ ਨਾ ਪ੍ਰਚਾਰ, ਇਹਨਾਂ ਨੇ ਬਕਾਰ ਛੱਡਣੇ ਤੇ ਹੋਰੇ ਪਾਸੇ ਗੱਲ ਰੌਲਾ ਪਾ ਲਿਆ। ਜਿਹੜੀ ਚੀਜ਼ ਤਾਂ ਛਡਾਉਂਦਾ ਹੈ ਵਾਰ ਸ਼ਰਾਬ ਦੀ ਕਿਤੇ ਗੱਲ ਨਹੀਂ ਆਈ ਹੈ। ਇੱਥੇ ਤਾਂ ਸੁਪਾਸ਼ਾ ਨੇ ਕਾਮ ਹੈ, ਕ੍ਰੋਧ ਹੈ, ਨਾ ਲੋਭ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਦਵੈਕ ਹੈ, ਨਾ ਦਵੈਕ ਹੈ। ਇਹ ਛੱਡਣੀਆਂ ਦੀਆਂ ਚੀਜ਼ਾਂ, ਇਹਨਾਂ ਦੀ ਗੱਲ ਨਹੀਂ ਕਰਦੇ। ਸ਼ਰਾਬ ਤੇ ਆ ਗਏ, ਨਸ਼ਿਆਂ ਤੇ ਆ ਗਏ। ਅਸਲ ਜੇ ਛੱਡਣੇ ਨਹੀਂ ਹੈ ਲੋਕਾਂ ਨੇ, ਇੱਧਰੋਂ ਹਿੱਟ ਕਰਕੇ ਹੋਰੇ ਪਾਸੇ ਗਏ ਘੁਮਾਤੀ। ਇਹਨਾਂ ਵੱਲ ਧਿਆਨ ਨਾ ਜਾਵੇ ਕਿਸੇ ਦਾ। ਤੁਸੀਂ ਜਿਹੜੇ ਉਹ ਚੀਜ਼ਾਂ ਨਹੀਂ ਖਾਂਦੇ ਨਸ਼ੇ, ਤੁਸੀਂ ਐ ਤਾਂ ਛੱਡੋ, ਜਾਂ ਉਹਨਾਂ ਦੇ ਉਹ ਛਡਾ ਲਓ, ਤੁਸੀਂ ਐ ਛੱਡੋ। ਤੁਸੀਂ ਤਾਂ ਸ਼ਰਾਬ ਨਸ਼ਾ ਕਰਦੇ ਨਹੀਂ। ਤੁਸੀਂ ਕੀ ਕਰਦੇ ਹੋ ਹੁਣ? ਸਿਰਫ ਨਸ਼ੇ ਛੱਡਣੇ ਹੀ ਸਿੱਖੀ ਨਹੀਂ ਹੈ ਕਿ ਨਸ਼ੇ ਛੱਡ ਦੇਣੇ ਹੀ ਸਿੱਖੀ ਹੈ। ਸਵਾਲ ਇਹ ਹੈ ਹੁਣ ਕਿ ਮੈਂ ਨਸ਼ੇ ਛੱਡ ਦੇਣੇ, ਕਿਰਪਾਨ ਪਾ ਲੈਣੀ, ਕੇਸ ਰੱਖ ਲੈਣੇ, ਬਾਣੀ ਪੜ੍ਹ ਲੈਣੀ, ਇਹੀ ਸਿੱਖੀ ਹੈ। ਇਹ ਸਿੱਖੀ ਇੱਥੇ ਹੀ ਬਸ ਨਹੀਂ, ਇੱਥੋਂ ਤਾਂ ਸਟਾਰਟ ਹੁੰਦੀ ਹੈ। ਜੋ ਇੱਥੋਂ ਤਾਂ ਸਟਾਰਟ ਹੁੰਦੀ ਹੈ। ਟਾਰਗੇਟ ਕੀ ਹੈ? ਟਾਰਗੇਟ ਕੱਲ ਆਇਆ ਸੀ। ਐਸਾ ਜਿਹੜਾ ਪਰਮੇਸ਼ਰ ਉਹਦੀ ਪ੍ਰਾਪਤੀ ਕਿਵੇਂ ਹੋਵੇ, ਜਿਹਦਾ ਨਕਸ਼ਾ ਦੱਸ ਰਹੇ ਨੇ। ਨਾ ਕ੍ਰੋਧ ਹੈ, ਨਾ ਕਾਮ ਹੈ, ਉਹਦੀ ਪ੍ਰਾਪਤੀ ਕਿਵੇਂ ਹੋਵੇ? ਤਾਂ ਟਾਰਗੇਟ ਸੀ, ਪ੍ਰਾਪਤੀ ਤੁਸੀਂ ਛੱਡੀ ਬੈਠੇ ਹੋ। ਆਦਿ ਦੇਵ ਕੋ ਸੋ ਕੈਸ ਪਾਈ ਹੈ। ਆਦਿ ਦੇਵ ਹੈ ਜਿਹੜਾ, ਸੋ ਕੈਸੇ ਪਾਈਏ ਉਹਨੂੰ? ਜਿਹੜਾ ਐਸਾ ਆਦਿ ਦੇਵ ਹੈ ਉਹਨੂੰ, ਉਹਦੀ ਪ੍ਰਾਪਤੀ ਕਿਵੇਂ ਹੋਵੇ? ਕੱਲ ਦਾ ਜੋ ਆਇਆ ਸੀ ਉਧਰ ਨੂੰ ਕਿਉਂ ਨਹੀਂ, ਗਾਹਾਂ ਨੂੰ ਕਿਉਂ ਨਹੀਂ ਤੁਰੇ? ਨਸ਼ਿਆਂ ਵੱਲ ਨੂੰ ਕਿਉਂ ਉਂਗਲੀ ਕਰਨ ਲੱਗ ਗਏ ਕਿ ਸਾਡੇ ਵੱਲ ਨੂੰ ਕੋਈ ਉਂਗਲੀ ਨਾ ਕਰ ਦੇਵੇ? ਆਪਣਾ ਕੰਮ ਛੱਡ ਦਿੱਤਾ ਨਾ ਉਹਨਾਂ ਨੇ। ਜਿਹਨੇ ਆਪਣਾ ਕੰਮ ਛੱਡਿਆ ਹੈ, ਦੂਏ ਵੱਲ ਉਂਗਲੀ ਕਿਵੇਂ ਕਰ ਸਕਦਾ? ਉਹ ਵੀ ਛੱਡ ਦੇਣਗੇ ਜੇ ਨਸ਼ੇ ਚੱਲ ਛੱਡ ਵੀ ਦੇਣ। ਫੇਰ ਕੀ ਕਰਨਗੇ? ਤੁਹਾਨੂੰ ਫੇਰ ਪੁੱਛਾਂਗੇ ਹੁਣ ਕੀ ਕਰੀਏ ਭਾਈ, ਹੁਣ ਕੀ ਕਰੀਏ? ਜੇ ਸਾਰੀ ਦੁਨੀਆ ਹੀ ਛੱਡ ਦੇਵੇ, ਫੌਜੀ ਤੇ ਮਰ ਜਾਣਗੇ ਉੱਤੇ ਬੈਠੇ। ਹਾਂਜੀ, ਨਾ ਦੂਈ ਹੈ ਨਾ ਦਰੋਹ ਹੈ। ਨਾ ਦੂਈ ਹੈ ਨਾ ਦਰੋਹ ਹੈ। ਕਾਲ ਹੈ ਨਾ ਬਾਲ ਹੈ। ਦੂਈ ਵੀ ਨਹੀਂ ਹੈ ਤੇਰੇ, ਦ્વੈਤ ਵੀ ਨਹੀਂ ਹੈ, ਦਰੋਹ ਨਹੀਂ ਹੈ ਤੇਰੇ ਚ। ਦਰੋਹ ਕਿਸੇ ਨਾਲ ਮਤਲਬ ਹੈ, ਦਗਾ ਵੀ ਨਹੀਂ ਕਰਦਾ। ਦਰੋਹ ਹੁੰਦਾ ਦਗਾ। ਕਾਲ ਹੈ ਨਾ ਬਾਲ ਹੈ। ਨਾ ਕਾਲ ਹੈ। ਦਰੋਹ ਦਗਾ ਨਹੀਂ ਹੁੰਦਾ, ਧਰੋਹ ਹੁੰਦਾ ਦਗਾ। ਦਰੋਹ ਦੱਦੇ ਨਾਲ। ਹਾਂ, ਇਹ ਦਰੋਹ ਦੱਦੇ ਨਾਲ ਹੈ। ਦਰੋਹ ਹੁੰਦਾ ਵਿਦਰੋਹ ਕਰਨਾ, ਹੁਕਮ ਦੀ ਖਿਲਾਫਤ ਕਰਨਾ, ਕੋਈ ਨਜਾਇਜ਼ ਕੰਮ ਕਰਨਾ, ਵਿਰੋਧ ਕਰਨਾ। ਹਾਂ, ਹੁਕਮ ਦਾ ਵਿਰੋਧ ਕਰਨਾ। ਕਾਲ ਹੈ ਨਾ ਬਾਲ ਹੈ। ਕਾਲ ਹੈ ਨਾ ਬਾਲ ਹੈ। ਨਾ ਬਾਲਕ ਹੈ, ਛੋਟਾ ਬੱਚਾ ਵੀ ਨਹੀਂ ਹੈ, ਨਾ ਉਹਦਾ ਕਾਲ ਹੈ। ਸਦੀਵ ਦਿਆਲ ਰੂਪ ਹੈ। ਸਦੀਵ ਦਿਆਲ ਰੂਪ ਹੈ, ਹਮੇਸ਼ਾ ਹੀ ਦਿਆਲ ਸਰੂਪ ਹੈ ਉਹਦਾ। ਉਹ ਦਿਆਲ ਸਰੂਪ ਉਹਦਾ ਐਨ ਉਹ ਜਿਹਾ ਹੀ ਰਹਿੰਦਾ ਹੈ। ਦਿਆਲਤਾ ਉਹਦੇ ਅੰਦਰੋਂ ਜਾਂਦੀ ਹੋਈ ਨਹੀਂ।
ਇਹ ਨਹੀਂ ਵੀ ਕਦੇ ਕਰੋਧ ਚ ਆ ਗਿਆ, ਕਦੇ ਮੂਡ ਨਹੀਂ ਬਦਲਦਾ ਹੈ। ਦਿਆਲ ਸਾਡਾ ਮੂਡ ਬਣਿਆ ਰਹਿੰਦਾ। ਸਦੀਵ ਦਿਆਲ ਰੂਪ ਹੈ। ਹਾਂ। ਅਗੰਜ ਹੈ, ਅਭੰਜ ਹੈ, ਅਭਰਮ ਹੈ, ਅਭੂਤ ਹੈ। ਅਗੰਜ ਹੈ, ਅਭੰਜ ਹੈ, ਅਭਰਮ ਹੈ, ਅਭੂਤ ਹੈ। ਅਗੰਜ ਹੈ, ਨਹੀਂ ਤੋੜਿਆ ਜਾ ਸਕਦਾ ਤੈਨੂੰ। ਅਪੰਜ ਹੈ, ਨਹੀਂ ਭੰਨਿਆ ਜਾ ਸਕਦਾ ਤੈਨੂੰ। ਅਭਰਮ ਹੈ, ਅਭੂਤ ਹੈ, ਕਿਉਂਕਿ ਤੇਰੇ ਚ ਭਰਮ ਹੈ ਨਹੀਂ। ਭਰਮ ਹੈ ਤਾਂ ਟੁੱਟਦਾ, ਭਰਮ ਹੁੰਦਾ ਤਾਂ ਟੁੱਟ ਜਾ। ਭਰਮ ਨਹੀਂ ਹੈ, ਤੋੜੂ ਕਿਵੇਂ? ਭਰਮ ਟੁੱਟਦਾ ਹੁੰਦਾ ਹੈ, ਭਰਮ ਦਾ ਘਟ ਟੁੱਟਦਾ ਹੁੰਦਾ। ਜੇ ਭਰਮ ਹੋਵੇ, ਭਰਮ ਹੈ ਉਹ ਨਹੀਂ ਟੁੱਟੂਗੀ। ਅਭੂਤ ਹੈ, ਅਛੇਦ ਛੇਦ ਹੈ ਸਦਾ। ਅਗੰਜ ਗੰਜ ਗੰਜ ਹੈ। ਇਸੇ ਕਰਕੇ ਤੂੰ ਛੇਦ ਹੈ। ਛੇਦ ਹੈ ਸਦਾ। ਛੇਦ ਕਰ ਦੇਣਾ ਭਰਮ ਜਿੱਥੇ ਹੁੰਦਾ ਉਹਨੂੰ ਛੇਦ ਕਰ। ਤੂੰ ਤਾਂ ਭਰਮ ਕੱਟਣ ਵਾਸਤੇ ਬਣਿਆ ਹੋਇਆ। ਅਗੰਜ ਗੰਜ ਗੰਜ ਹੈ। ਕੱਟਣ ਵਾਸਤੇ ਬਣਿਆ ਹੋਇਆ। ਅਗੰਜ ਗੰਜ ਗੰਜ ਹੈ। ਅਗੰਜ ਗੰਜ ਗੰਜ ਹੈ। ਜਿਹੜੇ ਅਗੰਜ ਨੇ, ਅਗੰਜ ਨੇ, ਅਗੰਜ ਹੁੰਦਾ ਖਜ਼ਾਨੇ ਨੂੰ ਵੀ ਕਹਿੰਦੇ ਨੇ ਗੰਜ। ਗੰਜ ਖਜ਼ਾਨੇ ਨੂੰ ਕਹਿੰਦੇ ਨੇ। ਜਿਨ੍ਹਾਂ ਕੋਲ ਨਹੀਂ ਨਾ ਹੈ ਨਾਮ ਦਾ ਖਜ਼ਾਨਾ ਗਿਆਨ ਦਾ, ਉਹਨਾਂ ਵਾਸਤੇ ਤੂੰ ਖਜ਼ਾਨਾ ਹੈ। ਗਿਆਨ ਦਾ ਖਜ਼ਾਨਾ ਹੈ, ਗੁਣਾਂ ਦਾ ਖਜ਼ਾਨਾ ਹੈ। ਗੁਣ ਔਰ ਗਿਆਨ ਦਾ ਖਜ਼ਾਨਾ ਹੈ ਤੂੰ। ਗੁਣਾਂ ਦਾ ਖਜ਼ਾਨਾ ਔਰ ਗਿਆਨ ਦਾ ਖਜ਼ਾਨਾ। ਅਗੰਜ ਜਿਹੜੇ ਲੋਕ ਨੇ ਉਹਨਾਂ ਵਾਸਤੇ, ਜਿਨ੍ਹਾਂ ਕੋਲ ਹੈ ਨਹੀਂ ਨਾ, ਜਿਹੜੇ ਜਿਹਨੂੰ ਆਪਾਂ ਕਹੀਏ ਵੀ ਉਹ ਰੰਕ ਨੇ, ਗਿਆਨ ਤੋਂ ਸਖਣੇ ਰੰਕ ਨੇ ਜਿਹੜੇ, ਉਹਨਾਂ ਵਾਸਤੇ ਗੁਣਾ ਔਰ ਗਿਆਨ ਦਾ ਖਜ਼ਾਨਾ ਹੈ। ਗੁਣ ਵੀ ਤੇ ਤੋਂ ਲੈ ਲੈਣ, ਜਿੰਨਾ ਮਰਜੀ ਗਿਆਨ ਵੀ ਲੈ ਲੈਣ। ਅਭੂਤ ਅਭੇਖ ਹੈ ਬੜੀ। ਇਹ ਜਿਹਾ ਖਜ਼ਾਨਾ ਨਹੀਂ ਜਿਹੋ ਜਿਹਾ ਸੰਸਾਰ 'ਚ ਖਜ਼ਾਨੇ ਨੇ। ਸੰਸਾਰ ਦੇ ਜਿਹੜੇ ਦੌਲਤ, ਸੰਸਾਰੀ ਦੌਲਤ ਨਹੀਂ ਹੈ, ਗਿਆਨ ਦੀ ਦੌਲਤ ਹੈ, ਨਾਮ ਦੀ ਦੌਲਤ ਹੈ, ਨਾਮ ਧਨ। ਅਭੂਤ ਅਭੇਖ ਹੈ। ਅਭੂਤ ਅਭੇਖ ਹੈ। ਅਭੂਤ ਅਭੇਖ ਹੈ। ਅਭੂਤ ਕਹਿੰਦੇ ਨੇ ਮਾਇਆ ਤਾਂ ਹੈ ਨਹੀਂ, ਅਚਰਜ ਰੂਪ ਹੈ ਤੇਰਾ। ਅਚਰਜ ਵਸਤੂ ਹੈ ਤੂੰ। ਅਚਰਜ ਵਸਤੂ ਤਾਂ ਹੈ, ਪਰ ਜਦ ਪਤਾ ਲੱਗਦਾ ਅਚਰਜ ਹੋ ਜਾਂਦਾ ਵੀ ਇਹ ਜੀ ਵੀ ਵਸਤੂ ਹੁੰਦੀ ਹੈ। ਕੋਈ ਸੰਸਾਰ ਤਾਂ ਕਦੇ ਹੈ ਹੀ ਨਹੀਂ ਹੈ ਜੀ। ਅਚਰਜ ਰੂਪ। ਅਭੇਖ ਹੈ ਬਲੀ। ਅਭੇਖ ਹੈ ਬਲੀ। ਅਭੇਖ ਵੀ ਹੈ, ਫਿਰ ਵੀ ਬਹੁਤ ਬਲਵਾਨ ਹੈ। ਸਰੀਰ ਨਾ ਹੁੰਦੇ ਹੋਏ ਵੀ ਬਹੁਤ ਬਲੀ ਹੈ। ਤੇਰੇ ਜਨਾ ਸ਼ਕਤੀ ਨਹੀਂ ਕਿਸੇ 'ਚ। ਹੁਣ ਆਪਾਂ ਤਾਂ ਕਹਿੰਦੇ ਵੀ ਸਰੀਰ ਹੋਊ ਤਾਂ ਹੀ ਬਲੀ ਹੋਊ। ਬਿਨਾਂ ਸਰੀਰ ਤੇ ਬਲੀ ਹੈ ਤੂੰ। ਅਰੂਪ ਰਾਗ ਰੰਗ ਉਹ ਕੀ ਹੈ ਬਲੀ? ਬੁੱਧ ਬਲ ਹੈ ਤੇਰੇ 'ਚ, ਗਿਆਨ ਦੀ ਸ਼ਕਤੀ ਹੈ ਤੇਰੇ 'ਚ, ਨਾਮ ਦੀ ਸ਼ਕਤੀ ਹੈ ਤੇਰੇ 'ਚ। ਅਰੂਪ ਰਾਗ ਰੰਗ ਹੈ। ਰੂਪ ਰਾਗ ਰੰਗ ਹੈ। ਰੂਪ ਤੋਂ ਹੀਨ ਹੈ, ਸੰਸਾਰੀ ਰੂਪ ਨਹੀਂ ਹੈ ਕੋਈ ਤੇਰਾ। ਰਾਗ ਨਹੀਂ ਹੈ, ਕੋਈ ਰੰਗ ਨਹੀਂ ਹੈ। ਰੂਪ ਰਾਗ ਰੰਗ ਹੈ। ਹਾਂ, ਰਾਗ ਰੰਗ ਦੇ ਰੂਪ ਤੋਂ ਸਖਣਾ। ਨਾ ਦਵੈਖ ਹੈ ਨਾ ਭੇਖ ਹੈ। ਨਾ ਦੁਆਖ ਹੈ ਨਾ ਭੇਖ ਹੈ। ਨਾ ਕਾਮ ਕ੍ਰੋਧ ਕਰਮ ਤੇਰੇ ਹੈ। ਵਾਸਤੇ ਕੋਈ ਦੁਆ ਨਹੀਂ, ਸਾਰੇ ਤੇਰੇ ਆਪਣੇ ਨੇ। ਨਾ ਕਾਮ ਕ੍ਰੋਧ ਕਰਮ ਹੈ। ਨਾ ਕਾਮ ਕ੍ਰੋਧ ਦਾ ਕੋਈ ਕਰਮ। ਐਸਾ ਕਰਮ ਕੋਈ ਨਹੀਂ ਹੈ ਜਿਹਦੇ ਨਾਲ ਕਾਮ ਕ੍ਰੋਧ ਵਧੇ। ਨਾ ਜਾਤ ਹੈ ਨਾ ਕਾਮ ਕ੍ਰੋਧ ਕੀ ਹੁੰਦਾ? ਆ ਜਿਹੜੀਆਂ ਹੁੰਦੀਆਂ ਨਾ ਰਿੱਧੀਆਂ ਸਿੱਧੀਆਂ ਕਾਮ ਕ੍ਰੋਧ ਹੈ। ਰਿੱਧੀਆਂ ਸਿੱਧੀਆਂ ਦਾ ਕੋਈ ਕਰਮ ਨਹੀਂ ਹੈ ਤੂੰ। ਜੋ ਕਾਮਨਾ ਕਰੋ ਮਿਲ ਜਾਂਦਾ। ਕਲਪ ਵ੍ਰਿਕਸ਼ ਕੀ ਹੈ? ਕਲਪ ਆਖੇ ਜਿਹੜੀ ਇੱਛਾ ਕਰੋ ਮਿਲ ਜਾਂਦੀ, ਉਹ ਕਾਮ ਕ੍ਰੋਧ ਹੈ। ਉਹ ਕਲਪ ਵ੍ਰਿਕਸ਼ ਰੂਪ ਨਹੀਂ ਹੈ ਤੂੰ ਕੋਈ ਜੋ ਕਾਮਨਾ ਕਰੋ ਮਿਲ ਜਾਊਗਾ। ਨਾ ਜਾਤ ਹੈ ਨਾ ਪਾਤ ਹੈ। ਤੇਰੀ ਕੋਈ ਜਾਤ ਪਾਤ ਨਹੀਂ ਹੈ। ਨਾ ਚਿੱਤਰ ਚਿਹਨ ਵਰਨ ਹੈ। ਨਾ ਚਿੱਤਰ ਹੈ, ਕੋਈ ਫੋਟੋ ਹੈ ਤੇਰੀ। ਫੋਟੋ ਬਣਾਈ ਬੈਠੇ ਨੇ ਚਾਹੇ ਲੋਕ। ਨਾ ਚਿਹਨ ਬਣਨਾ ਤਾਂ ਕੋਈ ਤੇਰਾ ਚਿਹਰਾ ਮੋਹਰਾ ਹੈ ਕੋਈ ਤੇਰਾ। ਬੇਅੰਤ ਹੈ ਅਨੰਤ ਹੈ। ਅਨੰਤ ਤੇਜ ਜਾਨੀ ਹੈ। ਬੇਅੰਤ ਹੈ, ਅੰਤ ਵਿਹੀਨ ਹੈ ਤੂੰ। ਬੇਅੰਤ ਤੇਜ ਜਾਨੀ ਹੈ। ਅਨੰਤ ਤੇਜ ਜਾਨੀ ਹੈ। ਅਨੰਤ ਤੇਜ ਜਾਨੀ ਹੈ। ਐ ਜਾਣਨਾ ਚਾਹੀਦਾ ਵੀ ਤੇਰਾ ਤੇਜ ਹੈ ਨਾ ਇੰਨਾ ਪ੍ਰਚੰਡ ਹੈ ਪਰ ਜਿਹਦਾ ਕਦੇ ਅੰਤ ਹੋ ਹੀ ਨਹੀਂ ਸਕਦਾ। ਅੰਤ ਪਰ ਅੰਤ ਨਹੀਂ ਹੈ ਜਿਹੜਾ ਤੇਜ ਦਾ। ਕਦੇ ਤੇਜ ਮੱਠਾ ਹੁੰਦਾ ਹੀ ਨਹੀਂ। ਤੇਜ ਨਾਸ ਹੁੰਦਾ ਹੀ ਨਹੀਂ, ਘਟਦਾ ਹੀ ਨਹੀਂ ਤੇਜ। ਅਭੂਮ ਅਭੇਜ ਹੈ ਸਦਾ। ਇਸ ਕਰਕੇ ਤੇਜ ਪ੍ਰਤਾਪ ਮਿਲਣਾ ਚਾਹੀਦਾ ਉਹਨੂੰ।
तेज प्रताप जानी है अनंत तेज तेज जानी प्रताप है जानना चाहे जाना जाना तू तेज प्रताप है। अभूम अभेज है सदा अपूब अभेज है सदा अभेज है सदा। तेरा जड़ा है ना ਹਿਰਦਾ ਆ ਧਰਤੀ ਦੇ ਕਿਸੇ ਟੁਕੜੇ ਨਾਲ ਭਿੱਜਦਾ ਨਹੀਂ ਹੈ ਵੀ ਇੱਥੇ ਹੀ ਰਹਿਣਾ ਉੱਥੇ ਨਹੀਂ ਰਹਿੰਦਾ ਵੀ ਚੱਲ ਜੀ ਇੱਥੇ ਇੱਕ ਵਧੀਆ ਨੇ ਮੌਸਮ ਇੱਥੇ ਚੰਗਾ ਨਦੀਆਂ ਨਾਲੇ ਨੇ ਇੱਥੇ ਹੀ ਬਣਾ ਲਈ ਆਸ਼ਰਮ ਜਿਵੇਂ ਬਣਾਉਂਦੇ ਰਹੇ ਨੇ ਲੋਕ ਐ ਜਾਂ ਨਹੀਂ ਹੈ ਤਾਂ ਤੇਰਾ ਨਹੀਂ ਕਿਤੇ ਵੀ ਉਹ ਕਿਤੇ ਨਹੀਂ ਭਿੱਜਦਾ ਸਭ ਕੁਝ ਤਾਂ ਤੈਂ ਬਣਾਇਆ ਹੋਇਆ ਕਿਤੇ ਖਾਸ ਟਿਕਾਣਾ ਨਹੀਂ ਬਣਾਉਂਦਾ ਤੂੰ ਜਿੱਥੇ ਭਿੱਜ ਜਵੇਂ अभेज है ਵੀ ਆਹ ਜਗ੍ਹਾ ਚੰਗੀ ਲੱਗੀ ਜੀ ਇੱਥੇ ਹੀ ਬਣਾ ਲਓ ਡੇਰਾ ऐसा कोई तरह का प्रभाव नहीं पैदा किसी अभेज है सदा भिजदा नहीं ना अछिज तेज मानी है इस करके तेन अच्छे तेज मनिया जाना चाहिए किसी भी जात में भी नहीं भेजदा तू किसी च भी ऐ जा मेरा आदमी वर्गा इस रूप वधिया मैं यही धारण कर ला ये भी तो माया ही है शरीफ तू तो तेज प्रताप है जोत है जोत स्वरूप है न आद है न ब्याद है अगाध रूप लेखी है आद ब्याद ते परे है तू आद ब्याद तेरे विच नहीं है ना तू आद ब्याद है ना आद ब्याद ता ते तो उल्टा है तेरी गैर तेनू छड़ दी आद ब्याद चिपड़ जाती है तू आद ब्याद किथे आद ब्याद तां चिपड़दी है हर विसर ते सदा खुआरी ਇਹ ਵਿਆਹ ਕੀ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਉਹ ਤੈਨੂੰ ਭੁੱਲ ਕੇ ਰੋਗ ਦਾ ਵਿਆਪਦਾ ਨਾ ਤੂੰ ਕਿੱਥੇ ਹੈ ਤੇਰਾ ਲੜ ਛੁੱਟ ਜਵੇ ਸਾਰੇ ਰੋਗ ਵਿਆਪ ਜਾਂਦੇ ਨੇ अगाध रूप लेखी है ਇਸ ਕਰਕੇ ਤੂੰ ਤਾਂ ਅਗਾਧ ਰੂਪ ਹੈ ਬੁੱਧੀ ਤੋਂ ਪਰੇ ਦਾ ਹੀ ਰੂਪ ਹੈ ਕੋਈ ਮਨੁੱਖੀ ਬੁੱਧੀ ਤੋਂ ਪਰੇ ਨਾਲ ਰੂਪ ਦੱਸੀ ਜਾਂਦੇ ਨਾਲੇ ਅਗਾਧ ਰੂਪ ਕਹੀ ਜਾਂਦੇ ਹੁਣ ਜਿਹਨਾਂ ਨੂੰ ਦੱਸਦੇ ਨੇ ਉਹਨਾਂ ਦੀ ਸਮਝ ਨਹੀਂ ਆ ਰਿਹਾ ਉਹ ਜਿਹੜੇ ਨੂੰ ਦੱਸ ਰਹੇ ਨੇ ਉਹਨਾਂ ਦੀ ਸਮਝ ਤੋਂ ਪਰੇ ਆ ਜਾਓ ਵੀ ਉਹਨਾਂ ਬਾਤੇ ਅਗਾਧੇ ਨਾਲੇ ਦੇਖ ਕੇ ਦੱਸੀ ਜਾਂਦੇ ਨੇ ਨਾਲੇ ਅਗਾਧ ਰੂਪ ਭਾਈ ਹਾਲੇ ਤੁਸੀਂ ਅਗਾਧ ਰੂਪ ਹੈ ਮੰਨ ਲਓ ਐ ਮੰਨ ਲਓ ਭਾਈ ਸਾਡੀ ਬੁੱਧੀ ਤੋਂ ਪਰੇ ਹਾਲੇ ਇਹ ਮੰਨ ਲਓ ਪਰ ਹੈ ਇਹੀ ਆ ਜਾਊਗਾ ਸਮਝ ਹੌਲੀ ਹੌਲੀ ਮੰਨ ਕੇ ਚਲੋ ਵੀ ਇਹੋ ਜਿਹਾ ਹੁੰਦਾ ਪਰ ਆਦ ਦੂਜੇ ਪਾਸੇ ਟੁੱਟ ਗਏ ਨਾ ਝੂਠੇ ਪਾਸੇ ਤਾਂ ਤੋੜਦੇ ਨਾ ਸਾਰਿਆਂ ਚੋਂ ਚਾਹੇ ਝੂਠੇ ਪਾਸੇ ਛੱਡ ਦੋਗੇ ਸੱਚਾ ਆਪੇ ਸਮਝ ਆ ਜਾਊਗਾ ਝੂਠ ਨੂੰ ਛੱਡ ਦਿਓ ਸੱਚ ਆਪੇ ਸਮਝ ਆ ਜਾਊਗਾ अदोख है अदाग है अछय प्रताप पेखी है अदोख है कोई तेरे दोख नहीं कमी नहीं है औगड़ नहीं है अदाग है दाग कोई है नहीं जे दाग औगड़ का लगना जद भी लगना या औगड़े नहीं दाग भी नहीं है अछय प्रताप पेखी है तेरा प्रताप अच्छा है ਜਿਹੜਾ ਛੈ ਦੀ ਜਿੱਤੇ ਛਾਵਾਂ ਨਹੀਂ ਪੈਂਦੀ ਪਰ ਛਾਵਾਂ ਨਹੀਂ ਪੈਂਦਾ ਕਿਸੇ ਦਾ अछय प्रताप पेखी है ਪੇਖਿਆ ਜਿਹਨੇ ਵੀ ਪੇਖਿਆ ਉਹਨੇ ਇਹੀ ਕਿਹਾ ਵੀ ਉਹਦਾ ਪ੍ਰਤਾਪ ਅੱਛਾ ਹੈ न कर्म है न भरम है न धर्म को प्रभाव है ਨਾ ਕਰਮ ਹੈ ਨਾ ਧਰਮ ਹੈ ਨਾ ਭਰਮ ਕੋ ਪ੍ਰਭਾਵ ਧਰਮ ਕੋ ਪ੍ਰਭਾਵ ਧਰਮ ਦਾ ਪ੍ਰਭਾਵ ਨਹੀਂ ਪੈਂਦਾ ਤੇਰੇ ਤੇ ਧਰਮ ਦਾ ਤੇਰੇ ਤੇ ਕੀ ਪ੍ਰਭਾਵ ਪਊਗਾ ਉਹਦਾ ਥੋੜੇ ਗਿਆਨ ਤੇ ਧਰਮ ਦਾ ਪ੍ਰਭਾਵ ਪੈਂਦਾ ਸੂਰਜ ਤੇ ਕਿਹੜੀ ਲਾਈਟ ਦਾ ਪ੍ਰਭਾਵ ਪੈ ਜਾਊਗਾ ਤੂੰ ਸੂਰਜ ਹੈ ਤੇਰੇ ਤੇ ਕਿਹੜੀ ਜੋਤ ਦਾ ਪ੍ਰਭਾਵ ਪੈ ਜਾਊਗਾ ਧਰਮ ਦਾ ਪ੍ਰਭਾਵ ਤਾਂ ਜੋਤ ਹੁੰਦੀ ਹੈ ਛੋਟੀ ਜੋਤ ਹੁੰਦੀ ਹੈ ਸੂਰਜ ਤੋਂ न जंतर है न तंत्र है न मंत्र को रलाओ है ना जंतर है ना मंत्र है ना तंत्र को रलाओ है तंत्र का कोई बिच रलावट नहीं है तेरे किसी को कोई चीज की चुटकी दे में ना हो जू तेरा ऐसी कोई गल नहीं है न छाल है न छिद्र है ना छाड़ है छाड़ रूप नहीं न छिद्र को स्वरूप है ना तेरे कोई कमी है छिद्र है न ना छिद्र का कोई स्वरूप है तू अपंग है अनंग है अपंग है अनंग कहते ने अंगहीन है कोई अंग नहीं तेरा अंग पैर शरीर है नहीं है अगंज सी विभूत है अजंग अगंज सी विभूत है सी विभूत है ऐसी विभूति है ਜਿਹਦਾ ਜਿਹਨੂੰ ਅਸੀਂ ਕੱਟ ਵੀ ਨਹੀਂ ਸਕਦੇ ਤੋੜ ਵੀ ਨਹੀਂ ਸਕਦੇ ਨਾਸ ਵੀ ਨਹੀਂ ਕਰ ਸਕਦੇ ਨਾ ਕੱਟ ਸਕਦੇ ਆ ਨਾ ਤੋੜ ਸਕਦੇ ਆ ਨਾ ਉਹਦਾ ਨਾਸ ਕਰ ਸਕਦੇ
ऐसी विभूत। न काम है न क्रोध है न लोभ मोह कार है। न काम है न क्रोध है न लोभ मोह कार है। लोभ मोह की कोई कार नहीं, काम क्रोध है नहीं। ऐसा कोई काम नहीं है जिहदे नाल लोभ मोह की कार होवे। कार लोभ मोह दे विच करदे हां असीं सारा। हाँ। न आद है न गाद है न ब्याद को विचार है। न आद है न गाद है न ब्याद को विचार है। न ब्याद को विचार है। आ ਜਿਹੜੇ ਔਗਣ ਨੇ ਨਾ ਤਾਂ ਪਹਿਲਾਂ ਹੀ ਔਗਣ ਸੀ ਤੇਰੇ 'ਚ ਕੋਈ, ਨਾ ਵਧਿਆ ਹੀ ਹੈ ਕੋਈ। ਫਿਰ ਵਿਆਦ ਨਾ ਔਗਣ ਪਹਿਲਾਂ ਹੁੰਦੇ ਨੇ ਤਾਂ ਹੀ ਵੱਧਦੇ ਨੇ। ਐਸਾ ਕੁਛ ਨਹੀਂ ਹੈ ਤੇਰੇ 'ਚ ਕਦੇ ਔਗਣ। ਤੇਰੇ ਵਿੱਚ ਔਗਣ ਨਹੀਂ ਵਧਣੇ ਕਿੱਥੋਂ ਨੇ। ਨਾ ਵਿਆਦ ਕੋ ਵਿਚਾਰ ਹੈ ਨਾ ਵਧਣ ਦਾ ਵਿਚਾਰ ਹੈ ਕੋਈ ਉਹਨਾਂ ਦਾ। ਜੇ ਬਿਮਾਰੀ ਹੋ ਨਹੀਂ, ਬਿਮਾਰੀ ਉਹ ਵੱਧਦੀ ਹੁੰਦੀ ਹੈ ਨਾ। न रंग राग रूप है न रूप रेख रार है। ना राग रंग रूप है, ना तो राग रंग का कोई रूप है तू। न रूप रेख रार है। ना रूप रेख ना कोई रूप रेख दे झगड़ा है। रार झगड़े नूं कहंदे ने। ना कोई रूप रेख दे झगड़ा तेरा भी नहीं जी यह जा नहीं यह जा। जिवें आपां कहने फोटो आ नहीं जी यह जी है, यह जा भी कोई झगड़े वाली गल नहीं। न हाव है न भाव है न दाव को प्रकार है। ना हाव भाव है तेरे च। हाव भाव हुंदा है किसी नूं प्रभाव करना, दूजे नूं प्रभाव करना, डराउणा। भाव है या किसी नूं न दाव को प्रकार है। ਨਿਆਣੇ ਨੂੰ ਕਦੀ ਆਪਾਂ ਡਰਾ ਕੇ ਝੱਕਦੇ ਹਾਂ। ਇੱਕ ਵਾਰ ਕਿਸੇ ਵੇਲੇ ਅਸੀਂ ਉਹਦੇ ਨਾਲ ਘੂਰ ਕੇ ਝੱਕਦੇ ਹਾਂ, ਕਿਸੇ ਨਾਲ ਮੁਹੱਬਤ ਨਾਲ ਝੱਕਦੇ ਹਾਂ। ਹਾਉ ਭਾਉ ਨੇ ਸਾਡੇ। ਐਸਾ ਕੁਝ ਨਹੀਂ ਕਰਦਾ ਤੂੰ। ਹਾਉ ਭਾਉ न दाव को प्रकार है। ਨਾ ਕੋਈ ਦੌ ਖੇਡਦਾ ਕਿਸੇ ਨਾਲ। ਦੌ ਦਾ ਕ੍ਰਿਸ਼ਨ ਖੇਡਦਾ, ਦੌ ਦਾ ਦੇਵਤਿਆਂ ਖੇਡਦੇ ਨੇ, ਹੋਰ ਨਹੀਂ ਕੋਈ ਖੇਡਦਾ। ਰਾਖਸ਼ ਵੀ ਰਾਖਸ਼ਾਂ ਨੂੰ ਦੌ ਆਉਂਦਾ ਹੀ ਨਹੀਂ। ਰਾਖਸ਼ ਦੌ ਨਹੀਂ ਖੇਡਦੇ, ਦੌ ਨਹੀਂ ਉਹਨਾਂ ਨੂੰ ਆਉਂਦੇ ਦਿਖਾਉਣਾ ਨੂੰ। ਉਹਦਾ ਵਾ ਕੁੱਟਣੇ ਜਾਣਦੇ ਨੇ। ਉਹਦਾ ਆਪਣੇ ਬਸ ਫਿਰ ਮੈਦਾਨ 'ਚ ਆ ਜਾਂਦੇ ਨੇ ਵੀ ਆ ਜਾਓ ਤੁਸੀਂ, ਵੀ ਤੁਸੀਂ ਬਥੇਰਾ ਸਾਨੂੰ ਦੌ ਦੂਕ ਕਰ ਲੈ। ਹੁਣ ਆਹੀ ਦੌ ਹੈ ਸਾਡਾ ਤਾਂ। गजातपी नरादपी करंत सेव है सदा। ਆ ਦੇਖ ਗਜਾ ਤਪੀ ਇੱਥੇ ਆ ਕੇ ਉਹ ਬਚਾ ਗਿਆ ਸਾਰਿਆਂ ਨੂੰ। ਸਾਰਿਆਂ ਨੂੰ ਬਚਾ ਗਿਆ। ਗਜਾ ਤਪੀ गजातपी नरादपी करंत सेव है ਗਜਾ सदा। ਤਪੀ ਹੈਗਾ ਉਹਨਾਂ ਦਾ ਗਣੇਸ਼। ਮੈਂ ਨਾ ਗਣੇਸ਼ ਪ੍ਰਥਮ ਬਣਾਉ। ਉਹਦਾ ਗਾਇਦਾ ਹੈ ਨਾ ਸਰੀਰ ਹਾਥੀ ਦਾ ਲੱਗਿਆ ਹੋਇਆ। ਹਾਥੀ ਦਾ ਸਰੀਰ ਹੈ ਨਾ ਉਹਦਾ ਸਿਰ। ਉਹ ਗਜਾ ਤਪੀ ਹੈ। ਇਹ ਹੋਰੇ ਕਰ ਗਿਆ ਅਰਥ ਜਾਣ ਕੇ। ਇਹਨੇ ਕਹਾ ਵੀ ਇਹਦਾ ਚਾਰੇ ਇੱਕੋ ਥਾਂ ਰਗੜਤੇ ਸਾਰੇ। नरादपी ਨਿਰਾਤਪੀ, ਨਿਰਾਤਪੀ ਸਮਝ ਲਓ ਇੰਦਰ ਨੂੰ ਕਹਿੰਦੇ ਨੇ। ਇੰਦਰ ਰਾਜਾ ਨਾ। करंत सेव है सदा। ਕਰੰਤ ਸੇਵਾ ਹੈ ਸਦਾ। ਸਾਰੇ ਤੇਰੀ ਹਮੇਸ਼ਾ ਸੇਵਾ ਕਰਦੇ ਨੇ। सित सुति तपस्पति वनस्पति जब से सदा। ਆਦੇ ਸਿਸ सुति ਸਿਸੁਤੀ ਵਿਸ਼ਨੂੰ। ਵਿਸ਼ਨੂੰ ਦਾ ਸੌਮ ਸੁਭਾਅ ਹੈ, ਸ਼ੀਤਲ ਸੁਭਾਅ ਵਾਲਾ। तपस्पति ਤਪਸਪਤੀ ਸ਼ਿਵ ਜੀ। वनस्पति जब से सदा। ਬਨਸਪਤੀ ਆ ਜਿਹੜੇ ਹੋਰ ਨੇ ਨਾਲ ਸਾਰੀ ਜਨਤਾ। जब से सदा ਤੈਨੂੰ ਸਾਰੇ ਜਪਦੇ ਨੇ। ਇੱਕੋ ਲਾਈਨ 'ਚ ਸਾਰੇ ਹੀ ਲੈ ਲੈ। अगस्त आद जे बड़े तपस्पति विसेखी है। ਹਾਂ अगस्त आद जे बड़े ਅਗਸਤ ਮੁਨੀ ਵਰਗੇ ਜਿਹਨੇ ਵੱਡੇ ਵੱਡੇ ਹੋਏ ਨੇ ਨਾ। ਅਗਸਤ ਮੁਨੀ ਕਹਿੰਦਾ 2.5 ਚੂੜੀਆਂ 'ਚ ਉਹਨੇ ਸਮੁੰਦਰ ਪੀ ਲਿਆ ਸੀ। ਅਗਸਤ ਮੁਨੀ ਨੇ 2.5 ਚੂੜੀਆਂ 'ਚ ਸਮੁੰਦਰ ਸਾਰਾ ਪੀ ਲਿਆ ਸੀ। ਜਿਹੜੇ ਵੱਡੇ ਵੱਡੇ ਤਪਸਵੀ ਹੋਏ ਨੇ ਅਗਸਤ ਮੁਨੀ ਵਰਗੇ, बड़े तपस्पति विसेखी है। ਵਿਸ਼ੇਸ਼ ਕਰਕੇ ਤਪੱਸਿਆ ਕਰਨ ਵਾਲੇ, बेअंत 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 को करंत पाठ पेखी है। ਉਹ ਵੀ ਤੈਨੂੰ ਬੇਅੰਤ ਬੇਅੰਤ ਕਰਦੇ ਹੀ ਪਾਠ ਦੇਖੇ ਗਏ ਨੇ। ਇਹ ਕਹਿੰਦੇ ਰਹੇ ਨੇ ਬੇਅੰਤ ਹੈ ਬੇਅੰਤ ਹੈ। ਇਹੀ ਪਾਠ ਉਹਨਾਂ ਦਾ ਕਰਦੇ ਦੇਖਿਆ ਲੋਕ ਅਸੀਂ ਉਹਨਾਂ ਨੂੰ। बेअंत 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 को करंत पाठ पेखी है। ਬੇਅੰਤ ਬੇਅੰਤ ਨੂੰ ਬੇਅੰਤ ਕਹਿੰਦੇ ਨੇ, ਪਾਠ ਕਰਦੇ ਰਹੇ ਨੇ ਉਹ। अगाध आदि देव की अनाद बात मानी है। ਅਗਾਧ ਆਦ ਦੇਵ ਕੀ
ਅਨਾਦ ਬਾਤ ਮਾਨੀਐ। ਅਨਾਦ ਬਾਤ ਮਾਨੀਐ। ਜਿਹੜਾ ਅਗਾਧ ਦੇਵ ਹੈ ਨਾ, ਬੁੱਧੀ ਤੋਂ ਪਰੇ ਵਾਲਾ, ਉਹਦੀ ਗੱਲ ਕੀ ਹੈ? ਉਹਦੀ ਅਨਾਦ ਹੈ ਬਸ। ਅਨਾਦ ਬਾਤ ਹੈ ਹੀ ਨਹੀਂ। ਅਨਾਦ ਦਾ ਮਤਲਬ ਆਦ ਜੀ ਦਾ ਹੈ ਹੀ ਨਹੀਂ। ਅਨਾਦ ਬਾਤ ਮਾਨੀਐ। ਉਹਦਾ ਅਨਾਦ ਹੈ ਬਸ, ਅਨਾਦੀ ਹੈ ਉਹ, ਉਹਦਾ ਆਦ ਨਹੀਂ ਹੈਗਾ। ਜੇ ਆਦ ਕਹਿੰਦੀ, ਆਦ ਤਾਂ ਸ੍ਰਿਸ਼ਟੀ ਦਾ, ਉਹਦਾ ਨਹੀਂ ਆਦ ਹੈ, ਉਹ ਅਨਾਦ ਹੈ। ਆਦ ਸ੍ਰਿਸ਼ਟੀ ਦਾ ਆਦ ਹੈ, ਉਹਦਾ ਆਦ ਨਹੀਂ ਹੈ, ਉਹ ਅਨਾਦੀ ਹੈ। ਉਹਨੂੰ ਅਨਾਦੀ ਕਹਿ ਸਕਦੇ ਹਾਂ ਅਸੀਂ। ਜਾਤ ਪਾਤ ਮੰਤਰ ਮਿੱਤਰ ਛਤਰ ਸਨੇ ਜਾਨੀਐ। ਨਾ ਜਾਤ ਪਾਤ ਹੈ, ਨਾ ਕੋਈ ਮਿੱਤਰ ਖਾਸ ਸਨੇਹ ਹੈ ਉਹਦਾ। ਜਿਵੇਂ ਉਹਦਾ ਸੀਗਾ ਨਾ ਆਪਣੇ ਕ੍ਰਿਸ਼ਨ ਦਾ ਸੁਧਾਮੇ ਨਾਲ ਮਿੱਤਰ ਦਾ ਸਨੇਹ, ਉਹ ਵੀ ਨਹੀਂ ਹੈਗਾ। ਮਿੱਤਰਾਂ ਦਾ ਸਨੇਹ ਹੁੰਦਾ ਹੀ ਹੈ, ਸੁਧਾਮੇ ਦਾ ਸੀਗਾ ਹੀ ਨਾ ਮਿੱਤਰ ਹੈ। ਮਿੱਤਰ ਛਤਰ ਸਨੇਹ ਹੈ ਜਾਨੀਐ। ਨਾ ਸ਼ਤਰੂ ਨਾ ਮਿੱਤਰ ਹੈ ਕੋਈ, ਨਾ ਸਨੇਹ ਉਹਦੇ ਚ ਨਹੀਂ ਹੁੰਦਾ। ਜੇ ਕ੍ਰਿਸ਼ਨ ਦੇ ਵਿੱਚ ਸੁਨੇਹਾ ਤਾਂ ਕ੍ਰਿਸ਼ਨ ਤਾਂ ਫਿਰ ਆਮ ਆਦਮੀ ਹੈ, ਸਧਾਰਨ। ਇਹ ਗੁਣ ਕ੍ਰਿਸ਼ਨ ਦੇ ਵਿੱਚ ਨਹੀਂ ਹੈ। ਇਹ ਫਿਰ ਭਗਵਾਨ ਇਸ ਕਰਕੇ ਹੀ ਉਹਨਾਂ ਨੇ 24 ਅਵਤਾਰਾਂ ਚ ਕ੍ਰਿਸ਼ਨ ਨੂੰ ਨਹੀਂ ਲਿਆ ਹੋਇਆ। ਇਸ ਕਰਕੇ ਹੀ ਰਾਮਚੰਦਰ ਨੂੰ 24 ਅਵਤਾਰਾਂ ਚ ਨਹੀਂ ਲਿਆ ਹੋਇਆ। ਆਹ ਮੀਟਰ ਹੈ ਜਿਹੜਾ ਨਾ, ਜਿਹੜੇ ਇਹ ਮੀਟਰ ਤੇ ਖਰੇ ਉਤਰੇ ਨੇ, ਉਹੀ 10 ਅਵਤਾਰ ਨੇ। ਮੀਟਰ ਜੋ ਆ ਦੇ ਦਿੱਤਾ। ਹੁਣ ਕਿੱਥੇ ਕੀ ਲਿਖਿਆ ਹੋਇਆ ਹੈ, ਉਹਦੇ ਨਾਲ ਕਿਵੇਂ ਨਾਪਣਾ, 10 ਕਿਵੇਂ ਨਾਪਣੇ ਨੇ, 10 ਕਿਵੇਂ ਪਾਸ ਕੀਤੇ, ਬਾਕੀ 14 ਕਿਉਂ ਫੇਲ ਕੀਤੇ। ਆ ਮੀਟਰ ਹੈ, ਇਹ ਮੀਟਰ ਤੇ ਆ ਕੇ ਫੇਲ ਹੋ ਜਾਣੇ ਨੇ 14। ਛਤਰ ਮਿੱਤਰ ਕੋਈ। ਹਾਂ, ਇੱਥੇ ਆ ਕੇ ਫੇਲ ਹੋ ਜਾਣੇ ਨੇ। ਵਿਸ਼ਨੂੰ ਜਦ ਫੇਲ ਹੈ, ਵਿਸ਼ਨੂੰ ਦੇ ਅਵਤਾਰ ਫੇਲ ਨੇ। ਮਹਾਦੇਵ ਫੇਲ ਹੈ, ਮਹਾਦੇਵ ਦੇ ਅਵਤਾਰ। ਉਹ ਜਿਹੜੇ ਸ਼ਿਵ ਦੇ ਅਵਤਾਰ ਨੇ, ਪਰਮੇਸ਼ਰ ਦਾ ਨਾਮ ਸ਼ਿਵ ਹੈ। शिव शक्ति आप उपाय के करता आपे हुक्म मरता है। वो शिव ਨੂੰ ਮਹਾਦੇਵ ਨੂੰ ਨਹੀਂ ਸ਼ਿਵ ਬੋਲਦੇ। ਉੱਥੇ ਮਹਾਦੇਵ ਦਾ ਕੋਈ ਰੌਲਾ ਨਹੀਂ। सदीव सर्व लोक के कृपाल ख्याल में रहे। सदीव सर्व लोक के कृपाल ख्याल में रहे। ਉਹ कृपाल ऐसा है, सदा ही सारे ਲੋਕਾਂ ਦੇ ਖਿਆਲ ਵਿੱਚ ਰਹਿੰਦਾ ਹੈ। ਐਸਾ कृपालू है, ਸਾਰੇ ਲੋਕਾਂ ਦਾ ਧਿਆਨ ਉੱਧਰ ਰਹਿੰਦਾ, ਉਹਦੇ ਨਾਲ ਜੁੜਿਆ ਰਹਿੰਦਾ। तुरंत तुरंत द्रोह दे के अनंत भात सोध है। तुरंत द्रोह दे के, द्रोह दे के अनंत भात सोध है। ਅਨੰਤ ਭਾਂਤ ਸੋਧ ਹੈ। ਜਿਹੜੇ ਦੇਹ ਹਿਰਦੇ ਵਿੱਚ ਅਨੇਕਾਂ ਪ੍ਰਕਾਰ ਦੇ ਸਾਡੇ ਅਵਗੁਣ ਨੇ, ਦੋਖ ਨੇ। द्रोह दे के, द्रोह ਦੇਹ ਅੰਦਰ ਹਿਰਦੇ ਨੂੰ ਕਹਿੰਦੇ ਨੇ, ਦੇਹੀ ਗੁਪਤ। ਬਾਹਲੀ ਦੇਹੀ ਨਹੀਂ, द्रोह ਅੰਦਰ ਹੀ ਦੇਹੀ ਦੇ ਜਿਹੜੇ ਰੋਗ ਨੇ, द्रोह ਅਨੇਕ ਨੁਕਸ ਨੇ, ਅਨੇਕ ਭਾਂਤ ਨਾਲ ਸਾੜਦਾ ਰਹਿੰਦਾ। अनंत भात सोध है। ਜਾਏਗਾ ਸਾੜਦਾ ਰਹਿੰਦਾ। ਦੁੱਖ ਦੇ ਕੇ ਹਿਰਦੇ ਚੋਂ ਸਾਡੇ ਉਹ ਸਾੜਦਾ। ਦੁੱਖ ਦਾਰੂ ਹੈ, ਜਿਵੇਂ ਲੋਹਾ ਭੱਠੀ ਚ ਪਾਈਦਾ ਨਾ, ਉਹਨੂੰ ਸ਼ੁੱਧ ਕਰੀਦਾ। ਐ ਸਾਨੂੰ ਆ ਭੱਠੀ ਜਿਹੜੀ ਬਣਾਈ ਹੈ ਨਾ, ਇਹ ਦੁੱਖ ਦਾਰੂ ਦੇ ਕੇ ਅਨੇਕ ਭਾਂਤ ਨਾਲ ਸਾਡੇ ਉਹ ਜਿਹੜੇ ਨੁਕਸ ਨੇ, ਔਗਣ ਨੇ, ਸਾੜਦਾ ਰਹਿੰਦਾ। ਅਨੰਤ ਭਾਂਤ ਸੋ ਦਹਨ ਕਰਦਾ ਰਹਿੰਦਾ। तब प्रसाद रुआल छंद, रूप रंग ना रेख रंग ना जन्म मरण विहीन। रूप रंग, रूप राग न रेख रंग न जन्म मरण विहीन। रूप राग न रेख रंग जन्म मरण विहीन। जन्म मरण विहीन। रूप नहीं, कोई रेख नहीं, कोई राग नहीं, कोई रंग नहीं, जन्म मरण विहीन। ਇਸ ਕਰਕੇ ਜਦ ਇਹ ਚੀਜ਼ਾਂ ਨਹੀਂ ਹੋਣ ਤਾਂ ਜਨਮ ਮਰਨ ਤੇ ਵਿਹੀਨ। ਜਿਹਦੇ ਵਿੱਚ ਇਹ ਚਾਰੇ ਔਗਣ ਨਾ ਹੋਣ, ਉਹ ਜਨਮ ਮਰਨ ਵਿਹੀਨ ਹੁੰਦਾ। ਜਿਹਦੇ ਚਾਰਾਂ ਚੋਂ ਇੱਕ ਵੀ ਹੋਵੇ, ਉਹ ਤਿੰਨ ਨਾਲ ਦੇ ਹੋਣਗੇ। ਫਿਰ ਜੇ ਚਾਰਾਂ ਚੋਂ ਇੱਕ ਹੈ, ਤਿੰਨੇ ਨੇ, ਚਾਰੇ ਨੇ, ਫਿਰ ਜਨਮ ਮਰਨ ਚ, ਜਨਮ ਮਰਨ ਵਿਹੀਨ। ਜਨਮ ਮਰਨ ਵਿਹੀਨ ਕੌਣ ਹੁੰਦਾ ਹੈ? ਨਾਨਕ ਜਨਮ ਮਰਨ ਵਿਹੀਨ ਨਹੀਂ ਹੈ। ਇਸ ਕਰਕੇ ਨਾਨਕ ਨਿਰੰਕਾਰ ਨਹੀਂ ਹੈ। ਨਿਰੰਕਾਰ ਹੋ ਗਿਆ ਸੀ ਨਾਨਕ, ਹੁਣ ਨਾਨਕ ਨਿਰੰਕਾਰ ਹੈ। ਨਾਨਕ ਜਿੰਨਾ ਚਿਰ ਸਰੀਰ ਤੇ ਉਹਨਾਂ ਚਿਰ ਨਿਰੰਕਾਰ ਨਹੀਂ, ਐਸ ਹੋ ਨਿਰੰਕਾਰ। ਉੱਥੇ ਸਾਰੇ ਨਿਰੰਕਾਰ ਹੈ। ਸੱਚਖੰਡ ਵਸੈ ਨਿਰੰਕਾਰ। ਨਿਰੰਕਾਰ ਹੋ ਕੇ ਸੱਚਖੰਡ ਵਸੂਗਾ।
ਦੂਏ ਦਾ ਬਸ ਨਹੀਂ ਸਕਦਾ। ਫਿਰ ਉੱਥੇ ਇੱਕ ਨਾਨਕ ਹੈ, ਉੱਥੇ ਤਾਂ ਕਰੋੜਾਂ ਨਾਨਕ ਬੈਠੇ ਨੇ। ਉਹ 5 ਤਾਂ ਸਾਡੇ ਪਿੱਛੋਂ ਹੀ ਚਲੇ ਗਏ ਨਾਨਕ। ਉੱਥੇ ਸਿੱਧੇ ਹੀ ਨਾਨਕ ਨਾਮ ਰਖਾ ਕੇ 5 ਪਿੱਛੋਂ ਗਏ ਨਹੀਂ ਹਨ। 6 ਗੁਰੂਆਂ ਦੀ ਬਾਣੀ ਨਹੀਂ ਹੈ। ਪਹਿਲਾ ਨਾਨਕ ਹੈ, 5 ਪਿੱਛੋਂ ਜਿਹੜੇ ਗਏ ਨੇ ਉਹ ਵੀ ਤਾਂ ਨਾਨਕ ਨੇ। ਇਹ ਨਾਨਕ ਨੂੰ ਕਿਤੇ ਹਾਈਲਾਈਟ ਹੋ ਰਿਹਾ ਕੁਛ ਨਾ ਕਰ ਦੇਣ ਤਾਂ ਉਹਨਾਂ ਨੇ ਨਾਨਕ ਨਾਮ ਰੱਖਿਆ ਸੀ। ਪਰ ਇਹਨਾਂ ਨੇ ਇੱਕ ਨਹੀਂ ਇਹਨਾਂ ਦੇ ਸਮਝ ਆਈ ਵੀ ਗੱਲ ਕੀ ਹੈ। ਉਹ ਸਾਰੇ ਨਾਨਕ ਨੇ ਜਿਹੜੇ ਉੱਥੇ ਬੈਠੇ ਨੇ, ਸਾਰੇ ਰਵਿਦਾਸ ਨੇ ਜਿਹੜੇ ਉੱਥੇ ਬੈਠੇ ਨੇ, ਸਾਰੇ ਰਾਮਦਾਸ ਨੇ ਜਿਹੜੇ ਉੱਥੇ ਬੈਠੇ ਨੇ। ਇਹ ਤਾਂ ਗੁਣਵਾਚਕ ਲਫ਼ਜ਼ ਨੇ, ਸਾਰਿਆਂ ਦੇ ਨਾਨਕ ਵਾਲੇ ਗੁਣ ਨੇ। ਤਾਂ ਪਾਰਲੀਮੈਂਟ ਹੈ, ਜਿਹੜਾ ਪਾਸ ਹੋ ਕੇ ਚਲੇ ਜਾਂਦਾ ਉੱਥੇ ਬਹਿ ਜਾਂਦਾ ਜਾ ਕੇ। ਸਾਰਿਆਂ ਦੀ ਗੱਲ ਇੱਕ ਹੈ। ਹਾਂਜੀ। ਆदिनाथ अगाध पुरख सो धर्म कर्म प्रवीण। ऐसा कौन है? ऐसा आदिनाथ ही है, और कोई नहीं है ऐसा। आदिनाथ अगाध पुरख, अगाध पुरख है, मनुखी बुद्धि तो परे रहे हो हमेशा ही। सो धर्म कर्म प्रवीण। ਉਹ ਧਰਮ ਕਰਮ ਚ ਪ੍ਰਵੀਨ ਹੈ। ਧਰਮ ਦੇ ਕਰਮ ਉਹ ਜਾਣਦਾ ਕੀ ਕਰਨਾ ਕੀ ਨਹੀਂ ਕਰਨਾ। ਉਹ ਤਾਂ ਪੁੱਛ ਕੇ ਧਰਮ ਦੇ ਕਰਮ ਕਰੀਦੇ ਨੇ। ਪਹਿਲਾਂ ਆਪਣੀ ਮਰਜ਼ੀ ਨਾਲ ਨਹੀਂ ਸ਼ੁਰੂ ਕਰੀਦੇ। ਸੰਸਾਰ ਨੇ ਆਪਣੀ ਮਰਜ਼ੀ ਨਾਲ ਸ਼ੁਰੂ ਕਰ ਲਏ ਧਰਮ ਕਰਮ। ਉਹਨਾਂ ਨੇ ਦੇਖੋ ਧਰਮ ਕਰਮ ਪ੍ਰਵੀਨ ਹੈ। ਇੱਥੇ ਸਾਡੇ ਕਰਮ ਧਰਮ ਨੇ ਪਖੰਡ। ਕਰਮ ਧਰਮਾਂ ਨੂੰ ਪਖੰਡ ਕੇ ਆਇਆ, ਧਰਮ ਕਰਮ ਨੂੰ ਪਖੰਡ ਨਹੀਂ ਗਿਆ ਹੋਇਆ। ਧਰਮ ਕਰਮ ਔਰ ਕਰਮ ਧਰਮ ਚ ਫਰਕ ਹੈ। ਇੱਕ ਤਾਂ ਅਸੀਂ ਕਰਮ ਪਹਿਲਾਂ ਸ਼ੁਰੂ ਕਰ ਲਏ, ਧਰਮ ਦਾ ਗਿਆਨ ਹੈ ਜੀ। ਧਰਮ ਦੀ ਪ੍ਰਾਪਤੀ ਵਾਸਤੇ ਜਿਹੜੇ ਕਰਮ ਕੀਤੇ ਨੇ ਉਹ ਪਖੰਡ ਹੈ। ਇੱਕ ਧਰਮ ਪਹਿਲਾਂ ਸਮਝ ਲਿਆ, ਕਰਮ ਪਿੱਛੋਂ ਕਰਦੇ। ਧਰਮ ਸਮਝ ਲਿਆ ਪਹਿਲਾਂ, ਕਰਮ ਪਿੱਛੋਂ ਕੀਤਾ। ਕਰਮ ਕੀ ਕੀਤਾ? ਧਰਮ ਨੇ ਕੀ ਦੱਸਿਆ ਸਾਨੂੰ? ਉਹਨੇ ਕਿਹਾ ਭਾਣੇ 'ਚ ਚੱਲ, ਜੋ ਤੂੰ ਚਲਾਏ ਤੇ ਮੈਂ ਚੱਲਾਂ। ਆ ਕਰਨਾ ਪਿੱਛੋਂ। ਇਹ ਧਰਮ ਕਰਮ ਹੈ। ਜੋ ਤੂੰ ਚਲਾਏ ਤੇ ਮੈਂ ਚੱਲਾਂ, ਇਹ ਧਰਮ ਕਰਮ ਹੈ। ਉਹ ਜਿਹੜੇ ਅਸੀਂ ਕਿਰਿਆ ਕਰਮ ਕਰ ਲਏ ਸ਼ੁਰੂ, ਉਹ ਕਰਮ ਧਰਮ ਸੀ। ਕਰਮ ਤੋਂ ਧਰਮ ਤੱਕ ਜਾਣਾ ਉਹ ਸਾਰੇ ਪਖੰਡ ਸੀ। ਜਿਹੜਾ ਇਸ ਗੱਲ ਨੂੰ ਨਹੀਂ ਸਮਝਦਾ। ਸਾਡੇ ਸਾਰਿਆਂ ਮੱਤਾਂ ਨੇ, ਜਿੰਨੇ ਸੰਤ ਨੇ, ਕਰਮ ਧਰਮ ਨੇ। ਉਹਨਾਂ ਕੋਲ ਧਰਮ ਕਰਮ ਨਹੀਂ ਹੈ ਕਿਸੇ ਕੋਲ ਵੀ। ਇਹ ਗੱਲੇ ਨਹੀਂ ਸਮਝੇ। ਮਾਲਾ ਫੇਰਨ ਵਾਲਾ ਮਾਲਾ ਫੇਰਨ ਲੱਗ ਗਿਆ, ਪ੍ਰਾਪਤੀ ਉਹ ਤਾਂ ਹੈ ਨਹੀਂ ਕੁਛ ਵੀ। ਕਬੀਰ ਨੇ ਛੱਡੀ ਨਹੀਂ ਮਾਲਾ। ਇਹ ਕੀ ਸੀ? ਕਰਮ ਧਰਮ ਸੀ। ਸਮਾਧੀ ਕਰਮ ਧਰਮ ਹੈ, ਕੁਛ ਨਹੀਂ ਪ੍ਰਾਪਤੀ। ਜਲ ਧਾਰੇ ਚਲੀਸੇ ਵਗੈਰਾ ਸਭ ਕਰਮ ਧਰਮ। ਧਰਮ ਦੀ ਤਾਂ ਪ੍ਰਾਪਤੀ ਉਹ ਨਹੀਂ ਹੋਣੀ ਹੈ। ਤੋਂ ਸੱਚ ਦੀ ਤਾਂ ਧਰਮ ਕੀ ਹੈ? ਸੱਚ। ਸੱਚ ਤੱਕ ਨਹੀਂ ਪਹੁੰਚਿਆ ਜਾ ਸਕਦਾ ਏਦਾਂ। ਸੱਚ ਤੱਕ ਪਹੁੰਚਣ ਵਾਸਤੇ ਸੱਚੀ ਬਾਣੀ, ਸੱਚਾ ਉਪਦੇਸ਼ ਚਾਹੀਦਾ। ਸੱਚ ਸ਼ਬਦ ਬਿਨ ਮੁਕਤ ਨਾ ਕੋਈ। ਕਿਸੇ ਨੂੰ ਮੁਕਤੀ ਨਹੀਂ ਮਿਲਣੀ ਸੱਚ ਉਪਦੇਸ਼ ਤੋਂ ਬਿਨਾਂ। ਸੱਚ ਉਪਦੇਸ਼ ਗੁਰਬਾਣੀ ਹੈ, ਔਰ ਕੁਝ ਨਹੀਂ ਹੈ। ਗੁਰਬਾਣੀ ਨੂੰ ਸਮਝਣਾ, ਜੋ ਗੁਰਬਾਣੀ ਕਹਿੰਦੀ ਉਹ ਕਰਨਾ। ਇਹ ਹੈ ਧਰਮ ਕਰਮ। ਧਰਮ ਨੇ ਜੋ ਕਰਮ ਦੱਸਿਆ ਉਹ ਕਰਨਾ। ਉਹ ਹੈ ਕਰਮ ਧਰਮ। ਕਰਮ ਕੁਛ ਕਰਕੇ, ਸੋਚ ਕੇ, ਚਿਤਵ ਕੇ ਉਹ ਕਰਨਾ ਵੀ ਧਰਮ ਦੀ ਪ੍ਰਾਪਤੀ ਹੋ ਜੂਗੀ। ਉਹ ਗੱਲ ਉਹ ਤਾਂ ਅੰਦਾਜ਼ੇ ਦੇ ਕਰਮ ਨੇ। ਉਹ ਆਦਮੀ ਦੇ ਲੈਵਲ ਦੇ ਸੋਚੇ ਹੋਏ ਕਰਮ ਨੇ ਉਹ। ਇਸ ਕਰਕੇ ਮਨ ਕੀਆਂ ਮੱਤਾਂ ਨੇ। ਜਿਹੜੇ ਕਰਮ ਸੋਚੇ ਨੇ ਉਹ ਮਰਿਆਦਾ ਹੈ। ਜਿਹਨੇ ਜਿਹੇ ਜਿਹੇ ਸੋਚ ਲਏ ਕਰਮ, ਉਹ ਜਿਹੀ ਉਹਦੀ ਮਰਿਆਦਾ ਬਣ ਗਈ। ਜਿੰਨਾ ਚਿਰ ਇਹ ਦੋਹਾਂ ਗੱਲਾਂ ਦਾ ਨਹੀਂ ਪਤਾ ਲੱਗਦਾ। ਗੁਰਬਾਣੀ ਤਾਂ ਧਰਮ ਕਰਮ ਨੂੰ ਮੰਨਦੀ ਆ, ਕਰਮ ਧਰਮ ਨੂੰ ਮੰਨਦੀ ਹੋਈ ਨਹੀਂ। ਕਰਮ ਧਰਮ ਪਾਖੰਡ ਜੇ ਦੀਸਾ ਤਨ ਜਪ ਜਾਗਾਤੀ ਲੂਟਾ। ਇਹ ਵੀ ਪੜੀ ਜਾਂਦੇ ਨੇ, ਕਰੀ ਵੀ ਕਰਮ ਧਰਮ ਹੀ ਜਾਂਦੇ ਨੇ। ਪੜੀ ਆ ਜਾਂਦੇ ਨੇ, ਕਰੀ ਵੀ ਉਹੀ ਜਗ੍ਹਾ ਜਾਂਦੇ ਨੇ। ਤਾਂ ਸਮਝੀ ਨਹੀਂ ਗੱਲ ਕੀ ਹੈ। ਹਾਂਜੀ। जंतर मंत्र न तंत्र जाखो आदि पुरख अपार। जंतर मंत्र तंत्र तिन्ने चलते ने सिख में। हुण भी चलते ने संतां च। जंतर मंत्र तंत्र ना जाखो आदि पुरख अपार। आदि पुरख अपार। वो आदि पुरख अपार है जिहड़ा जंतर मंत्र तंत्र ते परे है। ਉਹਦੇ ਤੇ कोई जंतर मंत्र तंत्र नहीं चलता।
ਹਸਤ ਕੀਟ ਵਿਖੇ ਬਸੈ ਸਭ ਠੌਰ ਮੈਂ ਨਿਰਾਧਾਰ। ਬਸ ਛਾਤੀ ਦੇ ਲਾਗੇ ਚੀਟੀ ਤੱਕ ਸਾਰਿਆਂ ਦੇ ਵਿੱਚ ਵਸਦਾ ਉਹ, ਸਭ ਠੌਰ ਮੈਂ ਨਿਰਾਧਾਰ। ਹਰ ਜਗ੍ਹਾ ਵਸਦਾ, ਨਿਰਾਧਾਰ ਲਗਾਤਾਰ ਵਸਦਾ, ਕੋਈ ਆਧਾਰ ਨਹੀਂ ਉਹਦਾ, ਨਿਰਾਧਾਰ ਹੈ, ਉਹਨੂੰ ਆਧਾਰ ਦੀ ਲੋੜ ਨਹੀਂ ਹੈ, ਕਿਸੇ ਆਧਾਰ ਦੀ ਲੋੜ ਨਹੀਂ ਹੈ ਉਹਨੂੰ, ਉਹ ਆਪਣੀ ਸ਼ਕਤੀ ਨਾਲ ਵਸਦਾ ਹੈ। ਕੀ ਆ ਉਹ ਸ਼ਬਦ ਰੂਪ ਚ ਵਸਦਾ ਹੈ, ਹੁਕਮ ਰੂਪ ਚ ਵਸਦਾ, ਸਾਡੇ ਦੇ ਅੰਦਰ ਵਿਆਪਕ ਹੈ, ਅੰਤਰਾਤਮਾ ਦੀ ਆਵਾਜ਼। ਹਸਤ ਕੀਟ ਕੇ ਵਿਖੇ ਬਸੇ ਸਭ ਠੌਰ ਮੈਂ ਨਿਰਾਧਾਰ। ਹੱਥ ਕੀਟ ਕੇ ਮੈਂ ਵਸੇ ਕੇ ਸਭ ਵਿਖੇ ਸਭ ਠੌਰ ਮੈਂ ਨਿਰਾਧਾਰ, ਨਿਰਾਧਾਰ ਹੋ ਕੇ ਵਸ ਰਿਹਾ ਸਭ ਦੇ ਅੰਦਰ।